ਹੈਲੋ ਫਰੈਂਡਸ, ਵੈਲਕਮ ਬੈਕ ਅਵਰ YouTube ਚੈਨਲ ਯਦੂ ਐਜੂਕੇਸ਼ਨ ਦੇ YouTube ਚੈਨਲ ਦੇ ਉੱਪਰ ਤੁਹਾਡਾ ਸਵਾਗਤ ਹੈ। ਅੱਜ ਦੀ ਕਲਾਸ ਤੁਹਾਡੇ ਵਾਸਤੇ ਕਾਫੀ ਇੰਪੋਰਟੈਂਟ ਹੋਣ ਵਾਲੀ ਹੈ। ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਅੱਜ ਇੱਕ 75 ਨੰਬਰ ਦਾ ਜਿਹੜਾ ਪੇਪਰ ਹੈਗਾ ਕਿ ਇਸੇ ਸਾਲ 2021 ਦੇ ਵਿੱਚ ਮਾਸਟਰ ਗੇਟ ਦਾ ਜਿਹੜਾ ਐਗਜ਼ਾਮ ਹੋਇਆ ਸੀ, ਜਨਵਰੀ 2021 ਦੇ ਵਿੱਚ ਪੇਪਰ ਹੋਇਆ ਸੀਗਾ, ਉਹਦੇ ਨਾਲ ਜੁੜੇ ਹੋਏ ਕੁਐਸਚਨ ਨੇ। ਹੁਣ ਇਸ ਕੁਐਸਚਨ ਦੇ ਵਿੱਚ ਮੈਂ ਤੁਹਾਨੂੰ ਦਿਖਾਊਂਗਾ ਵੀ ਬਹੁਤ ਸਾਰੇ ਜਿਹੜੇ ਕੁਐਸਚਨਸ ਨੇ ਉਹ ਪੋਲੀਟੀਕਲ ਸਾਇੰਸ ਲੈਕਚਰਰ ਦੇ ਜਾਂ ਫਿਰ ਇਸ ਤੋਂ ਪਹਿਲਾਂ ਜਿੰਨੇ ਮਾਸਟਰ ਗੇਟ ਦੇ ਪੇਪਰ ਹੋਏ ਨੇ ਉਹਨਾਂ ਦੇ ਵਿੱਚੋਂ ਲਏ ਗਏ ਨੇ ਕੁਐਸਚਨ। ਇਹ ਤਾਂ ਪੁਰਾਣੇ ਪੇਪਰ ਤਿਆਰ ਕਰਨ ਦਾ ਫਾਇਦਾ ਹੁੰਦਾ ਸਾਨੂੰ, ਇੱਕ ਤਾਂ ਸਾਨੂੰ ਪੈਟਰਨ ਦਾ ਪਤਾ ਲੱਗ ਜਾਂਦਾ ਹੈ ਵੀ ਕਿਸ ਲੈਵਲ ਤੇ ਜਾਂ ਕਿਸ ਪੈਟਰਨ ਦੇ ਉੱਪਰ ਪੇਪਰ ਜਿਹੜਾ ਪਾ ਰਿਹਾ ਹੈਗਾ, ਜਾਂ ਕਿਸ ਲੈਵਲ ਤੇ ਜਾਂ ਕਿਸ ਪੈਟਰਨ ਤੇ ਉਹ ਪੇਪਰ ਪਾਊਗਾ। ਇੱਕ ਕਈ ਵਾਰ ਰਿਪੀਟ ਵੀ ਹੋ ਜਾਂਦੇ ਨੇ ਕੁਐਸਚਨ, ਐਜ਼ ਇਟ ਇਜ਼ ਕਈ ਵਾਰ ਰਿਪੀਟ ਹੋ ਜਾਂਦੇ ਨੇ ਕੁਐਸਚਨ, ਤਾਂ ਉਹਦਾ ਵੀ ਸਾਨੂੰ ਫਾਇਦਾ ਮਿਲ ਜਾਂਦਾ ਹੁੰਦਾ। ਤਾਂ ਇਸ ਵਾਰ ਜਿਨ੍ਹਾਂ ਨੇ ਪੁਰਾਣੇ ਪੇਪਰਾਂ ਨੂੰ ਸਟੱਡੀ ਕੀਤਾ ਸੀ ਤਾਂ ਉਹਨਾਂ ਨੂੰ ਕਾਫੀ ਜ਼ਿਆਦਾ ਫਾਇਦਾ ਹੋਇਆ ਸੀ। ਇਸ ਵਾਰ ਤੁਸੀਂ ਦੇਖਿਆ ਹੋਊਗਾ ਇਸ ਵਾਰ ਮੈਰਿਟ ਵੀ ਕਾਫੀ ਚਲੀ ਗਈ ਸੀਗੀ, 150 ਦੇ ਵਿੱਚੋਂ 150 ਨੰਬਰ ਵੀ ਲਈ ਫਿਰਦੇ ਸੀਗੇ ਸਟੂਡੈਂਟਸ। ਤਾਂ ਸ਼ੁਰੂ ਕਰਦੇ ਹਾਂ ਆਪਾਂ। ਫਸਟ ਕੁਐਸਚਨ ਦੇਖਦੇ ਹਾਂ, ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਸੁਪਰੀਮ ਕੋਰਟ ਦੀ ਸਥਾਪਨਾ ਦੇ ਨਾਲ ਸੰਬੰਧਿਤ ਹੈ? ਸੁਪਰੀਮ ਕੋਰਟ ਨਾਲ ਕਿਹੜਾ ਸੰਬੰਧਿਤ ਹੈ? ਆਰਟੀਕਲ 120, ਆਰਟੀਕਲ 124, 126 ਜਾਂ ਫਿਰ 128 ਆਰਟੀਕਲ। ਸਾਡੀ ਜਿਹੜੀ ਸੁਪਰੀਮ ਕੋਰਟ ਦੀ ਸਟੈਬਲਿਸ਼ਮੈਂਟ ਹੋਈ ਸੀ ਇਹ 28 ਜਨਵਰੀ 1950 ਨੂੰ ਹੋਈ ਹੈ। ਜਿਹੜੀ ਸਾਡੀ ਸੰਘੀ ਸੁਪਰੀਮ ਕੋਰਟ ਹੈ ਸਾਡੀ, ਤੇ ਇਹਦੀ ਸਥਾਪਨਾ ਜਿਹੜੀ 28 ਜਨਵਰੀ 1950 ਨੂੰ ਹੋਈ ਹੈ। ਆਰਟੀਕਲ ਨੰਬਰ 124 ਦੇ ਤਹਿਤ ਇਹਦੀ ਸਟੈਬਲਿਸ਼ਮੈਂਟ ਕੀਤੀ ਹੈ। ਤੇ ਇਹਦਾ ਆਨਸਰ ਆਊਗਾ 124 ਆਰਟੀਕਲ। ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਦਿਆ ਕਰੋ। ਇੱਕ ਤੁਸੀਂ ਕਮੈਂਟ ਬਾਕਸ ਵਿੱਚ ਦੱਸਦੇ ਹੋ ਨਾ ਤਾਂ ਇਹ ਦੱਸਿਆ ਕਰੋ ਵੀ ਫਸਟ ਦਾ ਏ ਆਨਸਰ ਜਾਂ ਬੀ ਆਨਸਰ, ਇਸ ਤਰ੍ਹਾਂ ਦੱਸ ਦਿਆ ਕਰੋ, ਫਿਰ ਤੁਹਾਨੂੰ ਪਤਾ ਲੱਗ ਜਾਂਦਾ। ਇੱਕ ਲਾਸਟ ਤੇ ਨਾ ਤੁਸੀਂ ਸਾਰੇ ਸਟੂਡੈਂਟਸ ਕਮੈਂਟ ਕਰਕੇ ਦੱਸਿਆ ਕਰੋ ਵੀ ਮੇਰਾ ਸਕੋਰ ਕਿੰਨਾ ਬਣਿਆ ਇਹਦੇ ਵਿੱਚ। ਜੇ ਮੰਨ ਲਓ ਅੱਜ 75 ਨੰਬਰ ਦਾ ਪੇਪਰ ਹੈ ਤਾਂ ਤੁਸੀਂ ਦੱਸਿਆ ਕਰੋ ਮੇਰੇ 75 ਵਿੱਚੋਂ ਕਿੰਨੇ ਆਏ ਨੇ। 70 ਆਏ ਨੇ, 72 ਆਏ ਨੇ, 60 ਆਏ ਨੇ, 65 ਆਏ ਨੇ, ਮਤਲਬ ਇਸ ਤਰ੍ਹਾਂ ਜਿੰਨੇ ਸਕੋਰ ਹੁੰਦਾ ਬੰਦਾ ਹੈ, ਠੀਕ ਹੈ। ਤਾਂ ਇੱਕ ਆਈਡੀਆ ਹੋ ਜਾਂਦਾ ਇਹਦੇ ਨਾਲ ਵੀ ਕਿੰਨਾ ਤੁਹਾਡਾ ਸਕੋਰ ਜਿਹੜਾ ਬਣ ਰਿਹਾ ਇਹਦੇ ਪੇਪਰ ਦੇ ਵਿੱਚੋਂ। ਸੈਕਿੰਡ ਕੁਐਸਚਨ ਹੈ, ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ ਹੈ? ਭਾਰਤ ਦਾ ਰਾਸ਼ਟਰਪਤੀ, ਸੁਪਰੀਮ ਕੋਰਟ ਦਾ ਚੀਫ ਜਸਟਿਸ, ਸਭ ਤੋਂ ਵੱਧ ਅਵਧੀ ਵਾਲਾ ਮੈਂਬਰ ਜਾਂ ਉਪ ਰਾਸ਼ਟਰਪਤੀ। ਦੇਖੋ ਬਿਲਕੁਲ ਸਿੰਪਲ ਕੁਐਸਚਨ ਪੁੱਛਿਆ ਗਿਆ ਸੀ ਇਹ। ਤਾਂ ਆਰਟੀਕਲ ਨੰਬਰ 64 ਦੇ ਵਿੱਚ ਇਹਦਾ ਵਰਣਨ ਕੀਤਾ ਗਿਆ ਹੈਗਾ ਕਿ ਭਾਰਤ ਦਾ ਜਿਹੜਾ ਉਪ ਰਾਸ਼ਟਰਪਤੀ ਆ ਉਹ ਉਪ ਰਾਸ਼ਟਰਪਤੀ ਹੋਣ ਦੇ ਨਾਲ ਨਾਲ ਰਾਜ ਸਭਾ ਦਾ ਸਭਾਪਤੀ ਜਾਂ ਰਾਜ ਸਭਾ ਦਾ ਚੇਅਰਮੈਨ ਵੀ ਹੋਵੇਗਾ। ਤੇ ਇਹਦਾ ਆਨਸਰ ਬਣੂਗਾ ਜੀ ਡੀ ਆਨਸਰ। ਥਰਡ ਕੁਐਸਚਨ ਦੇਖਦੇ ਹਾਂ, ਭਾਰਤ ਦਾ ਉਪ ਪ੍ਰਧਾਨ ਮੰਤਰੀ ਕੌਣ ਹੈ? ਮਤਲਬ ਇਹ 2021 ਦੇ ਵਿੱਚ ਪੁੱਛਿਆ ਗਿਆ ਸੀ ਤਾਂ ਉਸ ਟਾਈਮ ਭਾਰਤ ਦਾ ਉਪ ਪ੍ਰਧਾਨ ਮੰਤਰੀ ਪੁੱਛਿਆ ਗਿਆ ਸੀਗਾ। ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਹੈਗਾ ਇਹ ਭਾਰਤ ਦੇ ਵਿੱਚ ਗੈਰ ਸੰਵਿਧਾਨਿਕ ਅਹੁਦਾ, ਮਤਲਬ ਸੰਵਿਧਾਨ ਦੇ ਵਿੱਚ ਕਿਤੇ ਵੀ ਸਾਡੇ ਮੈਂਸ਼ਨ ਨਹੀਂ ਕੀਤਾ ਗਿਆ ਵੀ ਇੱਕ ਉਪ ਪ੍ਰਧਾਨ ਮੰਤਰੀ ਹੋਵੇਗਾ, ਪਰ ਫਿਰ ਵੀ ਭਾਰਤ ਦੇ ਵਿੱਚ ਕਈ ਵਾਰੀ ਇਹਦਾ ਜਿਹੜਾ ਅਹੁਦਾ ਕ੍ਰੀਏਟ ਕੀਤਾ ਗਿਆ, 6 ਵਾਰ ਹੁਣ ਤੱਕ ਅਹੁਦਾ ਇਹ ਕ੍ਰੀਏਟ ਕੀਤਾ ਜਾ ਸਕਦਾ। 7 ਵਾਰੀ ਮਤਲਬ ਇਸ 6 ਬੰਦੇ ਦੇ ਉੱਪਰ 7 ਵਾਰੀ ਬੈਠ ਚੁੱਕੇ ਨੇ। ਇੱਕ ਬੰਦਾ 2 ਵਾਰ ਬੈਠਿਆ ਸੀਗਾ, ਠੀਕ ਹੈ, ਚੌਧਰੀ ਦੇਵੀ ਲਾਲ 2 ਵਾਰੀ ਉਪ ਪ੍ਰਧਾਨ ਮੰਤਰੀ ਰਹੇ ਨੇ। ਤਾਂ ਅਮਿਤ ਸ਼ਾਹ, LK ਅਡਵਾਨੀ, MM ਜੋਸ਼ੀ, ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਦੇਖੋ ਐਟ ਪ੍ਰੈਜੈਂਟ ਜਿਹੜਾ ਹੈਗਾ ਕੋਈ ਵੀ ਵਿਅਕਤੀ ਜਿਹੜਾ ਹੈਗਾ ਉਹ ਪ੍ਰਧਾਨ ਮੰਤਰੀ ਨਹੀਂ ਹੈਗਾ। ਤੇ ਇਹਦਾ ਆਨਸਰ ਤਾਂ ਬਣੂਗਾ ਡੀ ਆਨਸਰ। ਜੇ ਅਸੀਂ ਪਹਿਲੇ ਦੀ ਗੱਲ ਕਰਦੇ ਹਾਂ ਤਾਂ ਪਹਿਲੇ ਸੀਗੇ ਸਰਦਾਰ ਵੱਲਭ ਭਾਈ ਪਟੇਲ, ਤੇ ਆਖਰੀ ਵਾਰੀ ਜਿਹੜਾ ਉਹਦਾ ਕ੍ਰੀਏਟ ਕੀਤਾ ਗਿਆ ਸੀ ਇਹ ਕੀਤਾ ਗਿਆ ਸੀ 2002 ਤੋਂ ਲੈ ਕੇ 2004 ਦੇ ਵਿੱਚ। ਤੇ ਇਸ ਦੌਰਾਨ ਲਾਲ ਕ੍ਰਿਸ਼ਨ ਅਡਵਾਨੀ ਨੂੰ ਬਣਾਇਆ ਗਿਆ ਸੀ। ਇੱਕ ਵਾਰੀ ਮਾਸਟਰ ਗੇਟ ਦੇ ਵਿੱਚ ਉਸ ਤਰ੍ਹਾਂ ਦਾ ਕੁਐਸਚਨ ਪਹਿਲਾਂ ਹੀ ਪੁੱਛਿਆ ਜਾ ਚੁੱਕਿਆ ਹੈਗਾ। ਫੋਰਥ ਕੁਐਸਚਨ ਦੇਖਦੇ ਹਾਂ, ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਵੀ ਨਾਲ ਪੁੱਛ ਲਿਆ ਨੇ ਹਨਾ। ਪਹਿਲਾ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਦਾ ਨਾਮ ਦੱਸੋ? ਐਸ ਰਾਧਾ ਕ੍ਰਿਸ਼ਨਨ, ਸਰਦਾਰ ਵੱਲਭ ਭਾਈ ਪਟੇਲ, ਮੁਰਾਰਜੀ ਦੇਸਾਈ, ਡਾਕਟਰ BR ਅੰਬੇਦਕਰ। ਤਾਂ ਸਾਨੂੰ ਪਤਾ ਹੈ ਜੀ ਜਿਹੜਾ ਫਸਟ ਅਹੁਦਾ ਕ੍ਰੀਏਟ ਕੀਤਾ ਗਿਆ ਸੀ ਇਹ ਸਰਦਾਰ ਵੱਲਭ ਭਾਈ ਪਟੇਲ ਵਾਸਤੇ ਕੀਤਾ ਗਿਆ ਸੀ। ਉਪ ਪ੍ਰਧਾਨ ਮੰਤਰੀ ਦਾ ਅਹੁਦਾ ਉਸ ਟਾਈਮ ਕ੍ਰੀਏਟ ਕੀਤਾ ਜਾਂਦਾ ਹੁੰਦਾ ਜਦੋਂ ਪ੍ਰਧਾਨ ਮੰਤਰੀ ਦੀ ਪੋਜੀਸ਼ਨ ਥੋੜੀ ਜਿਹੀ ਕਮਜ਼ੋਰ ਹੁੰਦੀ ਹੈ ਜਾਂ ਇੱਕ ਸਰਕਾਰ ਦੇ ਵਿੱਚ 2 ਵਿਅਕਤੀ ਜ਼ਿਆਦਾ ਪਾਵਰਫੁਲ ਹੁੰਦੇ ਨੇ। ਕਈ ਵਾਰ ਤਾਂ ਇੱਕ ਪ੍ਰਧਾਨ ਮੰਤਰੀ ਦਾ ਅਹੁਦਾ ਤੇ 2 ਬੰਦੇ ਉਪ ਪ੍ਰਧਾਨ ਮੰਤਰੀ ਵੀ ਲਾਏ ਗਏ ਨੇਗੇ। ਤਾਂ ਇਸ ਵਾਰੀ ਦੀ ਕਈ ਵਾਰ ਇਸ ਵਾਰ ਦੀ ਸਿਚੁਏਸ਼ਨ ਬਣ ਜਾਂਦੀ ਹੁੰਦੀ ਹੈ। ਤਾਂ ਇੱਕ ਸਰਕਾਰ ਦੇ ਜਦੋਂ ਜ਼ਿਆਦਾ ਵਿਅਕਤੀ ਪਾਵਰਫੁਲ ਹੁੰਦੇ ਨੇ, ਪਰ ਦੇਖੋ ਸੰਵਿਧਾਨ ਕੀ ਕਹਿੰਦਾ ਹੈ? ਸੰਵਿਧਾਨ ਤਾਂ ਇੱਕ ਪ੍ਰਧਾਨ ਮੰਤਰੀ ਦੀ ਗੱਲ ਕਰਦਾ ਹੈ ਵੀ ਇੱਕ ਪ੍ਰਧਾਨ ਮੰਤਰੀ ਹੋ ਸਕਦਾ ਹੈ ਤੇ ਬਾਕੀ ਉਹਦੇ ਮੰਤਰੀ ਹੋਣਗੇ, ਪਰ ਉਹਨੂੰ ਪਾਵਰਾਂ ਨੂੰ ਬੈਲੈਂਸ ਕਰਨ ਦੇ ਲਈ, ਸ਼ਕਤੀ ਨੂੰ ਬੈਲੈਂਸ ਕਰਨ ਦੇ ਲਈ ਫਿਰ ਇੱਕ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਕ੍ਰੀਏਟ ਕਰਤਾ ਜਾਂਦਾ। ਉਦੋਂ ਕੀਤਾ ਜਾਂਦਾ ਜਦੋਂ ਪ੍ਰਧਾਨ ਮੰਤਰੀ ਕੰਪੈਰੀਟਿਵ ਟੂ ਦੂਜੇ ਮੁਕਾਬਲੇ ਥੋੜਾ ਜਿਹਾ ਕਮਜ਼ੋਰ ਹੁੰਦਾ ਹੈਗਾ। 5 ਨੰਬਰ ਕੁਐਸਚਨ ਦੇਖਦੇ ਹਾਂ, ਭਾਰਤੀ ਸੰਵਿਧਾਨ ਦਾ ਆਰਟੀਕਲ 14 ਤੈਅ ਕਰਦਾ ਹੈ ਕਾਨੂੰਨ ਦੇ ਸਾਹਮਣੇ ਸਮਾਨਤਾ, ਛੂਆਛਾਤ ਦਾ ਖਾਤਮਾ, ਸਿਰਲੇਖ ਦਾ ਖਾਤਮਾ, ਉਪਾਧੀਆਂ ਦਾ ਖਾਤਮਾ, ਜ਼ਿੰਦਗੀ ਦੀ ਰੱਖਿਆ। ਤਾਂ ਹੁਣ ਦੇਖੋ ਜਿਹੜਾ ਛੂਆਛੂਤ ਦਾ ਖਾਤਮਾ ਹੈ ਇਹਦਾ ਵਰਣਨ ਕੀਤਾ ਗਿਆ ਆਰਟੀਕਲ ਨੰਬਰ 17 ਦੇ ਵਿੱਚ, ਜ਼ਿੰਦਗੀ ਦੀ ਰੱਖਿਆ ਆਰਟੀਕਲ ਨੰਬਰ 21 ਦੇ ਵਿੱਚ ਦਾ ਵਰਣਨ ਕੀਤਾ ਗਿਆ, ਉਪਾਧੀਆਂ ਦਾ ਖਾਤਮਾ ਆਰਟੀਕਲ 18 'ਚ ਕੀਤਾ ਗਿਆ। ਤਾਂ ਇੱਕ ਬਚ ਗਿਆ ਸਾਡਾ ਇਹ ਆਪਸ਼ਨ, ਤੇ ਇਹ ਆਪਸ਼ਨ ਦੇ ਵਿੱਚ ਆਰਟੀਕਲ ਨੰਬਰ 14 ਦੇ ਤਹਿਤ
ਸਾਡਾ ਸੰਵਿਧਾਨ ਸਾਨੂੰ ਕਾਨੂੰਨ ਦੇ ਸਾਹਮਣੇ ਸਮਾਨਤਾ ਪ੍ਰਦਾਨ ਕਰਦਾ ਹੈ। ਮੈਂ ਇੱਕ ਕਲਾਸ ਲਾਈ ਹੈ, ਉਹਦੇ ਵਿੱਚ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਜਿਹੜੇ ਸਾਡੇ ਮੌਲਿਕ ਅਧਿਕਾਰ ਨੇ ਉਹ ਮੈਂ ਕਰਵਾਇਆ ਹੋਇਆ, ਤਾਂ ਤੁਸੀਂ ਮੌਲਿਕ ਅਧਿਕਾਰਾਂ ਦੀ ਜਿਹੜੀ ਕਲਾਸ ਹੈ ਜਾ ਕੇ ਤੁਸੀਂ ਉੱਥੇ ਦੇਖ ਸਕਦੇ ਹੋ। 6 ਨੰਬਰ ਕੁਐਸਚਨ, ਸੰਵਿਧਾਨ ਦੀ ਪੇਸ਼ਕਾਰੀ ਵਿੱਚ ਧਰਮ ਨਿਰਪੱਖ ਸ਼ਬਦ ਕਦੋਂ ਪਾਇਆ ਗਿਆ ਸੀ? ਦੇਖੋ, ਜਿਹੜਾ ਧਰਮ ਨਿਰਪੱਖਤਾ ਸ਼ਬਦ ਹੈ ਇਹ ਸਾਡੇ ਮੂਲ ਸੰਵਿਧਾਨ ਦੇ ਵਿੱਚ ਨਹੀਂ ਸੀ ਪਹਿਲਾਂ, ਇਹਨੂੰ ਬਾਅਦ ਦੇ ਵਿੱਚ ਸ਼ਾਮਲ ਕੀਤਾ ਗਿਆ ਹੈਗਾ। ਤਾਂ ਸ਼ਾਮਲ ਕੀਤਾ ਗਿਆ ਸੀ 42 ਅਮੈਂਡਮੈਂਟ, 42ਵੀਂ ਜਿਹੜੀ ਸ਼ੋਧ ਹੋਈ ਹੈ ਇਹ 1976 ਦੇ ਵਿੱਚ ਹੋਈ ਸੀਗੀ। ਤਾਂ ਇਹਦੇ ਤਹਿਤ ਇਹਨੂੰ ਸਾਡੇ ਸੰਵਿਧਾਨ ਦੇ ਵਿੱਚ 3 ਸ਼ਬਦ ਜਿਹੜੇ ਸੀਗੇ ਮਤਲਬ ਪਾਏ ਗਏ ਸੀਗੇ, ਸਾਡੇ ਪ੍ਰੈਂਬਲ ਦੇ ਵਿੱਚ 3 ਸ਼ਬਦ ਜਿਹੜੇ ਪਾਏ ਗਏ ਸੀਗੇ। ਤਾਂ ਇਹ ਸੀਗਾ ਧਰਮ ਨਿਰਪੱਖਤਾ, ਸਮਾਜਵਾਦੀ ਤੇ ਇੱਕ ਅਖੰਡਤਾ ਸ਼ਬਦ। ਤਾਂ ਇਹਦਾ ਆਨਸਰ ਆਊਗਾ ਜੀ ਸੀ ਆਨਸਰ 1976 ਦਾ। ਕਾਫੀ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਕੁਐਸਚਨ ਇਹ, ਭਾਰਤੀ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਕੌਣ ਸੀ? ਡਰਾਫਟਿੰਗ ਕਮੇਟੀ, 2 ਡਰਾਫਟਿੰਗ ਕਮੇਟੀਆਂ ਸੀਗੀਆਂ। ਸਟਾਰਟਿੰਗ ਦੀ ਡਰਾਫਟਿੰਗ ਕਮੇਟੀ ਸੀ BN ਰਾਓ ਦੁਆਰਾ ਬਣੀ ਸੀ ਕਮੇਟੀ, ਪਰ ਉਹਦੀ ਇੰਨੀ ਇੰਪੋਰਟੈਂਸ ਨਹੀਂ ਸੀਗੀ। ਪਰ ਜਿਹੜੀ ਮੇਨ ਕਮੇਟੀ ਬਣੀ ਸੀ ਇਹ 19 ਅਗਸਤ 1947 ਨੂੰ ਕਮੇਟੀ ਬਣਾਈ ਗਈ ਸੀ। 7 ਮੈਂਬਰੀ ਕਮੇਟੀ ਸੀ ਇਹ। ਤਾਂ ਇਹਦੇ ਪ੍ਰਧਾਨ ਸੀ GB ਪੰਤ, ਸ਼ਿਆਮਾ ਪ੍ਰਸਾਦ ਮੁਖਰਜੀ, ਡਾਕਟਰ BR ਅੰਬੇਦਕਰ ਜਾਂ ਫਿਰ ਸਰਦਾਰ ਵੱਲਭ ਭਾਈ ਪਟੇਲ। ਤਾਂ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸੀਗੇ ਡਾਕਟਰ BR ਅੰਬੇਦਕਰ। ਸੰਵਿਧਾਨ ਦਾ ਇਹਨਾਂ ਨੇ ਨਿਰਮਾਣ ਕੀਤਾ ਹੈਗਾ, ਡਰਾਫਟ ਤਿਆਰ ਕੀਤਾ ਸੀਗਾ, ਸਟਰਕਚਰ ਤਿਆਰ ਕੀਤਾ ਸੀਗਾ। ਖਰੜਾ ਕਮੇਟੀ, ਮਸੌਦਾ ਕਮੇਟੀ ਵੀ ਕਈ ਨਾਮ ਨੇ ਇਹਦੇ, ਤੇ ਉਸ ਕਰਕੇ ਇਹਨੂੰ ਅਸੀਂ ਕਾਫੀ ਇੰਪੋਰਟੈਂਟ ਕਮੇਟੀ ਮੰਨਦੇ ਹਾਂ, ਤੇ ਇਸ ਕਰਕੇ ਡਾਕਟਰ BR ਅੰਬੇਦਕਰ ਨੂੰ ਸਾਡੇ ਸੰਵਿਧਾਨ ਦਾ ਫਾਦਰ ਮੰਨਿਆ ਜਾਂਦਾ ਹੈਗਾ। 8 ਨੰਬਰ ਕੁਐਸਚਨ ਦੇਖਦੇ ਹਾਂ, ਭਾਰਤੀ ਸੰਵਿਧਾਨ ਦੇ ਆਰਟੀਕਲ 5 ਤੋਂ ਲੈ ਕੇ 11 ਦੇ ਹੇਠਾਂ ਤੈਅ ਕਰਦੇ ਹਨ, ਮਤਲਬ 5 ਤੋਂ ਲੈ ਕੇ 11 ਆਰਟੀਕਲ ਦੇ ਵਿੱਚ ਕੀ ਮੈਂਸ਼ਨ ਕੀਤਾ ਗਿਆ ਹੈਗਾ? ਨਾਗਰਿਕਤਾ, ਸਿੱਖਿਆ ਦਾ ਅਧਿਕਾਰ, ਜਾਇਦਾਦ ਦਾ ਅਧਿਕਾਰ, ਇਹਨਾਂ ਵਿੱਚੋਂ ਕੋਈ ਨਹੀਂ ਹੈ। ਹੁਣ ਜਿਹੜਾ ਸਿੱਖਿਆ ਦਾ ਅਧਿਕਾਰ ਹੈ ਤਾਂ ਆਰਟੀਕਲ ਨੰਬਰ 21A ਦੇ ਵਿੱਚ ਹੈ, ਸਾਨੂੰ ਪਤਾ ਹੈ। ਜਾਇਦਾਦ ਦਾ ਅਧਿਕਾਰ ਜਿਹੜਾ ਆਰਟੀਕਲ ਨੰਬਰ 300A ਦੇ ਵਿੱਚ ਹੈ। ਹੁਣ ਕਾਨੂੰਨੀ ਅਧਿਕਾਰ ਹੈ ਇਹ ਮੌਲਿਕ ਅਧਿਕਾਰ ਸਾਡਾ ਨਹੀਂ ਹੈਗਾ, ਹਨਾ। ਤਾਂ ਇਹਦੇ ਵਿੱਚ ਮੈਂਸ਼ਨ ਕੀ ਕੀਤਾ ਗਿਆ ਜੀ? ਇਹਦੇ ਵਿੱਚ ਨਾਗਰਿਕਤਾ ਦਾ ਮੈਂਸ਼ਨ ਕੀਤਾ ਗਿਆ ਹੈਗਾ। ਅਸੀਂ ਕਿਸ ਆਧਾਰ ਤੇ ਨਾਗਰਿਕਤਾ ਲੈ ਸਕਦੇ ਹਾਂ, ਜਾਂ ਅਸੀਂ ਭਾਰਤ ਦੇ ਨਾਗਰਿਕ ਕਿਸ ਆਧਾਰ ਤੇ ਬਣ ਸਕਦੇ ਹਾਂ? ਤਾਂ ਸਾਨੂੰ ਪਤਾ ਹੈ ਵੀ ਅਸੀਂ 5 ਆਧਾਰ ਤੇ ਬਣ ਸਕਦੇ ਹਾਂ। ਅਸੀਂ ਜਨਮ ਦੇ ਆਧਾਰ ਤੇ, ਅਸੀਂ ਵੰਸ਼ ਦੇ ਆਧਾਰ ਤੇ, ਅਸੀਂ ਖੇਤਰ ਮਿਲਾਉਣ ਦੇ ਨਾਲ ਬਣ ਸਕਦੇ ਹਾਂ, ਅਸੀਂ ਸਿਟੀਜ਼ਨਸ਼ਿਪ ਭਾਰਤ ਦੀ ਰਜਿਸਟ੍ਰੇਸ਼ਨ ਦੁਆਰਾ ਵੀ ਲੈ ਸਕਦੇ ਹਾਂਗੇ, ਠੀਕ ਹੈ ਨਾ। ਅਸੀਂ ਨੈਚੁਰਲ ਤਰੀਕੇ ਨਾਲ ਵੀ ਭਾਰਤ ਦੇ ਨਾਗਰਿਕ ਬਣ ਸਕਦੇ ਹਾਂ। ਤਾਂ 5 ਤਰੀਕੇ ਨੇਗੇ, ਉਹ ਆਰਟੀਕਲ ਨੰਬਰ 5 ਤੋਂ ਲੈ ਕੇ 12 ਦੇ ਵਿੱਚ ਇਹਦਾ ਵਰਣਨ ਕੀਤਾ ਗਿਆ ਹੈਗਾ। ਸਾਡੀ ਨਾਗਰਿਕਤਾ ਨੂੰ ਕੌਣ ਖਤਮ ਕਰ ਸਕਦਾ, ਸਾਨੂੰ ਨਾਗਰਿਕਤਾ ਕੌਣ ਪ੍ਰਦਾਨ ਕਰਦਾ ਹੈਗਾ, ਤੇ ਇਹਦੇ ਵਿੱਚ ਇਹਦਾ ਮੈਂਸ਼ਨ ਕੀਤਾ ਗਿਆ। 9 ਨੰਬਰ ਕੁਐਸਚਨ ਦੇਖਦੇ ਹਾਂ, ਹਰਿਆਣਾ ਵਿਧਾਨ ਸਭਾ ਦੀਆਂ ਕਿੰਨੀਆਂ? ਹੁਣ ਦੇਖੋ ਆਸੇ-ਪਾਸੇ ਸਟੇਟ ਦੀਆਂ ਕਿੰਨੀਆਂ ਵਿਧਾਨ ਸਭਾਵਾਂ ਨੇ, ਸਾਨੂੰ ਇਹਦੇ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ, ਠੀਕ ਹੈ। ਕਿਉਂਕਿ ਅਗਲੇ ਵਾਰ ਜਦੋਂ ਪੇਪਰ ਪੁੱਛੂਗਾ ਤਾਂ ਹੋ ਸਕਦਾ ਵੀ ਉਹ ਪਿਛਲੇ ਸਾਨੂੰ ਉੱਤਰਾਖੰਡ ਦੀ ਕਿੰਨੀਆਂ ਨੇ, ਜਾਂ ਹਿਮਾਚਲ ਦੀ ਕਿੰਨੀਆਂ ਨੇ, ਜਾਂ ਜੰਮੂ ਕਸ਼ਮੀਰ ਦੀ ਕਿੰਨੀਆਂ ਨੇ, ਜਾਂ ਇਸ ਤਰ੍ਹਾਂ। ਤਾਂ ਸਾਨੂੰ ਘੱਟੋ ਘੱਟ ਆਸੇ-ਪਾਸੇ ਦੀ ਸਾਡੀ ਸਟੇਟਾਂ ਦੇ ਬਾਰੇ ਪਤਾ ਹੋਣਾ ਚਾਹੀਦਾ। ਜਿਵੇਂ ਹੁਣ ਦਿੱਲੀ ਨਾਲ ਲੱਗਦੀ ਹੈ, ਠੀਕ ਹੈ, ਸਾਨੂੰ ਸਭ ਤੋਂ ਵੱਡੀ ਦਾ ਪਤਾ ਹੋਵੇ, ਸਾਨੂੰ ਸਭ ਤੋਂ ਛੋਟੀ ਦਾ ਪਤਾ ਹੋਵੇ, ਹੈ ਨਾ, ਵਿਧਾਨ ਸਭਾ ਦੀ ਸੰਖਿਆ ਬਾਰੇ। ਤਾਂ ਕਿੰਨੀਆਂ ਵਿਧਾਨ ਸਭਾ ਦੀ ਸੰਖਿਆ ਹਰਿਆਣਾ ਦੇ ਵਿੱਚ? 82, 86, 88 ਜਾਂ 90। ਤੇ ਇਹਦਾ ਆਨਸਰ ਆਊਗਾ ਜੀ 90। ਇਹਦੀ ਕੁੱਲ ਗਿਣਤੀ 90। ਪੰਜਾਬ 'ਚ ਜਿਵੇਂ 117 ਹੈਗੀ, ਤਾਂ ਹਰਿਆਣਾ ਦੇ ਵਿੱਚ ਕਿੰਨੀ? ਉਹ ਕੁੱਲ 90 ਹੈ ਵਿਧਾਨ ਸਭਾ ਸੀ। ਪੰਜਾਬ ਵਿਧਾਨ ਸਭਾ ਦਾ ਸਪੀਕਰ ਕੌਣ ਹੈ? ਰਾਣਾ KP ਸਿੰਘ, ਰਾਣਾ ਗੁਰਜੀਤ ਸਿੰਘ, MS ਬਾਦਲ ਜਾਂ ਹੰਸ ਰਾਜ ਹੰਸ, ਠੀਕ ਹੈ। ਤਾਂ ਇਹਦਾ ਆਨਸਰ ਆਊਗਾ ਜੀ ਰਾਣਾ KP ਸਿੰਘ, ਜਿਹੜੇ ਸੀ ਕੰਵਰ ਪ੍ਰਤਾਪ ਸਿੰਘ ਸ਼ਾਇਦ ਨਾਮ ਇਹਨਾਂ ਦਾ ਪੂਰਾ। ਰਾਣਾ KP ਸਿੰਘ ਸਾਡੇ ਮੌਜੂਦਾ ਇਸ ਸਮੇਂ ਸਪੀਕਰ ਨੇਗੇ, ਠੀਕ ਹੈ। ਇਹ ਜਿਹੜੀ ਅੱਜ ਦੀ ਕਲਾਸ ਹੋ ਰਹੀ ਹੈਗੀ 30 ਦਸੰਬਰ ਦੀ ਜਿਹੜੀ ਅੱਜ ਦੀ ਕਲਾਸ ਹੋ ਰਹੀ ਹੈ, ਅੱਜ ਦੇ ਅਕੋਰਡਿੰਗ ਮੈਂ ਗੱਲ ਕਰ ਰਿਹਾ ਹੈਗਾ ਇਹ। ਤਾਂ ਅੱਜ ਸਾਡੇ ਵਰਤਮਾਨ ਦੇ ਵਿੱਚ 30 ਦਸੰਬਰ 2021 ਨੂੰ ਜਿਹੜੇ ਵਰਤਮਾਨ ਸਾਡੇ ਸਪੀਕਰ ਨੇਗੇ, ਤਾਂ ਉਹ ਸਾਡੇ ਹੈਗੇ ਨੇ ਰਾਣਾ KP ਸਿੰਘ। 11ਵਾਂ ਨੰਬਰ ਕੁਐਸਚਨ, ਸੰਵਿਧਾਨ ਵਿੱਚ ਬੁਨਿਆਦੀ ਫਰਜ਼ ਜਿਹੜੇ ਸਾਡੇ ਫੰਡਾਮੈਂਟਲ ਡਿਊਟੀ ਸੀਗੀਆਂ, ਇਹਨੂੰ ਸ਼ਾਮਲ ਕਰਨ ਦੀ ਸਿਫਾਰਿਸ਼ ਕਿਸ ਦੁਆਰਾ ਕੀਤੀ ਗਈ ਸੀ? ਸੱਚਰ ਕਮੇਟੀ, ਸਵਰਨ ਸਿੰਘ ਕਮੇਟੀ, ਮੰਡਲ ਕਮੇਟੀ ਜਾਂ ਜਸਟਿਸ ਵਰਮਾ ਕਮੇਟੀ। ਹੁਣ ਦੇਖੋ, ਜਿਹੜੇ ਸਾਡੇ ਫੰਡਾਮੈਂਟਲ ਡਿਊਟੀਜ਼ ਨੇਗੇ, ਫੰਡਾਮੈਂਟਲ ਡਿਊਟੀਜ਼ ਨੂੰ ਅਸੀਂ ਆਪਣੇ ਸੰਵਿਧਾਨ ਦੇ ਵਿੱਚ ਜਿਹੜਾ ਸ਼ਾਮਲ ਕੀਤਾ ਸੀ, ਤਾਂ ਸ਼ਾਮਲ ਕੀਤਾ ਸੀ 42 ਅਮੈਂਡਮੈਂਟ। ਜਿਹੜੀ 42 ਅਮੈਂਡਮੈਂਟ ਹੈ ਨਾ, ਇਹਦਾ ਬਹੁਤ ਵਾਰੀ ਜ਼ਿਕਰ ਆਉਂਦਾ ਸਾਡੇ ਸੰਵਿਧਾਨ ਦੇ ਵਿੱਚ, ਕਾਫੀ ਇੰਪੋਰਟੈਂਟ ਹੈ ਇਹ। ਸੰਵਿਧਾਨ ਦੇ ਵਿੱਚ ਜਿਹੜੀ ਅਮੈਂਡਮੈਂਟ ਕੀਤੀ ਗਈ ਸੀ ਤਾਂ 1976 'ਚ ਕੀਤੀ ਗਈ ਸੀ। ਉਸ ਟਾਈਮ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ ਭਾਰਤ ਦੇ ਵਿੱਚ, ਤੇ ਇਹਦੇ ਵਿੱਚ ਕਾਫੀ ਸਾਰੀਆਂ ਸ਼ੋਧਾਂ ਕੀਤੀਆਂ ਗਈਆਂ ਸੀ। ਇਸ ਕਰਕੇ ਇਸ ਸ਼ੋਧ ਨੂੰ ਭਾਰਤੀ ਸੰਵਿਧਾਨ ਦੇ ਵਿੱਚ ਮਿੰਨੀ ਸੰਵਿਧਾਨ, ਮਤਲਬ ਇੰਡੀਅਨ ਪੋਲਿਟੀ ਦੇ ਵਿੱਚ ਇਹਨੂੰ ਮਿੰਨੀ ਸੰਵਿਧਾਨ ਜਾਂ ਲਘੂ ਸੰਵਿਧਾਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਕਿਉਂਕਿ ਸ਼ੋਧਾਂ ਬਹੁਤ ਕਰਤੀਆਂ ਸੀਗੀਆਂ, ਤਾਂ ਉਹਦੇ ਨਾਲ ਇੱਕ ਛੋਟਾ ਜਿਹਾ ਸੰਵਿਧਾਨ ਵੀ ਬਣਾਇਆ ਜਾ ਸਕਦਾ ਸੀਗਾ। ਇਸ ਕਰਕੇ ਇਹਨੂੰ ਮਿੰਨੀ ਸੰਵਿਧਾਨ ਵੀ ਕਿਹਾ ਜਾਂਦਾ। ਤਾਂ ਫੰਡਾਮੈਂਟਲ ਡਿਊਟੀਜ਼ ਜਿਹੜੇ ਸ਼ਾਮਲ ਕੀਤੇ ਗਏ ਸੀਗੇ, ਤਾਂ ਸ਼ਾਮਲ ਕੀਤੇ ਗਏ ਸੀ ਸਵਰਨ ਸਿੰਘ ਕਮੇਟੀ ਦੀ ਸਿਫਾਰਿਸ਼ ਦੇ ਉੱਪਰ। ਪਹਿਲਾਂ 10 ਸ਼ਾਮਲ ਕੀਤੇ ਗਏ ਸੀ, ਹੁਣ ਸਾਡੇ 11 ਨੇ। ਆਰਟੀਕਲ ਨੰਬਰ 51A ਦੇ ਤਹਿਤ ਹੈ, ਤੇ ਸਾਡੇ ਸੰਵਿਧਾਨ ਦੇ ਵਿੱਚ ਇੱਕ ਨਵਾਂ ਭਾਗ ਬਣਾਇਆ ਗਿਆ ਸੀ, ਭਾਗ ਨੰਬਰ 4A। ਤੇ ਯਾਦ ਰੱਖਿਓ ਜੀ ਇਹ।
12 ਨੰਬਰ ਕੁਐਸਚਨ, ਹੂ ਵਾज ਦ ਨੋਟ ਵਾइस ਪ੍ਰੈਜ਼ੀਡੈਂਟ, मतलब ਭਾਰਤ ਦਾ ਕੌਣ ਭਾਰਤ ਦਾ ਉਪ ਰਾਸ਼ਟਰਪਤੀ ਨਹੀਂ ਸੀ। ਹੁਣ ਸਾਨੂੰ ਸਾਰੇ ਦੇ ਸਾਰੇ ਉਪ ਰਾਸ਼ਟਰਪਤੀ ਬਾਰੇ ਪਤਾ ਹੋਣਾ ਚਾਹੀਦਾ ਹੈ ਵੀ ਭਾਰਤ ਦਾ ਉਪ ਰਾਸ਼ਟਰਪਤੀ ਕਿਹੜਾ ਨਹੀਂ ਸੀ, ਕਿਹੜਾ ਹੈ। ਠੀਕ ਹੈ, ਜਦੋਂ ਤੁਹਾਨੂੰ ਇਹ ਪਤਾ ਹੈ ਵੀ ਭਾਰਤ ਦੇ ਉਪ ਰਾਸ਼ਟਰਪਤੀ ਕਿਹੜੇ ਕਿਹੜੇ ਹੋਏ ਨੇਗੇ, ਤਾਂ ਫਿਰ ਤੁਹਾਨੂੰ ਜੇ ਕੋਈ ਕੁਛ ਨਹੀਂ ਪੁੱਛੂਗਾ ਤਾਂ ਫਿਰ ਆਟੋਮੈਟਿਕ ਤੁਹਾਨੂੰ ਪਤਾ ਲੱਗ ਜੂਗਾ। ਨਾਨਾ ਜੀ ਦੇਸ਼ਮੁਖ, ਕ੍ਰਿਸ਼ਨ ਕਾਂਤ, BD ਜੱਤੀ, ਜੱਟੀ ਨਹੀਂ ਜੱਤੀ ਇਹ, BS ਸ਼ੇਖਾਵਤ, ਭੈਰੋ ਸਿੰਘ ਸ਼ੇਖਾਵਤ ਇਹਨਾਂ ਦਾ ਨਾਮ ਸੀ ਪੂਰਾ। ਤਾਂ ਸਾਨੂੰ ਪਤਾ ਜੀ ਇਹਦੇ ਵਿੱਚੋਂ ਨਾਨਾ ਜੀ ਜਿਹੜੇ ਦੇਸ਼ਮੁਖ ਸੀਗੇ ਇਹ ਭਾਰਤ ਦੇ ਉਪ ਰਾਸ਼ਟਰਪਤੀ ਨਹੀਂ ਰਹੇ ਹੈਗੇ। ਠੀਕ ਹੈ, ਭਾਵੇਂ ਇਹਨਾਂ ਨੂੰ ਲੇਟੈਸਟ ਪਿੱਛੇ ਜੇ ਇਹਨਾਂ ਨੂੰ ਭਾਰਤ ਰਤਨ ਮਿਲਿਆ ਸੀਗਾ। ਠੀਕ ਹੈ, ਇਹ ਸੰਘ ਦੇ ਨਾਲ ਬਿਲੋਂਗ ਕਰਦੇ ਨੇ, RSS ਦੇ ਨਾਲ ਬਿਲੋਂਗ ਕਰਦੇ ਨੇ ਇਹ। 13 ਨੰਬਰ ਕੁਐਸਚਨ ਹੈ, ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਛੂਆ-ਛਾਤ ਦੇ ਖਾਤਮੇ ਦੇ ਨਾਲ ਸੰਬੰਧਿਤ ਹੈ। ਛੂਆ-ਛਾਤ ਦਾ ਖਾਤਮਾ ਕਰਦਾ, ਅਨਟੱਚੇਬਿਲਿਟੀ ਨੂੰ ਖਤਮ ਕਰਦਾ। ਠੀਕ ਹੈ, ਐਬੋਲਿਸ਼ਨ ਆਫ ਅਨਟੱਚੇਬਿਲਿਟੀ। ਤਾਂ ਆਰਟੀਕਲ ਨੰਬਰ 14, ਆਰਟੀਕਲ ਨੰਬਰ 14 ਕੀ ਕਹਿੰਦਾ ਹੈ, ਕਾਨੂੰਨ ਦੇ ਸਾਹਮਣੇ ਸਾਨੂੰ ਸਮਾਨਤਾ ਦਿੰਦਾ ਹੈ। 15 ਆਰਟੀਕਲ ਕੀ ਕਹਿੰਦਾ ਹੈ, ਅਸੀਂ ਲਿੰਗ, ਜਾਤੀ, ਧਰਮ, ਨਸਲ, ਜਨਮ ਸਥਾਨ ਦੇ ਆਧਾਰ ਤੇ ਕਿਸੇ ਨਾਲ ਭੇਦਭਾਵ ਨਹੀਂ ਕਰ ਸਕਦੇ। ਆਰਟੀਕਲ 16 ਕੀ ਕਹਿੰਦਾ ਹੈ, 16 ਆਰਟੀਕਲ ਸਾਨੂੰ ਅਫਸਰ ਦੀ ਸਮਾਨਤਾ ਦਿੰਦਾ ਹੈ। ਠੀਕ ਹੈ, ਤਾਂ ਕਮੈਂਟ ਕਰਕੇ ਦੱਸੋ ਵੀ ਇਹ ਆਰਟੀਕਲ ਨੰਬਰ ਜਿਹੜਾ ਹੈਗਾ ਕਿੰਨੇ ਦੇ ਤਹਿਤ ਛੂਆ-ਛਾਤ ਨੂੰ ਖਤਮ ਕੀਤਾ ਗਿਆ। ਤਾਂ ਅਫਸਰ ਦੀ ਸਮਾਨਤਾ ਦਿੰਦਾ, ਤਾਂ ਇੱਕੋ ਹੀ ਬਚ ਗਿਆ ਫਿਰ, ਹੈ ਨਾ। ਕਿਹੜਾ ਬਚ ਗਿਆ ਜੀ, ਆਰਟੀਕਲ ਨੰਬਰ 17 ਬਚ ਗਿਆ ਸਾਡਾ। ਤਾਂ ਆਰਟੀਕਲ ਨੰਬਰ 17 ਦੇ ਤਹਿਤ ਛੂਆ-ਛਾਤ ਨੂੰ ਖਤਮ ਕੀਤਾ ਗਿਆ। 14 ਨੰਬਰ ਕੁਐਸਚਨ ਦੇਖਦੇ ਹਾਂ, ਇੰਟਰਨੈਸ਼ਨਲ ਪੋਲਿਟੀ ਦੇ ਵਿੱਚ ਕੁਐਸਚਨ ਪਾਇਆ ਗਿਆ ਹੈਗਾ WHO। ਮਤਲਬ ਇਹ ਕੁਐਸਚਨ ਤੁਸੀਂ ਆਪਣਾ ਸਿਲੇਬਸ ਦੇਖ ਲਓ ਇੱਕ ਵਾਰ, ਮੈਂ ਤੁਹਾਨੂੰ ਚਲੋ ਦਿਖਾ ਵੀ ਦੂੰਗਾ, ਦੱਸ ਵੀ ਦੂੰਗਾ ਸਿਲੇਬਸ ਕੀ ਹੈ ਤੁਹਾਡੇ ਮਾਸਟਰ ਕੇਡਰ ਦਾ। ਉਹਦੇ 'ਚ ਕਾਫੀ ਹੱਦ ਤੱਕ ਜਿਹੜਾ ਸਿਲੇਬਸ ਹੈ ਲੈਕਚਰਾਰ ਦੇ ਨਾਲ ਮਿਲਦਾ ਜੁਲਦਾ, ਖਾਸ ਕਰਕੇ ਇੰਡੀਅਨ ਕਨਸਟੀਟਿਊਸ਼ਨ ਦਾ ਜਿਹੜਾ ਸਿਲੇਬਸ ਹੈ ਉਹ ਤਾਂ ਲਗਭਗ ਸੇਮ ਹੀ ਹੈ ਸਾਰਾ। ਤਾਂ ਇਹਦੇ ਵਿੱਚ UNO ਦਾ ਪੋਰਸ਼ਨ ਹੈ, ਸਾਨੂੰ UNO ਦੇ ਪੋਰਸ਼ਨ ਦੇ ਤਹਿਤ ਹੀ ਕੁਐਸਚਨ ਪੁੱਛਿਆ ਗਿਆ ਇਹ। WHO ਵਰਲਡ ਹੈਲਥ ਆਰਗੇਨਾਈਜੇਸ਼ਨ ਕਾਫੀ ਚਰਚਾ ਦੇ ਵਿੱਚ ਸੀਗੀ ਇਹ, ਕਾਰਨ ਕੀ ਸੀ, ਕੋਵਿਡ-19 ਦੇ ਦੌਰਾਨ ਇਹਨੇ ਕਾਫੀ ਕੰਮ ਕੀਤਾ ਹੈਗਾ WHO ਨੇ। ਤਾਂ ਇਹਦਾ ਹੁਣ ਤੁਹਾਨੂੰ ਅਗਲੀ ਵਾਰ ਹੋ ਸਕਦਾ ਵੀ ਇਹਦਾ ਹੈਡ ਪੁੱਛ ਲਿਆ ਜਾਵੇ। ਠੀਕ ਹੈ ਨਾ, ਜਾਂ ਇਹਦੇ ਨਾਲ ਕੋਈ ਜੁੜੀ ਹੋਈ ਸੰਸਥਾ ਹੋਰ ਪੁੱਛ ਲਈ ਜਾਵੇ, UNO ਦੇ ਨਾਲ ਜੁੜੀ ਹੋਈ ਸੰਸਥਾ। ਤਾਂ ਕਾਫੀ ਵਾਰੀ ਕੁਐਸਚਨ ਪੁੱਛੇ ਗਏ ਨੇ ਤੇ। ਤਾਂ ਇਹਦਾ ਦਫ਼ਤਰ ਕਿੱਥੇ ਹੈ, ਰੋਮ ਦੇ ਵਿੱਚ ਹੈ, ਜਨੇਵਾ 'ਚ ਹੈ, ਪੈਰਿਸ ਦੇ ਵਿੱਚ ਹੈ, ਜਾਂ ਫਿਰ ਨਿਊਯਾਰਕ ਦੇ ਵਿੱਚ ਹੈ। ਹੁਣ ਦੇਖੋ WHO ਦਾ ਪੁੱਛੂਗਾ ਤਾਂ ਇਹਦਾ ਦਫ਼ਤਰ ਕਿੱਥੇ, ਜਨੇਵਾ ਦੇ ਵਿੱਚ ਹੈ। ਤੇ ਜੇ ਤੁਹਾਨੂੰ UNO ਦਾ ਪੁੱਛੂਗਾ ਤਾਂ UNO ਦਾ ਦਫ਼ਤਰ ਜਿਹੜਾ ਉਹ ਨਿਊਯਾਰਕ ਦੇ ਵਿੱਚ ਹੈ। ਠੀਕ ਹੈ, ਤਾਂ ਇਹਦਾ ਆਨਸਰ ਆਊਗਾ ਜੀ ਜਨੇਵਾ। 15 ਨੰਬਰ ਕੁਐਸਚਨ ਦੇਖਦੇ ਹਾਂ, UNO ਕਦੋਂ ਹੋਂਦ ਦੇ ਵਿੱਚ ਆਇਆ ਸੀ। ਹੁਣ UNO ਜਿਹੜਾ ਆਇਆ ਸੀਗਾ ਇਹ ਆਇਆ ਸੀ ਸੈਕਿੰਡ ਵਰਲਡ ਵਾਰ ਤੋਂ ਬਾਅਦ। ਵਰਲਡ ਵਾਰ ਜਿਹੜੀ 2 ਹੈਗੀ ਇਹ ਤੋਂ ਬਾਅਦ ਹੋਂਦ ਦੇ ਵਿੱਚ ਆਇਆ ਸੀ ਇਹ। ਤੇ ਵਰਲਡ ਵਾਰ ਸੈਕਿੰਡ ਜਦੋਂ ਹੋਈ ਸੀਗੀ ਤਾਂ ਉਸ ਟਾਈਮ ਇੱਕ ਬਣਿਆ ਸੀਗਾ ਰਾਸ਼ਟਰ ਸੰਘ। ਰਾਸ਼ਟਰ ਸੰਘ ਬਣਿਆ ਸੀਗਾ, ਵੁਡਰੋ ਵਿਲਸਨ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਸੀ ਉਹਨਾਂ ਦੇ ਯਤਨਾਂ ਦੁਆਰਾ, ਪਰ ਉਹ ਕਾਮਯਾਬ ਇੰਨਾ ਨਹੀਂ ਹੋ ਸਕਿਆ ਸੀਗਾ। ਸੈਕਿੰਡ ਵਰਲਡ ਵਾਰ ਹੁੰਦੀ ਹੈ, ਸੈਕਿੰਡ ਵਰਲਡ ਵਾਰ ਤੋਂ ਬਾਅਦ ਬਹੁਤ ਸਾਰੇ ਜਿਹੜੇ ਵਰਲਡ ਲੀਡਰ ਸੀਗੇ ਉਹ ਸਾਰੇ ਇਕੱਠੇ ਹੋਏ ਤੇ ਉਹਨਾਂ ਨੇ ਫਿਰ ਸੋਚਿਆ ਵੀ ਕਿਤੇ ਤੀਸਰੀ ਵਰਲਡ ਵਾਰ ਨਾ ਲੱਗ ਜਾਏ ਕਿਤੇ, ਤਾਂ ਜਿਹਦੇ ਨਾਲ ਫਿਰ ਮਨੁੱਖਤਾ ਨੂੰ ਬਹੁਤ ਵੱਡਾ ਖਤਰਾ ਉਤਪੰਨ ਹੋ ਸਕਦਾ ਹੈ। ਤਾਂ ਉਹਨਾਂ ਨੇ ਇੱਕ UNO ਹੋਂਦ ਦੇ ਵਿੱਚ ਲਿਆਂਦਾ। ਤਾਂ ਕਦੋਂ ਹੋਂਦ ਦੇ ਵਿੱਚ ਆਇਆ ਸੀ, 24 ਅਕਤੂਬਰ 1945, 24 ਨਵੰਬਰ 1945, 26 ਅਕਤੂਬਰ 1945 ਜਾਂ ਫਿਰ 25 ਨਵੰਬਰ 1945। ਦੇਖੋ 45 ਸਾਰੀ ਡੇਟਸ ਤਾਂ ਪ੍ਰੋਪਰ ਸਾਨੂੰ ਪਤਾ ਹੋਣਾ ਚਾਹੀਦਾ। ਤਾਂ ਇਹਦਾ ਆਨਸਰ ਆਊਗਾ ਜੀ 24 ਅਕਤੂਬਰ 1945। 16 ਨੰਬਰ ਕੁਐਸਚਨ, ਹੈੱਡ ਆਫਿਸ ਯੂਨੈਸਕੋ ਦਾ, ਇਹ ਰਿਪੀਟ ਕੁਐਸਚਨ ਹੋਇਆਗਾ। ਯੂਨੈਸਕੋ ਦਾ ਜਿਹੜਾ ਮੁੱਖ ਦਫ਼ਤਰ ਉਹ ਕਿੱਥੇ ਹੈ, ਰੋਮ ਦੇ ਵਿੱਚ ਹੈ, ਲੰਡਨ ਦੇ ਵਿੱਚ ਹੈ, ਪੈਰਿਸ ਦੇ ਵਿੱਚ ਹੈ, ਜਾਂ ਫਿਰ ਜ਼ੂਰਿਚ ਦੇ ਵਿੱਚ ਹੈ। ਠੀਕ ਹੈ, ਤਾਂ ਇਹ ਦੇਖੋ UNO ਦੇ ਨਾਲ ਕੁਐਸਚਨ ਪੁੱਛੇ ਜਾਂਦੇ ਨੇ ਤੇ UNO ਦੀ ਸੰਸਥਾਵਾਂ ਦੇ ਨਾਲ ਵੀ ਕੁਐਸਚਨ ਪੁੱਛੇ ਜਾਂਦੇ ਨੇ ਜੁੜੇ ਹੋਏ। ਤਾਂ ਯੂਨੈਸਕੋ ਦਾ ਜਿਹੜਾ ਹੈੱਡਕੁਆਟਰ ਹੈਗਾ ਯੂਨਾਈਟਿਡ ਨੇਸ਼ਨ ਐਜੂਕੇਸ਼ਨਲ ਐਂਡ ਸਾਇੰਟਿਫਿਕ ਕਲਚਰਲ ਆਰਗੇਨਾਈਜੇਸ਼ਨ, ਇਹਦੀ ਫੁੱਲ ਫਾਰਮ ਹੈ ਯੂਨਾਈਟਿਡ ਨੇਸ਼ਨ ਐਜੂਕੇਸ਼ਨਲ ਸਾਇੰਟਿਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ। ਇਹਦਾ ਹੈੱਡਕੁਆਟਰ ਹੈਗਾ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ, ਫੈਸ਼ਨ ਦੀ ਨਗਰੀ ਇਹਨੂੰ ਕਿਹਾ ਜਾਂਦਾ ਹੈ। 17 ਨੰਬਰ ਆਰਟੀਕਲ ਦੇਖਦੇ ਹਾਂ, ਕਿਸ ਕੋਲ UNO ਦੀ ਸੁਰੱਖਿਆ ਪਰਿਸ਼ਦ ਵਿੱਚ ਵੀਟੋ ਪਾਵਰ ਨਹੀਂ ਹੈ। ਹੁਣ ਜਿਹੜੀ UNO ਹੈ ਸਾਡਾ, UNO ਦੇ ਵਿੱਚ ਇੱਕ ਸਿਕਿਉਰਿਟੀ ਕਾਉਂਸਲ ਹੈ, ਸੁਰੱਖਿਆ ਪਰਿਸ਼ਦ ਹੈ। ਤਾਂ ਉਹਦੇ ਵਿੱਚ ਟੋਟਲ ਮੈਂਬਰ ਜਿਹੜੇ ਹੈਗੇ ਨੇ ਉਹ ਹੈਗੇ ਨੇ 15 ਮੈਂਬਰ। 15 ਮੈਂਬਰਾਂ ਦੇ ਵਿੱਚੋਂ ਜਿਹੜੇ 10 ਮੈਂਬਰ ਨੇ ਉਹ ਤਾਂ ਹੈਗੇ ਨੇ ਟੈਂਪਰੇਰੀ ਮੈਂਬਰ, ਅਸਥਾਈ ਨੇ, ਤੇ 5 ਮੈਂਬਰ ਹੈਗੇ ਨੇ ਪਰਮਾਨੈਂਟ ਮੈਂਬਰ। ਇਹਦੇ ਇੱਧਰ 1945 ਤੋਂ ਲਗਾਤਾਰ ਮੈਂਬਰ ਇਹ ਬਣੇ ਆ ਰਹੇ ਨੇ। ਤੇ ਇਹਨਾਂ ਕੋਲ ਵੀਟੋ ਪਾਵਰ ਵੀ ਹੁੰਦੀ ਹੈ। ਵੀਟੋ ਪਾਵਰ ਮਤਲਬ ਕਿਸੇ ਨੂੰ ਰੋਕਣ ਦੀ ਸ਼ਕਤੀ। ਤਾਂ ਵੀਟੋ ਪਾਵਰ ਇਹ 5 ਦੇਸ਼ਾਂ ਕੋਲੇ ਹੈ। ਕਿਹੜੇ ਕਿਹੜੇ ਦੇਸ਼ਾਂ ਕੋਲੇ ਹੈ, USA ਕੋਲੇ ਹੈ, ਇਹ ਰੂਸ ਕੋਲੇ ਹੈ, ਇਹ ਫਰਾਂਸ ਕੋਲੇ ਹੈ, ਇੰਗਲੈਂਡ ਕੋਲੇ ਵੀ ਹੈਗੀ ਇਹ। ਤੇ 1971 ਦੇ ਵਿੱਚ, ਵੈਸੇ ਤਾਂ ਚਲੋ ਚੀਨ ਕੋਲ ਪਹਿਲਾਂ ਤੋਂ ਸੀਗੀ ਪਰ ਉਹ ਚੀਨ ਅਲੱਗ ਚੀਨ ਸੀ ਇੱਕ, ਚੀਨ ਕੋਲੇ ਹੈ। ਤਾਂ 5 ਦੇਸ਼ ਨੇ, USA ਹੈ, ਰਸ਼ੀਆ ਹੈ, ਫਰਾਂਸ ਹੈ, ਇੰਗਲੈਂਡ ਹੈ ਤੇ ਚਾਈਨਾ ਹੈ। ਤਾਂ ਹੁਣ ਦੇਖੋ ਵੀਟੋ ਪਾਵਰ ਇਹਨਾਂ ਵਿੱਚੋਂ ਕਿਹਦੇ ਕੋਲ ਨਹੀਂ ਹੈ। USA ਕੋਲ ਹੈਗੀ ਹੈ, ਚੀਨ ਕੋਲ ਵੀ ਹੈਗੀ ਹੈ, UK ਕੋਲ ਵੀ ਹੈਗੀ ਹੈ। UK ਮਤਲਬ ਇੰਗਲੈਂਡ, ਯੂਨਾਈਟਿਡ ਕਿੰਗਡਮ,
ਤੇ ਜਾਪਾਨ ਕੋਲ ਇੱਥੇ ਹੈ ਨਹੀਂ ਗੀ, ਤਾਂ ਇਹਦਾ ਆਨਸਰ ਆਊਗਾ ਜਾਪਾਨ। 2-3 ਵਾਰ ਕੁਐਸਚਨ ਰਿਪੀਟ ਹੋ ਚੁੱਕਿਆ ਮਾਸਟਰ ਕੇਡਰ ਦੇ ਵਿੱਚ, ਤਾਂ ਇਹਦੇ ਬਾਰੇ ਤਾਂ ਕੁਐਸਚਨ ਪੱਕਾ ਪੁੱਛਿਆ ਜਾਂਦਾ ਹੁੰਦਾ। 18 ਨੰਬਰ ਕੁਐਸਚਨ ਦੇਖਦੇ ਹਾਂ। ਸੁਪਰੀਮ ਕੋਰਟ ਦੇ ਜੱਜ ਦੀ ਸੇਵਾ ਮੁਕਤੀ ਦੀ ਉਮਰ ਕਿੰਨੀ ਹੈ? 61 ਸਾਲ ਹੈ, 62 ਸਾਲ ਹੈ, 63 ਸਾਲ ਹੈ ਤੇ 65 ਸਾਲ ਹੈ। ਹੁਣ ਇਹਦਾ ਵਰਣਨ ਵੀ ਸੁਪਰੀਮ ਕੋਰਟ ਦੇ ਆਰਟੀਕਲ ਨੰਬਰ 124 ਦੇ ਤਹਿਤ ਹੀ ਦਿੱਤਾ ਗਿਆ ਹੈ। 124 3-4 ਕਰਕੇ ਦਿੱਤਾ ਗਿਆ ਹੈਗਾ, ਠੀਕ ਹੈ। ਤਾਂ ਇਹ ਸੁਪਰੀਮ ਕੋਰਟ ਦੇ ਜਿਹੜੇ ਜੱਜ ਹੁੰਦੇ ਨੇ ਉਹ 65 ਸਾਲ ਦੀ ਉਮਰ ਤੱਕ ਜਿਹੜੇ ਨੇ ਕੰਮ ਕਰ ਸਕਦੇ ਨੇ। ਇਹਨਾਂ ਦੀ ਰਿਟਾਇਰਮੈਂਟ ਦੀ ਜਿਹੜੀ ਉਮਰ ਹੈ ਉਹ 65 ਸਾਲ ਮੰਨੀ ਜਾਂਦੀ ਹੈ। ਅੱਗੇ ਹਾਈ ਕੋਰਟ ਦਾ ਪੁੱਛ ਲਿਆ। ਦੇਖੋ ਹਾਈ ਕੋਰਟ ਦੇ ਜੱਜ ਦੀ ਸੇਵਾ ਮੁਕਤੀ ਕਿੰਨੀ ਹੈ? ਤਾਂ ਇਹਦੇ ਵਾਸਤੇ ਵੀ 65 ਸਾਲ ਕਰਨ ਦਾ ਪ੍ਰੋਵੀਜ਼ਨ ਚੱਲ ਰਿਹਾ ਸੀ ਵੀ 65 ਸਾਲ ਕੀਤੀ ਜਾਣੀ ਚਾਹੀਦੀ ਹੈ ਇਹਨੂੰ। ਤਾਂ 61 ਸਾਲ ਹੈ, 62 ਸਾਲ ਹੈ, 63 ਸਾਲ ਹੈ ਜਾਂ ਫਿਰ 64 ਸਾਲ ਹੈ। तो ਇਹਦਾ ਆਨਸਰ ਹੋਊਗਾ ਜੀ 62 ਸਾਲ ਹੈ। ਇਹਦਾ ਆਨਸਰ 62 ਸਾਲ, ਉਹਦਾ 65 ਸਾਲ ਹੈ, ਇਹਦਾ 62 ਸਾਲ ਹੈ। ਨੈਕਸਟ ਹੈ ਆਰਟੀਕਲ ਨੰਬਰ ਆਰਟੀਕਲ ਨਾਲ ਰਿਲੇਟਡ ਕੁਐਸਚਨ ਹੈਗਾ ਇਹ 20 ਕੁਐਸਚਨ ਹੈ। ਕਿਹੜਾ ਆਰਟੀਕਲ ਧਰਮ ਦੀ ਆਜ਼ਾਦੀ ਦਾ ਅਧਿਕਾਰ ਦਿੰਦਾ ਹੈ? ਹੁਣ ਜਿਹੜਾ ਆਰਟੀਕਲ ਨੰਬਰ 25 ਤੋਂ ਲੈ ਕੇ 28 ਤੱਕ ਜਿਹੜਾ ਦਿੱਤਾ ਗਿਆ ਵਰਣਨ, ਉਹ ਸਾਨੂੰ ਧਾਰਮਿਕ ਸੁਤੰਤਰਤਾ ਵਰਣਨ ਮਿਲਦਾ ਹੈ, ਪਰ ਪਾਰਟਿਕੂਲਰ ਕਿਹੜਾ ਕਿਸੇ ਵਿਅਕਤੀ ਨੂੰ ਆਜ਼ਾਦੀ ਦਿੰਦਾ ਹੈ। ਤਾਂ ਇੱਥੇ ਆਰਟੀਕਲ 25, 26, 28 ਤੇ ਆਰਟੀਕਲ 30। ਹੁਣ ਜਿਹੜਾ ਆਰਟੀਕਲ ਨੰਬਰ 25 ਹੈ ਤੇ ਆਰਟੀਕਲ ਨੰਬਰ 26 ਹੈ, ਅਧਿਕਾਰ ਤਾਂ ਇਹ 28 ਧਾਰਮਿਕ ਸੁਤੰਤਰਤਾ ਹੀ ਮਿਲਦਾ ਹੈ, ਪਰ ਕਿਹੜਾ ਵਿਅਕਤੀ ਧਰਮ ਦੀ, ਤੁਸੀਂ ਕਿਸੇ ਧਰਮ ਨੂੰ ਮੰਨੋ ਜਾਂ ਨਾ ਮੰਨੋ, ਤੁਹਾਡੀ ਇੱਛਾ ਹੈ ਇਹ। ਤਾਂ ਆਰਟੀਕਲ ਨੰਬਰ 25 ਦੇ ਵਿੱਚ ਇਹਦਾ ਵਰਣਨ ਕੀਤਾ ਗਿਆ। 26 ਕਹਿੰਦਾ ਹੈ 26 ਸੰਸਥਾਵਾਂ ਨੂੰ ਅਧਿਕਾਰ, ਜਿਹੜੀ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਅਧਿਕਾਰ ਪ੍ਰਦਾਨ ਕਰਦਾ ਹੁੰਦਾ ਹੈ, ਠੀਕ ਹੈ। ਇਹਦੇ ਬਾਰੇ ਆਪਾਂ ਡਿਟੇਲ ਵਿੱਚ ਕਰਾਂਗੇ, ਇੱਕ ਮੈਂ ਕਲਾਸ ਹੋਰ ਲਾਣੀ ਹੈ ਦੁਬਾਰਾ ਇਹਦੇ ਉੱਪਰ। 21 ਨੰਬਰ ਕੁਐਸਚਨ ਦੇਖਦੇ ਹਾਂ। ਸਰਕਾਰੀਆ ਕਮਿਸ਼ਨ ਫੇਮਸ ਹੈ ਕਿਸ ਲਈ ਫੇਮਸ ਹੈ? ਸਰਕਾਰੀਆ ਕਮਿਸ਼ਨ ਜਿਹੜਾ ਹੈ ਰਿਜ਼ਰਵੇਸ਼ਨ ਪਾਲਿਸੀ, ਰਾਸ਼ਟਰਪਤੀ ਦੇ ਅਧਿਕਾਰਾਂ ਬਾਰੇ ਗੱਲ ਕਰਦਾ ਸੀ ਇਹ, ਜਾਂ ਭਾਸ਼ਾ ਨੀਤੀ ਦੀ ਗੱਲ ਕਰਦਾ ਸੀ, ਜਾਂ ਫਿਰ ਕੇਂਦਰ ਰਾਜ ਸੰਬੰਧਾਂ ਦੀ ਗੱਲ ਕਰਦਾ ਸੀ। ਹੁਣ ਜਿਹੜਾ ਸਰਕਾਰੀਆ ਕਮਿਸ਼ਨ ਹੈ, ਤਾਂ ਸਰਕਾਰੀਆ ਕਮਿਸ਼ਨ ਦੀ ਜਿਹੜੀ ਸਥਾਪਨਾ ਕੀਤੀ ਗਈ ਸੀ ਉਹ 1983 ਚ ਕੀਤੀ ਗਈ ਸੀਗੀ। 1983 ਦੇ ਵਿੱਚ ਇਹਦੀ ਸਥਾਪਨਾ ਕੀਤੀ ਗਈ ਹੈ। ਜਸਟਿਸ ਰਣਜੀਤ ਸਿੰਘ ਸਰਕਾਰੀਆ ਸੀਗੇ, ਸੁਪਰੀਮ ਕੋਰਟ ਦੇ ਜੱਜ ਸੀਗੇ ਇਹ। ਇਹਨਾਂ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣਾਈ ਗਈ ਸੀ। ਇਹ ਕਮੇਟੀ ਕਿਉਂ ਬਣਾਈ ਗਈ ਸੀ? ਕਿਉਂਕਿ ਉਸ ਟਾਈਮ ਦੇ ਵਿੱਚ ਆ ਕੇ ਡਿਮਾਂਡ ਉੱਠ ਰਹੀ ਸੀਗੀ ਰਾਜਾਂ ਵੱਲੋਂ ਵੀ ਸਾਨੂੰ ਵੱਧ ਤੋਂ ਵੱਧ ਅਧਿਕਾਰ ਦੇਣੇ ਚਾਹੀਦੇ ਨੇ। ਖੁਦ ਮੁਖਤਿਆਰੀ ਦੀ ਗੱਲ ਕਰ ਰਹੇ ਸੀਗੇ ਜਿਹੜੇ ਰਾਜ ਸੀਗੇ। ਇਸੇ ਤਹਿਤ ਬੰਗਾਲ ਨੇ ਇੱਕ ਕਮਿਸ਼ਨ ਬਣਾਇਆ ਸੀਗਾ, ਤਮਿਲਨਾਡੂ ਨੇ ਕਮਿਸ਼ਨ ਬਣਾਇਆ ਸੀਗਾ, ਅਨੰਦਪੁਰ ਸਾਹਿਬ ਮਤਾ ਪਾਸ ਕੀਤਾ ਗਿਆ ਸੀਗਾ। ਤਾਂ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਖੁਦ ਮਤਲਬ ਰਾਜਾਂ ਨੂੰ ਵੱਧ ਤੋਂ ਵੱਧ ਅਧਿਕਾਰ ਦੇਣ ਦੀ ਗੱਲ ਕਰਦਾ ਸੀਗਾ। ਤਾਂ ਉਸੇ ਕੜੀ ਦੇ ਤਹਿਤ ਹੀ ਫਿਰ ਇੱਕ ਸਰਕਾਰੀ ਕਮਿਸ਼ਨ ਬਣਿਆ ਸੀਗਾ। ਇਹਨੇ ਆਪਣੀ ਜਿਹੜੀ ਰਿਪੋਰਟ ਦਿੱਤੀ ਸੀ ਇਹ 1987 ਚ ਦਿੱਤੀ ਸੀਗੀ। ਤਾਂ ਫਿਰ ਕਾਹਦੇ ਲੈ ਕੇ ਫੇਮਸ ਸੀ ਜੀ? ਇਹ ਕੇਂਦਰ ਤੇ ਰਾਜ ਸੰਬੰਧਾਂ ਨੂੰ ਲੈ ਕੇ ਇਹ ਕੰਮ ਕਰਿਆ ਸੀ ਇਹਨੇ। 22 ਨੰਬਰ ਕੁਐਸਚਨ ਦੇਖਦੇ ਹਾਂ। ਭਾਰਤੀ ਚੋਣ ਕਮਿਸ਼ਨ ਕਦੋਂ ਹੋਂਦ ਦੇ ਵਿੱਚ ਆਇਆ ਸੀ? ਜਨਵਰੀ 25 49, ਜਨਵਰੀ 25 1951, ਜਨਵਰੀ 25 1950 ਤੇ ਜਨਵਰੀ 25 1952 ਦੇ ਵਿੱਚ, ਠੀਕ ਹੈ। ਤਾਂ ਸਾਡਾ ਜਿਹੜਾ ਇਲੈਕਸ਼ਨ ਕਮਿਸ਼ਨ ਜਿਹਦਾ ਵਰਣਨ ਸਾਡੇ ਆਰਟੀਕਲ ਨੰਬਰ 324 ਦੇ ਵਿੱਚ ਕੀਤਾ ਗਿਆ ਹੈਗਾ, ਇਹ ਹੋਂਦ ਦੇ ਵਿੱਚ ਆਇਆ ਸੀਗਾ 25 ਜਨਵਰੀ 1950 ਨੂੰ, ਠੀਕ ਹੈ। ਤੇ ਇਸ ਦਿਨ ਰਾਸ਼ਟਰੀ ਮਤਦਾਤਾ ਦਿਵਸ ਦੇ ਤੌਰ ਤੇ ਇਹਨੂੰ ਮਨਾਇਆ ਜਾਂਦਾ ਹੈ। ਕਮੈਂਟ ਕਰਿਆ ਕਰੋ ਬਈ, ਤੁਹਾਡੇ ਵਿੱਚੋਂ ਬਹੁਤ ਘੱਟ ਜਿਹੜੇ ਸਟੂਡੈਂਟ ਨੇ ਉਹ ਕਮੈਂਟ ਕਰਦੇ ਨੇ। 4 ਜਾਂ 5 ਜਣਿਆਂ ਦੇ ਮੈਂ ਕਮੈਂਟ ਦੇਖ ਰਿਹਾ ਉਹਨਾਂ, ਬਾਰ-ਬਾਰ ਉਹੀ ਕਮੈਂਟ ਆ ਰਹੇ ਹੁੰਦੇ ਨੇ। ਤੁਸੀਂ ਸਾਰੇ ਕੋਸ਼ਿਸ਼ ਕਰਿਆ ਕਰੋ ਵੀ ਤੁਸੀਂ ਕਮੈਂਟ ਕਰੋ, ਠੀਕ ਹੈ। ਇਹਦੇ ਨਾਲ ਕੀ ਹੁੰਦਾ ਹੈਗਾ, ਮਤਲਬ ਇਹ ਨਹੀਂ ਹੈਗਾ ਵੀ ਕੋਈ ਵਿੱਚੋਂ ਆਪਾਂ ਨੂੰ ਅਵਾਰਡ ਮਿਲਣਾ ਹੈ ਜਾਂ ਰਿਵਾਰਡ ਮਿਲਣਾ ਸਾਨੂੰ ਕੋਈ ਇਹਦਾ, ਤਾਂ ਸਾਨੂੰ ਆਪਣੇ ਆਪ ਨੂੰ ਇੱਕ ਸੰਤੁਸ਼ਟੀ ਹੁੰਦੀ ਹੈ ਵੀ ਮੈਂ ਇਹਦਾ ਆਨਸਰ ਸਹੀ ਕਰ ਰਿਹਾ। ਤੇ ਲਾਸਟ ਤੇ ਤੁਸੀਂ ਸਾਰੇ ਨਾ ਆਪਣਾ ਸਕੋਰ ਦੱਸਿਓ ਵੀ ਤੁਹਾਡਾ 75 ਵਿੱਚੋਂ ਕਿੰਨਾ ਸਕੋਰ ਬਣਦਾ ਹੈ। 23 ਨੰਬਰ ਕੁਐਸਚਨ ਦੇਖਦੇ ਹਾਂ। ਭਾਰਤ ਦਾ ਮੁੱਖ ਚੋਣ ਕਮਿਸ਼ਨਰ ਕੌਣ ਹੈ? ਹੁਣ ਦੇਖੋ 2021 ਦੇ ਵਿੱਚ ਕੁਐਸਚਨ ਪੁੱਛਿਆ ਸੀ ਇਹ, ਕਦੋਂ? ਜਨਵਰੀ ਦੇ ਵਿੱਚ, ਠੀਕ ਹੈ। ਤਾਂ ਉਸ ਟਾਈਮ ਦਾ ਕੁਐਸਚਨ ਸੀ। ਇਹਦੇ ਵਿੱਚੋਂ ਸ਼ਾਇਦ ਅੱਜ ਦੇ ਜਿਹੜੇ ਵਰਤਮਾਨ ਨੇ ਇਹਨਾਂ ਦਾ ਆਪਸ਼ਨ ਨਾ ਹੋਵੇ। ਸੁਨੀਲ ਅਰੋੜਾ, OP ਰਾਵਤ, AK ਜੋਤੀ ਜਾਂ HS ਬ੍ਰਹਮਾ। ਹੁਣ ਕੌਣ ਨੇਗੇ? ਤਾਂ ਤੁਸੀਂ ਕਮੈਂਟ ਬਾਕਸ 'ਚ ਦੱਸੋ, ਸਾਰੇ ਇਹਨਾਂ ਦਾ ਨਾਮ ਲਿਖ ਕੇ ਦੱਸੋ ਪ੍ਰੋਪਰ। ਮੈਂ ਇਹਨੇ ਪਾਣੀ ਪੀ ਲੈਣਾ ਹੈ। ਹਾਂਜੀ, ਤਾਂ ਭਾਰਤ ਦਾ ਜਿਹੜਾ ਮੁੱਖ ਚੋਣ ਕਮਿਸ਼ਨਰ ਹੈ ਵਰਤਮਾਨ ਦੇ, ਦੇਖੋ ਉਹਦਾ ਉਸ ਟਾਈਮ ਦਾ ਆਨਸਰ ਜਿਹੜਾ ਜਨਵਰੀ 2021 ਦਾ ਬਣਨਾ ਸੀ ਕੁਐਸਚਨ, ਉਹਦਾ ਆਨਸਰ ਬਣਨਾ ਸੀ ਸੁਨੀਲ ਅਰੋੜਾ। ਪਰ ਜੇ ਹੁਣ ਪੁੱਛਦਾ ਤੁਹਾਨੂੰ, ਤਾਂ ਦੇਖੋ ਹੁਣ ਇਹ ਸਾਰੇ ਚੈਪਟਰ ਸਾਡੇ ਕਰਨ ਵਾਲੇ ਹੁੰਦੇ ਨੇ, ਕਿਉਂਕਿ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਚੈਪਟਰ ਪਾਰਟਿਕੂਲਰ ਤੌਰ ਤੇ ਉਹਨਾਂ ਨੇ ਸਿਲੇਬਸ ਦੇ ਵਿੱਚ ਮੈਂਸ਼ਨ ਕੀਤਾ ਹੋਇਆ। ਤਾਂ ਜਿਹੜੇ ਚੈਪਟਰ ਮੈਂਸ਼ਨ ਕੀਤੇ ਉਹਨਾਂ ਬਾਰੇ ਤਾਂ ਅਸੀਂ ਲਾਜ਼ਮੀ ਤੌਰ ਤੇ ਕਰਨਾ ਹੀ ਹੁੰਦਾ, ਉਹਨਾਂ ਬਾਰੇ ਪੜ੍ਹਨਾ ਹੁੰਦਾ। ਉਹ ਕਿੱਥੋਂ ਵੀ ਕੁਐਸਚਨ ਪੁੱਛ ਸਕਦਾ ਉਹਦੇ ਬਾਰੇ। ਤਾਂ ਇਹਦਾ ਆਨਸਰ ਉਸ ਟਾਈਮ ਦਾ ਬਣਨਾ ਸੀ ਸੁਨੀਲ ਅਰੋੜਾ, ਪਰ ਹੁਣ ਹੈਗੇ ਨੇ ਸੁਸ਼ੀਲ ਚੰਦਰਾ। ਸੁਸ਼ੀਲ ਚੰਦਰਾ ਸਾਡੇ ਕਿੰਨਵੇਂ ਨੇ, ਇਹ ਵੀ ਕਮੈਂਟ ਬਾਕਸ 'ਚ ਦੱਸੋ ਤੁਸੀਂ। 24 ਨੰਬਰ ਦੇਖਦੇ ਹਾਂ। ਜਸਟਿਸ ਕੁਲਦੀਪ ਸਿੰਘ ਨੂੰ ਹੱਦਬੰਦੀ ਕਮਿਸ਼ਨ ਦਾ ਚੇਅਰਪਰਸਨ ਜਾਂ ਚੇਅਰਮੈਨ ਕਦੋਂ ਲਾਇਆ ਗਿਆ ਸੀ? ਪਹਿਲਾਂ ਤਾਂ ਹੱਦਬੰਦੀ ਕਮਿਸ਼ਨ ਦੇਖ ਲੈਣੇ ਕੀ ਹੁੰਦਾ ਹੈ।
ਸਾਡੇ ਸੰਵਿਧਾਨ ਦਾ ਇੱਕ ਆਰਟੀਕਲ ਨੰਬਰ 82 ਹੈ। ਆਰਟੀਕਲ ਨੰਬਰ 82 ਦੇ ਵਿੱਚ ਜਿਹੜਾ ਸਾਡਾ ਡੈਲੀਮਿਟੇਸ਼ਨ ਕਮਿਸ਼ਨ ਹੈਗਾ ਜਾਂ ਹੱਦਬੰਦੀ ਕਮਿਸ਼ਨ, ਜਿਹਨੂੰ ਅਸੀਂ ਪਰਿਸੀਮਨਾਯੋਗ ਆਖ ਦਿੰਦੇ ਹਾਂ, ਸੰਵਿਧਾਨ ਦੇ ਵਿੱਚ ਕਿਹਾ ਗਿਆ ਵੀ ਹਰ 10 ਸਾਲਾਂ ਬਾਅਦ ਜਦੋਂ ਵੀ ਸਾਡੀ ਜਨਗਣਨਾ ਹੋ ਜਾਂਦੀ ਕੰਪਲੀਟ, ਉਸ ਤੋਂ ਬਾਅਦ 10 ਸਾਲਾਂ ਬਾਅਦ ਇੱਕ ਹੱਦਬੰਦੀ ਕਮਿਸ਼ਨ ਬਣਾਇਆ ਜਾਊਗਾ, ਜਿਹੜਾ ਹਲਕਿਆਂ ਦੀ ਹੱਦਬੰਦੀ, ਚਾਹੇ ਲੋਕ ਸਭਾ ਹਲਕੇ ਨੇ ਚਾਹੇ ਉਹ ਵਿਧਾਨ ਸਭਾ ਹਲਕੇ ਨੇ, ਉਹਨਾਂ ਦੀ ਹੱਦਬੰਦੀ ਕਰੂਗਾ, ਉਹਨਾਂ ਦੀ ਜਿਹੜੀ ਮਤਲਬ ਸੀਮਾਂਕਣ ਕਰੂਗਾ ਉਹਨਾਂ ਦਾ, ਵੀ ਇਹਦੇ ਵਿੱਚ ਏਰੀਆ ਨੂੰ ਕਿਹੜੇ ਨੂੰ ਘਟਾਇਆ ਜਾ ਸਕਦਾ ਜਾਂ ਕਿਹੜੇ ਨੂੰ ਵਧਾਇਆ ਜਾ ਸਕਦਾ ਹੈਗਾ। ਪਰ ਹੁਣ ਤੱਕ ਸਿਰਫ 4 ਹੀ ਹੱਦਬੰਦੀ ਕਮਿਸ਼ਨ ਬਣੇ ਨੇ। ਇੱਕ ਬਣਿਆ ਸੀ 1952 ਦੇ ਵਿੱਚ, ਇੱਕ 62 ਚ ਬਣਿਆ ਸੀ, ਇੱਕ 1972 ਚ ਬਣਿਆ ਸੀ, ਤੇ ਉਸ ਤੋਂ ਬਾਅਦ ਜਾ ਕੇ ਫਿਰ 2002 ਚ ਬਣਿਆ, ਤੇ ਲਾਸਟ ਜਿਹੜਾ ਬਣਿਆ ਸੀ ਉਹ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ਦੇ ਵਿੱਚ ਬਣਿਆ ਸੀਗਾ। ਤਾਂ ਕਦੋਂ ਬਣਾਇਆ ਗਿਆ ਸੀ ਇਹਨਾਂ ਨੂੰ? ਹੁਣ ਦੇਖੋ ਮੈਂ ਤੁਹਾਨੂੰ ਦੱਸੀ ਤਾਂ 2000, ਤਾਂ ਇੱਥੇ 2000 ਨਹੀਂ, 2001 2003 ਨਹੀਂ ਆਊਗਾ, ਤਾਂ ਇੱਥੇ ਆਊਗਾ ਜੀ 2002। ਤਾਂ ਇਹਦਾ ਆਨਸਰ ਆਊਗਾ ਜੀ ਸੀ ਆਨਸਰ, ਜੁਲਾਈ 2002 ਦੇ ਵਿੱਚ ਬਣਿਆ ਸੀ ਇਹ। 25 ਨੰਬਰ ਕੁਐਸਚਨ ਦੇਖਦੇ ਹਾਂ, ਭਾਰਤ ਦਾ ਮੁੱਖ ਚੋਣ ਕਮਿਸ਼ਨਰ ਇਹਨਾਂ ਚੋਂ ਕੌਣ ਨਹੀਂ ਸੀ? ਹੁਣ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਵੀ ਸਾਡੇ ਹੁਣ ਤੱਕ ਦੇ ਜਿੰਨੇ ਵੀ ਇਲੈਕਸ਼ਨ ਕਮਿਸ਼ਨਰ ਹੋਏ ਨੇ ਉਹ ਕਿਹੜੇ ਕਿਹੜੇ ਹੋਏ ਨੇ, ਉਹਨਾਂ ਬਾਰੇ ਕਿਹੜੀ ਕੋਈ ਇਸਤਰੀ ਹੁਣ ਤੱਕ ਕੋਈ ਬਣੀ ਹੈਗੀ, ਠੀਕ ਹੈ? ਜੇ ਕੋਈ ਬਣੀ ਹੈ ਤਾਂ ਮੈਨੂੰ ਕਮੈਂਟ ਬਾਕਸ 'ਚ ਦੱਸੋ ਕਿਹੜੀ ਇਸਤਰੀ ਬਣੀ ਹੈ ਹੁਣ ਤੱਕ। ਹਾਂਜੀ, ਤਾਂ ਕਿਹੜੇ ਮੁੱਖ ਚੋਣ ਕਮਿਸ਼ਨਰ ਦੇ ਵਿੱਚੋਂ ਨਹੀਂ ਸੀਗੇ? SY ਕੁਰੈਸ਼ੀ, ਮਨੋਹਰ ਸਿੰਘ ਗਿੱਲ, MS ਗਿੱਲ, RK ਤ੍ਰਿਵੇਦੀ ਜਾਂ ਫਿਰ NK ਸਿੰਘ। ਹੁਣ ਦੇਖੋ SY ਕੁਰੈਸ਼ੀ ਵੀ ਰਹਿ ਚੁੱਕੇ ਨੇ, RK ਤ੍ਰਿਵੇਦੀ ਸਾਡੇ 7ਵੇਂ ਸੀਗੇ ਜਾਂ 8ਵੇਂ ਸ਼ਾਇਦ ਇਹ, ਮਨੋਹਰ ਸਿੰਘ ਗਿੱਲ ਵੀ ਰਹਿ ਚੁੱਕੇ ਨੇ, ਕਾਫੀ ਫੇਮਸ ਰਹੇ ਨੇ, ਬਾਅਦ ਦੇ ਵਿੱਚ ਮੰਤਰੀ ਵੀ ਰਹੇ ਨੇ ਇਹ। NK ਸਿੰਘ ਜਿਹੜੇ ਨੇਗੇ ਇਹ ਸਾਡੇ ਜਿਹੜਾ ਸਾਡਾ ਵਿੱਤ ਆਯੋਗ ਹੈ ਇਹਦੇ ਚੇਅਰਮੈਨ ਨੇਗੇ, 15ਵਾਂ ਸਾਡਾ ਵਿੱਤ ਆਯੋਗ ਹੈ, ਇਸ ਕਰਕੇ ਦਾ ਆਨਸਰ ਆਊਗਾ ਜੀ D ਆਨਸਰ। ਤਾਂ ਸਾਨੂੰ ਪਤਾ ਹੋਣਾ ਚਾਹੀਦਾ ਇਹਦੇ ਬਾਰੇ। ਨੋਟਾ, ਨਨ ਆਫ ਅਬਵ, ਮਤਲਬ ਨੋਟਾ ਦੀ ਫੁੱਲ ਫਾਰਮ ਵੀ ਕਈ ਵਾਰ ਪੁੱਛੀ ਗਈ ਹੈ। ਤਾਂ ਨੋਟਾ ਦਾ ਮਤਲਬ ਕੀ ਹੈ, ਜਾਂ ਨੋਟਾ ਸ਼ਬਦ ਕਿਹਦੇ ਲਈ ਵਰਤਿਆ ਗਿਆ ਇੱਥੇ? ਕਰੰਸੀ ਲਈ ਹੈ, ਚੋਣਾਂ ਲਈ ਹੈ, ਰੇਸਿੰਗ ਲਈ ਹੈ ਜਾਂ ਫਿਰ ਦਵਾਈ ਲਈ ਹੈ? ਦੇਖੋ ਇਹ ਤਾਂ ਬਿਲਕੁਲ ਸਿੰਪਲ ਕੁਐਸਚਨ ਹੈਗਾ, ਕੋਈ ਵੀ ਦੱਸ ਸਕਦਾ ਕੁਐਸਚਨ ਹੈ ਨਾ। ਤਾਂ ਇਹ ਸਾਨੂੰ ਪਤਾ ਹੋਣਾ ਚਾਹੀਦਾ ਨੋਟਾ ਬਾਰੇ। ਨੋਟਾ ਕੀ ਹੈ, ਕਦੋਂ ਸਟੈਬਲਿਸ਼ ਹੋਇਆ ਸੀ, ਪਹਿਲੀ ਵਾਰ ਨੋਟਾ ਦਾ ਇਸਤੇਮਾਲ ਕਦੋਂ ਕੀਤਾ ਗਿਆ ਸੀ, ਕਿਹੜੀ ਲੋਕ ਸਭਾ 'ਚ ਕੀਤਾ ਗਿਆ ਸੀ, ਕਿਹੜੀ ਵਿਧਾਨ ਸਭਾ 'ਚ ਕੀਤਾ ਗਿਆ ਸੀ, ਸਾਨੂੰ ਸਾਰਾ ਕੁਝ ਨੋਟਾ ਬਾਰੇ ਪਤਾ ਹੋਣਾ ਚਾਹੀਦਾ ਹੈ। ਤਾਂ 2009 ਤੋਂ ਅਸੀਂ ਨੋਟਾ ਦਾ ਇਸਤੇਮਾਲ ਕਰ ਰਹੇ ਹਾਂਗੇ। ਤਾਂ ਇਲੈਕਸ਼ਨ ਦੇ ਵਿੱਚ ਜਿਹੜੀ ਸਾਡੀਆਂ ਇਲੈਕਸ਼ਨ ਵੋਟਿੰਗ ਮਸ਼ੀਨ ਹੁੰਦੀਆਂ ਨੇ ਉਹਦੇ ਵਿੱਚ ਲਾਸਟ ਜਿਹੜਾ ਬਟਨ ਹੁੰਦਾ ਨੋਟਾ ਦਾ ਹੁੰਦਾ, ਵੀ ਸਾਨੂੰ ਇਹਨਾਂ ਵਿੱਚੋਂ ਉੱਪਰਲਿਆਂ ਵਿੱਚੋਂ ਕੋਈ ਪਸੰਦ ਨਹੀਂ ਹੈ। 27 ਨੰਬਰ ਕੁਐਸਚਨ ਦੇਖਦੇ ਹਾਂ, ILO ਮੀਨਸ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਜਿਹੜੀ ਹੈ, ਇਹਦਾ ਦਫ਼ਤਰ ਕਿੱਥੇ ਹੈ? ਤਾਂ ਇਹਦਾ ਦਫ਼ਤਰ ਕਿੱਥੇ ਹੈ? ਨਵੀਂ ਦਿੱਲੀ, ਮਾਸਕੋ ਦੇ ਵਿੱਚ ਹੈ, ਜ਼ੁਰਿਖ ਦੇ ਵਿੱਚ ਹੈ ਜਾਂ ਫਿਰ ਜਨੇਵਾ ਦੇ ਵਿੱਚ ਹੈ? ਤੇ ਇਹਦਾ ਆਨਸਰ ਆਊਗਾ ਜੀ UNO ਦੇ ਕਾਫੀ ਸਾਰੇ ਕੁਐਸਚਨ ਜਿਹੜੇ ਨੇ ਪੁੱਛੇ ਜਾਂਦੇ ਨੇ ਐਗਜ਼ਾਮ ਦੇ ਵਿੱਚ, ਤਾਂ ਇਹਦਾ ਆਨਸਰ ਆਊਗਾ ਜੀ ਜਨੇਵਾ, ਠੀਕ ਹੈ? ਜਨੇਵਾ ਦੇ ਵਿੱਚ ਹੈ। ILO ਦੀ ਜਿਹੜੀ ਸਥਾਪਨਾ ਹੋਈ ਸੀ ਉਹ ਕਾਫੀ ਪੁਰਾਣੀ ਸੰਸਥਾ ਹੈਗੀ, UNO ਦੇ ਵਿੱਚ ਸਭ ਤੋਂ ਪੁਰਾਣੀ ਸੰਸਥਾ ਹੀ ILO ਹੀ ਹੈ। ਇਹਦੀ ਸਥਾਪਨਾ 1919 ਦੇ ਵਿੱਚ ਕੀਤੀ ਗਈ ਸੀਗੀ। 28 ਨੰਬਰ ਕੁਐਸਚਨ ਦੇਖਦੇ ਹਾਂ, ਕੇਸ਼ਵਾਨੰਦ ਭਾਰਤੀ ਕੇਸ ਜੁੜਿਆ ਹੋਇਆ ਹੈ। ਕੇਸ਼ਵਾਨੰਦ ਭਾਰਤੀ ਕਾਫੀ ਇੰਪੋਰਟੈਂਟ ਕੇਸ ਸੀਗਾ। ਕੇਸ਼ਵਾਨੰਦ ਭਾਰਤੀ ਕੇਰਲਾ ਦੇ ਇੱਕ ਮੱਠ ਦੇ ਨਾਲ ਸੰਬੰਧਿਤ ਸੀਗੇ। ਤਾਂ 1973 ਦੇ ਵਿੱਚ ਇਹਨਾਂ ਨੇ ਇੱਕ ਕੇਸ ਕੀਤਾ ਸੀਗਾ। ਇਹਨਾਂ ਦਾ ਕੇਸ ਕੇਸ਼ਵਾਨੰਦ ਭਾਰਤੀ ਵਰਸਸ ਕੇਰਲਾ ਸਰਕਾਰ ਦੇ ਨਾਮ ਨਾਲ ਫੇਮਸ ਹੋਇਆ ਸੀ। ਤੇ ਕਾਫੀ ਹੁਣ ਤੱਕ ਦਾ ਸਭ ਤੋਂ ਮਹੱਤਵਪੂਰਨ ਕੇਸ ਮੰਨਿਆ ਜਾਂਦਾ ਹੈ। ਸਭ ਤੋਂ ਵੱਡੀ ਬੈਂਚ ਜੇ ਕਿਸੇ ਕੇਸ ਦੇ ਵਿੱਚ ਬੈਠੀ ਹੈ ਸੁਪਰੀਮ ਕੋਰਟ ਦੀ, ਤਾਂ ਉਹ ਕੇਸ਼ਵਾਨੰਦ ਭਾਰਤੀ ਮਾਮਲੇ 'ਚ ਬੈਠੀ ਸੀ। ਉਸ ਟਾਈਮ ਸੁਪਰੀਮ ਕੋਰਟ ਦੇ 13 ਜੱਜ ਸੀਗੇ। ਤੇ ਤੁਹਾਨੂੰ ਪਤਾ ਹੈ ਵੀ ਜਦੋਂ ਵੀ ਕਦੇ ਸੁਪਰੀਮ ਕੋਰਟ ਦੇ ਵਿੱਚ ਕੇਸ ਜਾਂਦਾ ਹੈਗਾ ਸੰਵਿਧਾਨ ਦੇ ਨਾਲ ਜੁੜੇ ਹੋਏ ਮਸਲੇ ਦਾ, ਤਾਂ ਉੱਥੇ ਮਿਨੀਮਮ 5 ਜੱਜਾਂ ਦੀ ਜਿਹੜੀ ਬੈਂਚ ਹੈਗੀ ਉਹ ਕੀ ਕਰਦੀ ਹੈ, ਫੈਸਲਾ ਕਰਦੀ ਹੈ ਸੰਵਿਧਾਨ ਦੇ ਨਾਲ ਜੁੜੇ ਹੋਏ ਮਸਲੇ ਦੀ। ਤਾਂ ਇਸ ਕੇਸ ਦੇ ਵਿੱਚ 13 ਜੱਜ ਸੀ ਉਸ ਟਾਈਮ, ਤਾਂ 13 ਦੇ 13 ਜੱਜਾਂ ਨੇ ਹੀ ਫੈਸਲਾ ਕੀਤਾ ਸੀ। ਤਾਂ ਫਸਟ ਹੈ ਭਾਈਚਾਰਕ ਸਾਂਝ, ਸੰਵਿਧਾਨ ਦਾ ਮੁੱਢਲਾ ਢਾਂਚਾ, ਜਾਇਦਾਦ ਦਾ ਅਧਿਕਾਰ ਜਾਂ ਫਿਰ ਸਿੱਖਿਆ। ਤਾਂ ਕੇਸ਼ਵਾਨੰਦ ਭਾਰਤੀ ਜੁੜਿਆ ਹੋਇਆ ਜੀ ਸੰਵਿਧਾਨ ਦੇ ਬੇਸਿਕ ਸਟਰਕਚਰ ਦੇ ਨਾਲ, ਮੁੱਢਲੇ ਢਾਂਚੇ ਦੇ ਨਾਲ। 29 ਨੰਬਰ ਕੁਐਸਚਨ ਦੇਖਦੇ ਹਾਂ, ਮੰਡਲ ਕਮਿਸ਼ਨ ਦਾ ਸੰਬੰਧ ਕਿਹਦੇ ਨਾਲ ਹੈ? ਪਛੜੀ ਸ਼੍ਰੇਣੀਆਂ ਦੇ ਨਾਲ ਹੈ, ਆਰਥਿਕ ਤੌਰ ਤੇ ਜਿਹੜੇ ਕਮਜ਼ੋਰ ਲੋਕ ਨੇ ਉਹਨਾਂ ਦੇ ਨਾਲ ਹੈ, ਜਾਂ ਵਿਦਿਆਰਥੀਆਂ ਦੇ ਨਾਲ ਹੈ, ਜਾਂ ਫਿਰ ਲਿੰਗ ਪ੍ਰਸ਼ਨਾਂ ਦੇ ਨਾਲ ਹੈ, ਜੈਂਡਰ ਕੁਐਸਚਨ ਦੇ ਨਾਲ ਹੈ। ਤਾਂ ਦੇਖੋ ਜਿਹੜਾ ਮੰਡਲ ਕਮਿਸ਼ਨ ਸੀ ਇਹਦੀ ਸਟੈਬਲਿਸ਼ਮੈਂਟ ਜਿਹੜੀ ਹੋਈ ਸੀ ਉਹ ਹੋਈ ਸੀ 1978 ਦੇ ਵਿੱਚ, 1978 ਦੇ ਵਿੱਚ ਹੋਈ ਸੀਗੀ। ਕਾਹਦੇ ਵਾਸਤੇ ਇਹ ਹੈਗਾ? ਪਛੜੀ ਸ਼੍ਰੇਣੀ ਮਤਲਬ ਬੈਕਵਰਡ ਕਲਾਸਿਸ, ਜਾਂ ਜਿਹਨੂੰ ਅਸੀਂ OBC ਬੋਲਦੇ ਨੇ, ਅਦਰ ਬੈਕਵਰਡ ਕਲਾਸਿਸ ਬੋਲਦੇ ਨੇ ਹੈਗੇ। ਤਾਂ ਮੁਰਾਰਜੀ ਦੇਸਾਈ ਸਰਕਾਰ ਨੇ ਇਸ ਮੰਡਲ ਕਮਿਸ਼ਨ ਦਾ ਗਠਨ ਕੀਤਾ ਸੀ। ਮੰਡਲ ਕਮਿਸ਼ਨ ਦੀ ਸਿਫਾਰਿਸ਼ ਤੇ ਹੀ ਮੰਡਲ ਕਮਿਸ਼ਨ ਨੇ ਸਿਫਾਰਿਸ਼ ਕੀਤੀ ਸੀ ਵੀ ਪੂਰੇ ਭਾਰਤ ਦੇ ਵਿੱਚ OBC ਦੀ ਸੰਖਿਆ ਜਿਹੜੀ ਕੁੱਲ ਸੰਖਿਆ ਹੈਗੀ ਉਹ 52% ਹੈ। ਉਹਦੇ ਆਧਾਰ ਦੇ ਉੱਪਰ ਇਹਨਾਂ ਨੂੰ 27% ਜਿਹੜਾ ਰਾਖਵਾਂਕਰਨ ਹੋਣਾ ਚਾਹੀਦਾ ਹੈਗਾ।
ਇਹਨਾਂ ਦੀ ਸਿਫਾਰਿਸ਼ ਮੁਰਾਰਜੀ ਦੇਸਾਈ ਸਰਕਾਰ 'ਚ ਟਾਈਮ 'ਚ ਦਿੱਤੀ ਗਈ ਸੀ, ਪਰ ਉਸ ਤੋਂ ਬਾਅਦ ਫਿਰ ਇੰਦਰਾ ਗਾਂਧੀ ਸਰਕਾਰ ਆ ਗਈ ਸੀ, ਰਾਜੀਵ ਗਾਂਧੀ ਸਰਕਾਰ ਆ ਗਈ ਸੀ। ਤਾਂ ਉਹਨਾਂ ਸਰਕਾਰਾਂ ਨੇ ਓਬੀਸੀ ਨੂੰ ਰਾਖਵਾਂਕਰਨ ਨਹੀਂ ਦਿੱਤਾ ਹੈਗਾ। ਉਸ ਤੋਂ ਬਾਅਦ ਜਾ ਕੇ ਬੀਪੀ ਸਿੰਘ ਦੀ ਸਰਕਾਰ ਨੇ ਰਾਖਵਾਂਕਰਨ ਦਿੱਤਾ ਸੀ 1990 ਦੇ ਵਿੱਚ ਆ ਕੇ। ਠੀਕ ਹੈ, ਤੇ ਓਬੀਸੀ ਕਿਹਦੇ ਨਾਲ ਸੰਬੰਧੀ ਸੀਗਾ ਜੀ? ਇਹ ਮੰਡਲ ਕਮਿਸ਼ਨ ਕਿਹਦੇ ਨਾਲ ਸੰਬੰਧੀ ਸੀਗਾ? ਓਬੀਸੀ ਦੇ ਨਾਲ ਜਾਂ ਬੀਸੀ ਦੇ ਨਾਲ। 30 ਨੰਬਰ ਕੁਐਸਚਨ ਦੇਖ ਲੈਣੇ ਆ। DMK द्रविड़ मुनेत्रा कागजम ਤਾਂ ਇੱਕ ਪਾਰਟੀ ਕਿਹੜੀ ਸਟੇਟ ਨੂੰ ਬਿਲੋਂਗ ਕਰਦੀ ਹੈ? DMK JNK, ਗੁਜਰਾਤ, ਤਮਿਲਨਾਡੂ ਜਾਂ ਫਿਰ ਗੋਆ ਨੂੰ ਬਿਲੋਂਗ ਕਰਦੀ ਹੈ। ਠੀਕ ਹੈ, ਤੇ ਆਊਗਾ ਜੀ, ਇਹ ਆਊਗੀ ਤਮਿਲਨਾਡੂ। ਠੀਕ ਹੈ, ਤਮਿਲਨਾਡੂ ਦੀ ਪਾਰਟੀ ਹੈ ਇਹ। ਜੈਲਲਿਤਾ ਤੁਸੀਂ ਨਾਮ ਸੁਣਿਆ ਹੋਊਗਾ, ਜੈਲਲਿਤਾ ਇਸ ਪਾਰਟੀ ਤੋਂ CM ਰਹਿ ਚੁੱਕੀ ਹੈ। ਤਮਿਲਨਾਡੂ। ਚਿਪਕੋ ਮੂਵਮੈਂਟ, ਹੁਣ ਦੇਖੋ ਇਹ ਇਨਵਾਇਰਮੈਂਟਲ ਕੁਐਸਚਨ ਵੀ ਪੁੱਛਿਆ ਗਿਆ ਹੈਗਾ ਇਹ, ਤੇ ਇਨਵਾਇਰਮੈਂਟਲ ਕੁਐਸਚਨ ਹੈ, ਬਟ ਇਹਨੇ ਰਾਜਨੀਤੀ ਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਕੀਤਾ ਸੀਗਾ। ਤਾਂ ਇਸ ਤਰ੍ਹਾਂ ਦੇ ਕੁਐਸਚਨ ਵੀ ਕਈ ਵਾਰ ਪੁੱਛ ਲਏ ਜਾਂਦੇ ਨੇ। ਜਿਵੇਂ ਹੁਣ ਮੰਨ ਲਓ ਚਿਪਕੋ ਮੂਵਮੈਂਟ ਪੁੱਛ ਲਿਆ, ਤਾਂ ਹੋ ਸਕਦਾ ਵੀ ਅਗਲੀ ਵਾਰ ਉਹ ਨਰਮਦਾ ਮੂਵਮੈਂਟ ਪੁੱਛ ਲਏ, ਨਰਮਦਾ ਬਚਾਓ ਅੰਦੋਲਨ ਕਿਹਨੇ ਚਲਾਇਆ ਸੀ, ਜਾਂ ਠੀਕ ਹੈ ਕਿਹਨੇ ਪਾਰਟੀਸਪੇਸ਼ਨ ਕੀਤੀ ਹੈ, ਜਾਂ ਫਿਰ ਅੰਨਾ ਮੂਵਮੈਂਟ ਬਾਰੇ ਪੁੱਛ ਸਕਦਾ ਹੈਗਾ, ਜਾਂ ਕਿਸਾਨ ਮੂਵਮੈਂਟ ਬਾਰੇ ਕੁਐਸਚਨ ਪੁੱਛ ਸਕਦਾ, ਇਹਦੇ ਵਿੱਚ ਲੀਡਰ ਕੌਣ ਸੀਗੇ, ਠੀਕ ਹੈ, ਕਿੱਥੇ ਚੱਲਿਆ ਸੀ, ਕਿੱਥੇ ਕਿਤੇ ਅੰਦੋਲਨ ਕੀਤਾ ਸੀ ਕਿਸਾਨਾਂ ਨੇ, ਕਿਸ ਚੀਜ਼ ਨੂੰ ਲੈ ਕੇ ਕੀਤਾ ਸੀ, ਕਿਹੜੀ ਕਿਹੜੀ ਮੰਗਾਂ ਉਹਨਾਂ ਦੀ ਮੇਨ ਸੀਗੀਆਂ। ਤਾਂ ਇਹਨੂੰ ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਇਸ ਬਾਰੇ। ਚਿਪਕੋ ਮੂਵਮੈਂਟ ਦਾ ਕੀ ਅਰਥ ਹੈ? ਜੰਗਲਾਂ ਅਤੇ ਰੁੱਖਾਂ ਦੀ ਸੁਰੱਖਿਆ, ਲਿੰਗ ਸਮਾਨਤਾ, ਉਪਭੋਗਤਾ ਪਸੰਦ ਜਾਂ ਪੋਲੀਓ ਜਾਗਰੂਕਤਾ। ਤਾਂ ਦੇਖੋ ਇਹ ਸੁੰਦਰ ਲਾਲ ਬਹੁਗੁਣਾ ਸੀਗੇ ਉੱਤਰਾਖੰਡ ਦੇ ਚਮੋਲੀ ਡਿਸਟ੍ਰਿਕਟ ਦੇ ਵਿੱਚ। ਉਹਨਾਂ ਦੀ ਅਗਵਾਈ ਦੇ ਵਿੱਚ ਇਹ ਅੰਦੋਲਨ ਚੱਲਿਆ ਸੀਗਾ ਦਰਖਤਾਂ ਨੂੰ ਤੇ ਰੁੱਖਾਂ ਨੂੰ ਬਚਾਉਣ ਦੇ ਲਈ। ਤਾਂ ਉਸ ਦੇ ਵਿੱਚ ਜਦੋਂ ਠੇਕੇਦਾਰ ਜੰਗਲਾਂ ਨੂੰ ਕੱਟਣ ਆਏ ਪਿੰਡ ਦੇ ਵਿੱਚ, ਤੇ ਉਹਨਾਂ ਨੇ ਫਿਰ ਉਸ ਨਾਲ ਪਿੰਡ ਵਾਸੀਆਂ ਨੇ ਉਸ ਦਰਖਤਾਂ ਨੂੰ ਉਧਰ ਜਕੜ ਲਿਆ ਸੀਗਾ, ਜੱਫੀ ਪਾਲੀ ਸੀਗੀ ਇੱਕ ਪ੍ਰਕਾਰ ਦੀ, ਤੇ ਵੀ ਸਾਨੂੰ ਅਸੀਂ ਇਹਨਾਂ ਨੂੰ ਜਿਹੜੇ ਦਰਖਤ ਨੇ ਅਸੀਂ ਇਹਨਾਂ ਨੂੰ ਕੱਟਣ ਨਹੀਂ ਦੇਵਾਂਗੇ। ਚਿਪਕੋ ਮੂਵਮੈਂਟ ਦੇ ਨਾਲ ਜਾਣਿਆ ਜਾਂਦਾ, ਚਿਪਕ ਕੇ ਇਸ ਦਰਖਤਾਂ ਦੇ ਨਾਲ। ਉਹ 32 ਨੰਬਰ ਕੁਐਸਚਨ ਦੇਖਦੇ ਹਾਂ। ਭਾਰਤ ਵਿੱਚ ਕਿਹੜਾ ਪਾਰਟੀ ਸਿਸਟਮ ਹੈ? ਮਤਲਬ ਇਸ ਟਾਈਮ ਹੈ ਇੱਕ ਪਾਰਟੀ ਸਿਸਟਮ ਹੈ, ਦੋ ਪਾਰਟੀ ਸਿਸਟਮ ਨੇ, ਬਹੁ ਪਾਰਟੀ ਸਿਸਟਮ ਹੈ, ਕੋਈ ਪਾਰਟੀ ਸਿਸਟਮ ਨਹੀਂ ਹੈਗਾ। ਹੁਣ ਦੇਖੋ ਇਹ ਤਾਂ ਹੁਣ ਬੱਚੇ ਨੂੰ ਪੁੱਛ ਲਓ ਵੀ ਭਾਰਤ 'ਚ ਕਿਹੜਾ ਪਾਰਟੀ ਸਿਸਟਮ ਹੈ, ਤਾਂ ਬੱਚੇ ਨੂੰ ਪਤਾ ਹੋਊਗਾ ਨਾ, ਕਿਉਂਕਿ ਕੋਈ ਬੰਦਾ ਘਰੋਂ ਰੁੱਸ ਜਾਂਦਾ ਹੈ, ਠੀਕ ਹੈ, ਤੇ ਜਾ ਕੇ ਉਹ ਨਵੀਂ ਪਾਰਟੀ ਦਾ ਨਿਰਮਾਣ ਕਰ ਲੈਂਦਾ ਹੈ ਨਾ। ਤਾਂ ਭਾਰਤ ਦੀ ਪਾਰਟੀ ਬਣਾਉਣੀ ਬਹੁਤ ਸੌਖੀ ਹੈਗੀ। ਅਮਰੀਕਾ ਦੀ ਤਰ੍ਹਾਂ ਜਾਂ ਇੰਗਲੈਂਡ ਦੇ ਵਿੱਚ ਜਿਵੇਂ ਦੋ ਪਾਰਟੀ ਸਿਸਟਮ ਜਾਂ ਮੈਕਸੀਮਮ 3 ਪਾਰਟੀ ਹੋ ਸਕਦੀਆਂ ਨੇ ਉੱਥੇ, ਹੈ ਨਾ। ਮਤਲਬ ਇਹਨਾਂ ਉੱਥੇ ਘੱਟ ਪਾਰਟੀ, ਇੱਕੋ ਬਹੁਤ ਘੱਟ ਪਾਰਟੀ ਸਿਸਟਮ ਹੈ। ਕਈ ਦੇਸ਼ ਐਸੇ ਵੀ ਹੈਗੇ ਜਿੱਥੇ ਇੱਕ ਪਾਰਟੀ ਸਿਸਟਮ, ਜਿਵੇਂ ਚਾਈਨਾ ਹੈ, ਤਾਂ ਚਾਈਨਾ ਦੇ ਵਿੱਚ ਇੱਕੋ ਹੀ ਪਾਰਟੀ ਰਾਜ ਕਰਦੀ ਹੈ ਹਮੇਸ਼ਾ ਨਾ, ਉਹ ਕਿਹੜੀ ਹੈ? ਕਮਿਊਨਿਸਟ ਪਾਰਟੀ ਹੈ। ਉਸ ਤੋਂ ਇਲਾਵਾ ਉੱਥੇ ਕੋਈ ਪਾਰਟੀ ਨਹੀਂ ਗੀ ਹੋਰ, ਹੈ ਨਾ। ਤਾਂ ਭਾਰਤ 'ਚ ਕਿਹੜਾ ਬਾਈ? ਭਾਰਤ 'ਚ ਹੈਗਾ ਬਹੁ ਪਾਰਟੀ ਸਿਸਟਮ। ਇਹ ਸਾਨੂੰ ਪਤਾ ਹੋਣਾ ਚਾਹੀਦਾ। ਭਗਵੰਤ ਮਾਨ ਬਾਰੇ ਕੁਐਸਚਨ ਪੁੱਛਿਆ ਗਿਆ ਸੀ। ਭਗਵੰਤ ਮਾਨ ਕਿਸ ਪਾਰਟੀ ਨੂੰ ਸੰਬੰਧਿਤ ਨੇ? ਤਾਂ ਸਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਨਾ, ਪਤਾ ਹੋਊਗਾ ਸਾਨੂੰ ਸਭ ਨੂੰ ਇਹ, ਠੀਕ ਹੈ। ਮਤਲਬ ਇਹ ਪਾਰਟੀਆਂ ਦੇ ਪ੍ਰਧਾਨ ਦੇ ਬਾਰੇ ਕੁਐਸਚਨ ਪੁੱਛੇ ਗਏ ਨੇ। ਜਿਵੇਂ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੌਣ ਹੈ, ਜਾਂ ਬਹੁਜਨ ਸਮਾਜ ਪਾਰਟੀ ਦਾ ਪ੍ਰਧਾਨ ਕੌਣ ਹੈ, ਜਾਂ ਫਿਰ ਕਾਂਗਰਸ ਦਾ ਪ੍ਰਧਾਨ ਕੌਣ ਹੈ ਇਸ ਟਾਈਮ, ਜਾਂ ਫਿਰ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ, ਪੰਜਾਬ ਦਾ ਪ੍ਰਧਾਨ ਕੌਣ ਹੈ, ਸੈਂਟਰ ਦਾ। ਤਾਂ ਇਹ ਸਾਰੇ ਪ੍ਰਧਾਨ ਸਾਨੂੰ ਪਤਾ ਹੋਣੇ ਚਾਹੀਦੇ ਨੇ। ਜਿਹੜੀਆਂ ਸਾਡੀ ਨੈਸ਼ਨਲ ਪਾਰਟੀਆਂ ਨੇਗੀਆਂ ਉਹਨਾਂ ਦੇ ਪ੍ਰਧਾਨ ਵੀ ਸਾਨੂੰ ਪਤਾ ਹੋਣੇ ਚਾਹੀਦੇ ਨੇ, ਤੇ ਜਿਹੜੇ ਸਾਡੇ ਖੇਤਰੀ ਪਾਰਟੀਆਂ ਨੇ ਉਹਨਾਂ ਦੇ ਪ੍ਰਧਾਨ ਵੀ ਸਾਨੂੰ ਪਤਾ ਹੋਣੇ ਚਾਹੀਦੇ ਨੇ। ਤਾਂ ਭਗਵੰਤ ਮਾਨ ਦਾ ਦੇਖੋ ਸਾਨੂੰ ਪਤਾ ਹੀ ਹੈ, ਇਹ ਬਿਲੋਂਗ ਕਰਦੇ ਨੇ ਆਮ ਆਦਮੀ ਪਾਰਟੀ ਨੂੰ। ਸ਼੍ਰੋਮਣੀ ਅਕਾਲੀ ਦਲ ਨਹੀਂ ਆਊਗਾ, ਇੰਡੀਅਨ ਨੈਸ਼ਨਲ ਕਾਂਗਰਸ BSP ਨਹੀਂ ਆਊਗਾ, ਠੀਕ ਹੈ। ਪਰ ਸਾਨੂੰ ਇਹਨਾਂ ਸਾਰਿਆਂ ਦੇ ਪ੍ਰਧਾਨ ਬਾਰੇ ਪਤਾ ਹੋਣਾ ਚਾਹੀਦਾ ਹੈ। ਪੰਜਾਬ ਵਿਧਾਨ ਸਭਾ ਦਾ ਸਪੀਕਰ ਕਿਸ ਪਾਰਟੀ ਨਾਲ ਸੰਬੰਧ ਰੱਖਦਾ ਹੈ? ਠੀਕ ਹੈ, ਹੁਣ ਦੇਖੋ ਨੋਰਮਲ ਜੀ ਗੱਲ ਹੈ ਇਹ ਵੀ ਸਪੀਕਰ ਕਿਹੜੀ ਪਾਰਟੀ ਦਾ ਹੁੰਦਾ ਹੈ? ਹਮੇਸ਼ਾ ਜਿਹੜੀ ਸੱਤਾਧਾਰੀ ਪਾਰਟੀ ਹੁੰਦੀ ਹੈ। ਜੇ ਅਸੀਂ ਸੈਂਟਰ ਦੀ ਸਰਕਾਰ ਦੀ ਗੱਲ ਕਰ ਲਈਏ ਤਾਂ ਉੱਥੇ ਜਿਹੜੇ ਓਮ ਬਿਰਲਾ ਨੇਗੇ, ਤਾਂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਨੇ? ਤਾਂ ਉਹ ਭਾਰਤੀ ਜਨਤਾ ਪਾਰਟੀ ਨੂੰ ਬਿਲੋਂਗ ਕਰਦੇ ਨੇ, ਠੀਕ ਹੈ। ਤਾਂ ਇੱਕ ਟ੍ਰੈਡੀਸ਼ਨਲ ਦੇ ਆਧਾਰ ਦੇ ਉੱਪਰ ਕੀ ਮੰਨਿਆ ਜਾਂਦਾ ਹੈ ਵੀ ਜਿਹੜਾ ਸਪੀਕਰ ਹੋਊਗਾ ਉਹ ਹਮੇਸ਼ਾ ਕਿਹਦਾ ਹੋਊਗਾ? ਉਹ ਜਿਹੜਾ ਹੋਊਗਾ ਉਹ ਸੱਤਾਧਾਰੀ ਪਾਰਟੀ ਦੇ ਹੁੰਦਾ ਹੈ। ਤੇ ਸੱਤਾਧਾਰੀ ਪਾਰਟੀ ਕੌਣ ਹੈ ਪੰਜਾਬ ਦੇ ਵਿੱਚ ਇਸ ਟਾਈਮ? ਜੇ ਆਪਾਂ ਅੱਜ ਦੀ ਗੱਲ ਕਰ ਲੈਂਦੇ ਹਾਂ, ਹੈ ਨਾ, ਤਾਂ ਸੱਤਾਧਾਰੀ ਪਾਰਟੀ ਕੌਣ ਹੈ? ਇੰਡੀਅਨ ਨੈਸ਼ਨਲ ਕਾਂਗਰਸ ਹੈ, INC ਹੈ। ਤਾਂ ਆਪ, ਸ਼੍ਰੋਮਣੀ ਅਕਾਲੀ ਦਲ ਜਾਂ ਇੰਡੀਅਨ ਨੈਸ਼ਨਲ ਕਾਂਗਰਸ, ਇਹਨਾਂ ਵਿੱਚ ਕੋਈ ਨਹੀਂ। ਤਾਂ ਆਨਸਰ ਆਊਗਾ ਜੀ ਇੰਡੀਅਨ ਨੈਸ਼ਨਲ ਕਾਂਗਰਸ ਜਾਂ ਕਾਂਗਰਸ। 35 ਨੰਬਰ ਕੁਐਸਚਨ ਦੇਖਦੇ ਹਾਂ। ਭਾਰਤ ਵਿੱਚ ਆਮ ਚੋਣਾਂ ਦਾ ਆਧਾਰ ਹੈ ਅਡਲਟ ਸਰਫੇਸ, ਮਤਲਬ ਬਾਲਗ, ਜਿਹੜੇ ਬੰਦੇ ਬਾਲਗ ਨੇ, ਹੈ ਨਾ, ਉਹਨਾਂ ਨੂੰ, ਜਾਂ ਮਰਦ ਬਾਲਗ ਸਰਫੇ, ਮਤਲਬ ਜਿਹੜੇ ਮਰਦ ਬਾਲਗ ਨਿਕਲੇ ਉਹਨਾਂ ਨੂੰ ਮਿਲਦਾ ਹੈ, ਜਾਂ ਸੀਮਿਤ ਹੈ, ਜਾਂ ਫਿਰ ਯੂਨੀਵਰਸਲ ਅਡਲਟ ਸਰਫੇ ਜਾਂ ਯੂਨੀਵਰਸਲ ਬਾਲਗ ਮਤਾਧਿਕਾਰ ਮਿਲਦਾ ਹੈ। ਤਾਂ ਦੇਖੋ ਜਿਹੜਾ ਵੀ ਵਿਅਕਤੀ ਬਾਲਗ ਹੋ ਜਾਂਦਾ ਹੈ, ਬਾਲਗ ਹੋ ਗਿਆ ਮਤਲਬ 18 ਸਾਲ ਤੋਂ ਉੱਪਰ ਦਾ ਹੋ ਗਿਆ, ਉਹਨੂੰ ਸਭ ਨੂੰ ਅਧਿਕਾਰ ਮਿਲ ਜਾਂਦਾ ਹੈ। ਪਹਿਲਾਂ 21 ਸਾਲ ਦਾ ਸੀਗਾ, ਫਿਰ 61 ਅਮੈਂਡਮੈਂਟ ਜਿਹੜੀ ਹੋਈ ਹੈ ਉਹਦੇ ਤਹਿਤ ਉਮਰ ਘਟਾ ਕੇ 21 ਤੋਂ 18 ਸਾਲ ਕਰ ਦਿੱਤੀ ਗਈ ਹੈ। ਇਹਦਾ ਆਨਸਰ ਆਊਗਾ ਜੀ ਫਿਰ B ਆਨਸਰ। ਆ ਤਾਂ ਸਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਨਾ। ਅੱਛੇ ਦਿਨ
अच्छे दिन का नारा किने दिता सीगा? ये तो सानू कमेंट बॉक्स में पहला दसो किने दिता सी नारा ये अच्छे दिन का? अच्छे दिन आएंगे। हाँ जी, हाँ जी। तो अच्छे दिन बहुत सारे नारे हुए ने, ठीक है, जिवें क्वेश्चन पेपर ਦੇ ਤੁਹਾਡੇ ਮਾਸਟਰ ਗੇਡਰ ਦੇ ਵਿੱਚ ਆਇਆ ਸੀ ਗਰੀਬੀ ਹਟਾਓ ਦਾ ਨਾਰਾ ਕਿਹਨੇ ਦਿੱਤਾ ਹੈ, ਠੀਕ ਹੈ, ਤੇ ਆਇਆ ਰਾਮ ਗਿਆ ਰਾਮ ਦਾ ਕਨਸੈਪਟ ਸੀਗਾ ਇੱਕ, ਠੀਕ ਹੈ, ਜਾਂ ਬਹੁਤ ਸਾਰੇ ਕਨਸੈਪਟ ਆਉਂਦੇ ਨੇ, ਬਹੁਤ ਸਾਰੇ ਨਾਰੇ ਆਏ ਨੇਗੇ ਅਜੀਬ, ਜੋ ਅਜੀਬੋ ਗਰੀਬ ਦੇ ਨਾਰੇ ਹੁੰਦੇ ਨੇ ਕਈ ਵਾਰ ਤਾਂ, ਤੇ ਕਦੇ ਮੈਂ ਜਦੋਂ ਕਲਾਸ ਕੀਤੀ ਤਾਂ ਮੈਂ ਤੁਹਾਨੂੰ ਦੱਸੂਗਾ ਕਿਹੜੇ ਕਿਹੜੇ ਨਾਰੇ ਕਾਫੀ ਸਾਡੇ ਫੇਮਸ ਰਹੇ ਨੇ ਪੋਲੀਟੀਕਲ ਸਿਸਟਮ ਦੇ ਵਿੱਚ। ਤਾਂ ਅੱਛੇ ਦਿਨ, ਬਹੁਤ ਹੀ ਮਹਿੰਗਾਈ ਕੀ ਮਾਰ ਅਬ ਕੀ ਵਾਰ ਮੋਦੀ ਸਰਕਾਰ, ਹੈ ਨਾ। ਤਾਂ ਫਿਰ ਕਿਹਨੇ ਦਿੱਤਾ ਸੀ ਅੱਛੇ ਦਿਨ ਦਾ ਨਾਰਾ? ਇਹ ਦਿੱਤਾ ਸੀ ਨਰਿੰਦਰ ਮੋਦੀ ਦੁਆਰਾ। ਨੈਕਸਟ ਹੈ ਜੀ 1977 ਦੇ ਵਿੱਚ ਜਿਹੜੀ ਜਨਤਾ ਪਾਰਟੀ ਦੀ ਸਰਕਾਰ ਬਣੀ ਸੀ ਉਹਦੀ ਅਗਵਾਈ ਕਿਹਨੇ ਕੀਤੀ ਸੀਗੀ? ਇਹ ਪਹਿਲੀ ਗੈਰ ਕਾਂਗਰਸੀ ਸਰਕਾਰ ਹੈ, 1977 ਚ ਬਣੀ ਸੀ ਇਹ, ਐਮਰਜੈਂਸੀ ਤੋਂ ਬਾਅਦ ਬਣੀ ਹੈ। ਐਨ ਸੰਜੀਵਾ ਰੈਡੀ ਇਹ ਤਾਂ ਰਾਸ਼ਟਰਪਤੀ ਰਹੇ ਨੇ ਸਾਡੇ। ਸੁਬਨਮਨਮ ਸਵਾਮੀ ਦਾ ਕਾਂਗਰਸ ਹੁਣ ਵਰਤਮਾਨ ਦੇ ਬੀਜੇਪੀ ਦੇ ਨੇਤਾ ਨੇ। ਚੌਧਰੀ ਚਰਨ ਸਿੰਘ ਜਾਂ ਮੁਰਾਰਜੀ ਦੇਸਾਈ, ਤਾਂ ਆਨਸਰ ਆਊਗਾ ਜੀ ਮੁਰਾਰਜੀ ਦੇਸਾਈ ਦੁਆਰਾ ਪਹਿਲੀ ਗੈਰ ਕਾਂਗਰਸੀ ਸਰਕਾਰ ਦੀ ਸਥਾਪਨਾ ਜਿਹੜੀ ਸੀ ਉਹ ਕੀਤੀ ਗਈ ਸੀ। ਜੈ ਪ੍ਰਕਾਸ਼ ਨਾਰਾਇਣ, ਠੀਕ ਹੈ, ਇਹਨਾਂ ਨੂੰ ਕਿਸ ਲਈ ਜਾਣਿਆ ਜਾਂਦਾ ਹੈ? ਤਾਂ ਇਹਨਾਂ ਨੇ ਇੱਕ ਰੈਵੋਲੂਸ਼ਨ ਕਰਾਇਆ ਸੀਗਾ। ਰੈਵੋਲੂਸ਼ਨ ਮੀਨਸ ਇਹ ਵੈਸੇ ਤਾਂ ਆਜ਼ਾਦੀ ਘੁਲਾਟੀਏ ਰਹੇ ਨੇ, ਇਹ ਕਾਫੀ ਫੇਮਸ ਰਹੇ ਨੇ। 1934 ਦੇ ਵਿੱਚ ਇਹਨਾਂ ਨੇ ਪਾਰਟੀ ਦੀ ਸਥਾਪਨਾ ਕੀਤੀ ਸੀਗੀ, ਸਮਾਜਵਾਦੀ ਪਾਰਟੀ, ਸੋਸ਼ਲਿਸਟ ਪਾਰਟੀ ਸੀਗੀ ਉਹ, ਉਹਦੀ ਸਥਾਪਨਾ ਕੀਤੀ ਸੀਗੀ। ਸਮਾਜਵਾਦ ਦੇ ਵਿਚਾਰਾਂ ਤੋਂ ਪ੍ਰੇਰਿਤ ਸੀਗੇ ਇਹ, ਮਾਰਕਸਵਾਦੀ ਮੰਨੇ ਜਾਂਦੇ ਨੇਤਾ ਇਹ, ਕਮਿਊਨਿਸਟ ਵਿਚਾਰਾਂ ਨਾਲ ਪ੍ਰੇਰਿਤ ਸੀਗੇ ਇਹ। ਤਾਂ ਇਹਨਾਂ ਨੇ ਜਦੋਂ ਇੰਡੀਆ ਦੇ ਵਿੱਚ ਐਮਰਜੈਂਸੀ ਲੱਗੀ ਸੀਗੀ 1975 ਦੇ ਵਿੱਚ, ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ, ਤਾਂ ਉਸ ਟਾਈਮ ਇਹਨਾਂ ਨੇ ਇੱਕ ਅੰਦੋਲਨ ਕੀਤਾ ਸੀਗਾ ਉਸ ਟਾਈਮ। ਤਾਂ ਉਹਨਾਂ ਦੇ ਅੰਦੋਲਨ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਕੁੱਲ ਇਨਕਲਾਬ, ਹਰੀ ਕ੍ਰਾਂਤੀ, ਭਾਈਚਾਰਕ ਨੁਮਾਇੰਦਗੀ, ਜ਼ਮੀਨਾਂ ਦੀ ਮੁੜ ਵੰਡ। ਤਾਂ ਇਹਨਾਂ ਦਾ ਜਿਹੜਾ ਅੰਦੋਲਨ ਜਾਣਿਆ ਜਾਂਦਾ ਉਹ ਸੰਪੂਰਨ ਕ੍ਰਾਂਤੀ, ਵੈਸੇ ਇੱਥੇ ਵਰਡ ਜਿਹੜਾ ਹੋਣਾ ਚਾਹੀਦਾ ਸੰਪੂਰਨ ਕ੍ਰਾਂਤੀ, ਇੰਗਲਿਸ਼ ਦਾ ਵਰਡ ਠੀਕ ਹੈ ਇੱਥੇ, ਟੋਟਲ ਰੈਵੋਲੂਸ਼ਨ, ਸੰਪੂਰਨ ਕ੍ਰਾਂਤੀ ਦੇ ਨਾਮ ਨਾਲ ਜਾਣੇ ਜਾਂਦੇ ਨੇ ਜੈ ਪ੍ਰਕਾਸ਼ ਨਾਰਾਇਣ। ਆ ਤਾਂ ਸਿੰਪਲ ਕੁਐਸਚਨ ਹੈ, ਦੇਖੋ ਪੰਜਾਬ ਨੂੰ ਭਾਸ਼ਾ ਦੇ ਆਧਾਰ ਤੇ ਕਦੋਂ ਪੁਨਰਗਠਨ ਕੀਤਾ ਗਿਆ ਸੀ? ਇਹਦਾ ਪੰਜਾਬ ਦਾ ਤੁਹਾਨੂੰ ਪਤਾ ਹੈ ਤਾਂ ਸਿੰਪਲ ਹੈ, 47 ਚ, 55 ਚ, 1966 ਦੇ ਵਿੱਚ ਜਾਂ ਫਿਰ 1969 ਦੇ ਵਿੱਚ। ਤਾਂ ਇਹਦਾ ਆਨਸਰ ਆਊਗਾ ਜੀ, ਸਿੰਪਲ ਆਨਸਰ ਹੈ ਤਾਂ 1966 ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਨੂੰ ਜਿਹੜਾ ਸੀ ਉਹ ਹਰਿਆਣੇ ਤੋਂ ਅਲੱਗ ਕੀਤਾ ਗਿਆ ਸੀ, ਭਾਸ਼ਾ ਦੇ ਆਧਾਰ ਤੇ ਵੰਡ ਹੋਈ ਸੀਗੀ। ਸੰਤ ਫਤਿਹ ਸਿੰਘ, ਸੰਤ ਫਤਿਹ ਸਿੰਘ ਕਿਸ ਪਾਰਟੀ ਨਾਲ ਸੰਬੰਧਿਤ ਸੀਗੇ ਇਹ? ਹੁਣ ਦੇਖੋ ਇੱਕ ਚੈਪਟਰ ਤੁਹਾਡਾ ਸਿਲੇਬਸ 'ਚ ਪਾਇਆ ਹੋਇਆ ਸੈਂਟਰ ਸਟੇਟ ਰਿਲੇਸ਼ਨ। ਤਾਂ ਸੈਂਟਰ ਸਟੇਟ ਰਿਲੇਸ਼ਨ ਦੇ ਦੇਖੋ ਇਹ ਦੂਸਰਾ ਕੁਐਸਚਨ ਬਣਿਆ ਇੱਥੇ ਸੈਂਟਰ ਸਟੇਟ ਰਿਲੇਸ਼ਨ ਦਾ। ਇੱਕ ਆਪਾਂ ਸਰਕਾਰੀ ਕਮਿਸ਼ਨ ਦੀ ਗੱਲ ਕੀਤੀ ਸੀਗੀ, ਸੈਂਟਰ ਸਟੇਟ ਰਿਲੇਸ਼ਨ ਨੂੰ ਲੈ ਕੇ ਬਹੁਤ ਸਾਰੀ ਕਮੇਟੀਆਂ ਬਣੀਆਂ ਨੇ ਜਾਂ ਬਹੁਤ ਸਾਰੇ ਕਮਿਸ਼ਨ ਬਣੇ ਨੇਗੇ, ਤਾਂ ਉਹਨਾਂ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ। ਇਸੇ ਤਹਿਤ ਹੀ ਸੰਤ ਜਿਹੜੇ ਫਤਿਹ ਸਿੰਘ ਸੀਗੇ, ਇਹਨਾਂ ਨੇ ਇੱਕ ਅਨੰਦਪੁਰ ਸਾਹਿਬ ਮਤਾ ਉਸ ਟਾਈਮ ਆਇਆ ਸੀਗਾ। ਤਾਂ ਇਹ ਤੋਂ ਬਾਅਦ ਇਹਨਾਂ ਦੀ ਰਾਜੀਵ ਗਾਂਧੀ ਨਾਲ ਵੀ ਇੱਕ ਮੀਟਿੰਗ ਹੋਈ ਸੀ, ਰਾਜੀਵ ਗਾਂਧੀ, ਲੌਂਗੋਵਾਲ ਤੇ ਜਿਹੜਾ ਸੀਗਾ ਰਾਜੀਵ ਲੌਂਗੋਵਾਲ ਸਮਝੌਤਾ। ਤੇ ਹੁਣ ਇਹ ਵੀ ਜਿਹੜੇ ਸੀਗੇ ਸੰਤ ਫਤਿਹ ਸਿੰਘ ਸੀਗੇ, ਇਹ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਸੀਗੇ? ਇਹ ਬਿਲੋਂਗ ਕਰਦੇ ਸੀਗੇ ਸ਼੍ਰੋਮਣੀ ਅਕਾਲੀ ਦਲ ਨੂੰ। ਮਤਲਬ ਇਹਨਾਂ ਦਾ ਚਲੋ ਸੈਂਟਰ ਸਟੇਟ ਰਿਲੇਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ, ਪਰ ਫਿਰ ਵੀ ਕਿਤੇ ਨਾ ਕਿਤੇ ਇਹਨਾਂ ਨੇ ਇੱਕ ਅਲੱਗ ਮੂਵਮੈਂਟ ਚਲਾਈ ਸੀਗੀ, ਪੰਜਾਬੀ ਸੂਬੇ ਦੀ ਮੂਵਮੈਂਟ, ਠੀਕ ਹੈ, ਤੇ ਪੰਜਾਬੀ ਸੂਬੇ ਦੀ ਮੂਵਮੈਂਟ ਕਰਕੇ ਜਾਣੇ ਜਾਂਦੇ ਨੇ। ਪਰ ਇਹ ਬਿਲੋਂਗ ਕਿਹਨੂੰ ਕਰਦੇ ਸੀਗੇ? ਇਹ ਬਿਲੋਂਗ ਕਰਦੇ ਸੀ ਸ਼੍ਰੋਮਣੀ ਅਕਾਲੀ ਦਲ ਨੂੰ। ਇਹ ਕਿਸੇ ਸਮੇਂ ਪ੍ਰਧਾਨ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ, ਠੀਕ ਹੈ। ਤਾਂ ਇਹਨਾਂ ਦੀ ਮੰਗ ਵੀ ਸੀ ਵੀ ਅਸੀਂ ਪੰਜਾਬੀ ਸੂਬੇ ਦੀ ਉਹ ਕਰਨੀ ਹੈਗੀ। ਤੇ ਇਸ ਤੋਂ ਬਾਅਦ ਫਿਰ ਪਾਰਟੀ ਦੇ ਪ੍ਰਧਾਨ ਬਣਦੇ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ, ਤੇ ਉਹਨਾਂ ਨੇ ਫਿਰ ਅਨੰਦਪੁਰ ਸਾਹਿਬ ਮਤਾ ਜਿਹੜਾ ਸੀਗਾ ਉਹ ਲੈ ਕੇ ਆਂਦਾ ਸੀਗਾ। ਤੇ ਉਸ ਤੋਂ ਬਾਅਦ ਉਹਨਾਂ ਦਾ ਰਾਜੀਵ ਗਾਂਧੀ ਨਾਲ ਸਮਝੌਤਾ ਹੋਇਆ ਸੀ, ਜਿਹੜਾ ਕਿ ਰਾਜੀਵ ਤੇ ਲੌਂਗੋਵਾਲ ਸਮਝੌਤੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। 41 ਨੰਬਰ ਕੁਐਸਚਨ, ਬਲਵੰਤ ਰਾਏ ਮਹਿਤਾ ਕਮੇਟੀ ਨੇ ਕਿਸ ਨਾਲ ਨਿਪਟਿਆ? ਮਤਲਬ ਦੇਖੋ ਜਦੋਂ ਪੰਜਾਬੀ ਕਨਵਰਟ ਕਰਦੇ ਨੇ ਇਹਦੀ ਅੰਗਰੇਜ਼ੀ ਦੀ, ਹੈ ਨਾ, ਫਿਰ ਹੋਰ ਹੀ ਕੁਝ ਬਣਿਆ ਨਿਪਟਿਆ, ਹੈ ਨਾ। ਜਾਂ ਕਿਸੇ ਵੀ ਦੇਖੋ ਮਤਲਬ ਜਿਹੜੀ ਬਲਵੰਤ ਰਾਏ ਮਹਿਤਾ ਕਮੇਟੀ ਸੀ ਕਿਸ ਚੀਜ਼ ਨਾਲ ਡੀਲ ਕਰਦੀ ਸੀ? ਬਲਵੰਤ ਰਾਏ ਮਹਿਤਾ ਕਮੇਟੀ ਦਾ ਜਿਹੜਾ ਸੰਬੰਧ ਆ ਕਿਹਦੇ ਨਾਲ ਸੀਗਾ? ਜੰਮੂ ਤੇ ਕਸ਼ਮੀਰ ਦੀ ਵਿਸ਼ੇਸ਼ ਸਥਿਤੀ, ਚੁਣਾਵੀ ਗਲਤੀਆਂ, ਜਿਹੜੀਆਂ ਗਲਤੀਆਂ ਹੁੰਦੀਆਂ ਨੇ ਚੋਣਾਂ ਦੇ ਵਿੱਚ, ਪੰਚਾਇਤੀ ਰਾਜ ਸੰਸਥਾਵਾਂ ਜਾਂ ਫਿਰ ਰਾਜਨੀਤਿਕ ਭ੍ਰਿਸ਼ਟਾਚਾਰ। ਤਾਂ ਪੰਚਾਇਤੀ ਰਾਜ ਨੂੰ ਲੈ ਕੇ ਜਿਹੜੀ ਪਹਿਲੀ ਕਮੇਟੀ ਬਣੀ ਸੀ ਉਹ ਬਣੀ ਸੀ ਬਲਵੰਤ ਰਾਏ ਮਹਿਤਾ ਕਮੇਟੀ 1956। ਜਿਸ ਕਮੇਟੀ ਦਾ ਜਿਹੜਾ ਸੀ ਗਠਨ ਕੀਤਾ ਗਿਆ ਸੀ ਉਸ ਤੋਂ ਬਾਅਦ ਉਹਨੇ ਆਪਣੀ ਰਿਪੋਰਟ ਦਿੱਤੀ ਸੀ ਤੇ ਭਾਰਤ ਦੇ ਵਿੱਚ ਫਿਰ ਪੰਚਾਇਤੀ ਰਾਜ ਨੂੰ ਸਟੈਬਲਿਸ਼ ਕੀਤਾ ਗਿਆ ਸੀਗਾ। 42 ਨੰਬਰ ਕੁਐਸਚਨ ਦੇਖਦੇ ਹਾਂ, ਚੇਅਰਮੈਨ ਕਿਸ ਦਾ ਮੁਖੀ ਹੈ? ਹੁਣ ਚੇਅਰਮੈਨ ਦੇਖੋ ਇੱਥੇ ਜ਼ਿਲ੍ਹਾ ਪਰਿਸ਼ਦ ਦਾ ਮੁਖੀ ਵੀ ਹੁੰਦਾ ਹੈ,
ਪੰਚਾਇਤ ਸਮਿਤੀ ਵੀ ਹੁੰਦਾ, ਜਿਹਨੂੰ ਬਲਾਕ ਸਮਿਤੀ ਵੀ ਕਿਹਾ ਜਾਂਦਾ, ਇੱਕੋ ਗੱਲ ਹੈ ਨਾ। ਮਿਊਨਿਸਪਲ ਕਾਰਪੋਰੇਸ਼ਨ ਦਾ ਜਿਹੜਾ ਹੁੰਦਾ ਉਹ ਮੇਅਰ ਹੁੰਦਾ ਹੈ, ਠੀਕ ਹੈ। ਤੇ ਜੇ ਤਾਂ ਐਂ ਆਂਦਾ ਵੀ ਚੇਅਰਮੈਨ ਕਿਸ ਦਾ ਮੁਖੀ ਨਹੀਂ ਹੈ ਤਾਂ ਫਿਰ ਤਾਂ ਬਣ ਜਾਂਦਾ ਮਿਊਨਿਸਪਲ ਕਾਰਪੋਰੇਸ਼ਨ। ਪਰ ਇੱਥੇ ਇਹ ਕੁਐਸਚਨ ਡਾਊਟਫੁਲ ਸੀਗਾ, ਇਹਦੀ ਗ੍ਰੇਸ ਨੰਬਰ ਮਿਲਣੀ ਚਾਹੀਦੀ ਸੀਗੀ। ਹਾਂਜੀ 43 ਕੁਐਸਚਨ ਦੇਖਦੇ ਹਾਂ। ਅਨੰਦਪੁਰ ਸਾਹਿਬ ਰੈਵੋਲੂਸ਼ਨ, ਦੇਖੋ ਇੱਥੇ ਅਨੰਦਪੁਰ ਸਾਹਿਬ ਆ ਗਿਆ, ਉੱਥੇ ਥੋੜੀ ਜਿਹੀ ਕਨਫਿਊਜ਼ਨ ਹੋਈ ਸੀਗੀ। ਅਨੰਦਪੁਰ ਸਾਹਿਬ ਜਿਹੜਾ ਮਤਾ ਸੀਗਾ ਕਿਸ ਲਈ ਜਾਣਿਆ ਜਾਂਦਾ ਸੀ? 1973 ਦੇ ਵਿੱਚ ਆਇਆ ਸੀ ਇਹ, ਠੀਕ ਹੈ, ਸ਼੍ਰੋਮਣੀ ਅਕਾਲੀ ਦਲ ਵੱਲੋਂ ਲਿਆਂਦਾ ਗਿਆ ਸੀ ਇਹ। ਤਾਂ ਅਨੰਦਪੁਰ ਸਾਹਿਬ ਦਾ ਵਿਕਾਸ ਕਰਨਾ ਸੀ, ਐਂਟੀ ਡਰਗ ਪ੍ਰੋਗਰਾਮ ਸੀ, ਪਾਣੀ ਦਾ ਵਿਵਾਦ ਸੀ, ਜਾਂ ਫਿਰ ਰਾਜਾਂ ਨੂੰ ਖੁਦ ਮੁਖਤਿਆਰੀ ਦੇਣ ਦੀ ਗੱਲ ਸੀਗੀ, ਠੀਕ ਹੈ, ਆਟੋਨੋਮੀ ਸਟੇਟਾਂ। ਤਾਂ ਇਹ ਆਊਗਾ ਜੀ ਇਹਦਾ ਆਨਸਰ, ਰਾਜਾਂ ਨੂੰ ਖੁਦ ਮੁਖਤਿਆਰੀ ਦੇਣੀ ਸੀਗੀ, ਰਾਜਾਂ ਨੂੰ ਵੱਧ ਤੋਂ ਵੱਧ ਅਧਿਕਾਰ ਦੇਣ ਦੀ ਗੱਲ ਕੀਤੀ ਗਈ ਸੀ ਅਨੰਦਪੁਰ ਸਾਹਿਬ ਮਤੇ ਦੇ ਵਿੱਚ। ਤਾਂ ਇਹ ਕਾਫੀ ਇੰਪੋਰਟੈਂਟ ਹੈ। 44 ਨੰਬਰ ਕੁਐਸਚਨ, ਕਿਹੜੀ ਪਾਰਟੀ ਰਾਜਸਥਾਨ ਦਾ ਪ੍ਰਬੰਧ, ਮਤਲਬ ਰਾਜਸਥਾਨ ਦੇ ਵਿੱਚ ਕਿਹੜੀ ਪਾਰਟੀ ਜਿਹੜੀ ਹੈ ਉਹ ਹਕੂਮਤ ਕਰ ਰਹੀ ਹੈ, ਜਾਂ ਰਾਜਸਥਾਨ ਦੇ ਵਿੱਚ ਕਿਹਦੀ ਪਾਰਟੀ? ਹੁਣ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਵੀ ਕਿਹੜੀ ਕਿਹੜੀ ਪਾਰਟੀਆਂ ਦੀ ਸੱਤਾ ਕਿਹੜੇ ਕਿਹੜੇ ਉਹਦੇ ਵਿੱਚ ਹੈ, ਠੀਕ ਹੈ। ਇੱਕ ਕੁਐਸਚਨ ਇਹ ਵੀ ਬਣਦਾ ਹੁੰਦਾ ਵੀ ਮੰਨ ਲਓ ਮੌਜੂਦਾ ਸੱਤਾ, ਕਿਉਂਕਿ ਕੁਐਸਚਨ ਕਾਂਗਰਸ ਸਰਕਾਰ ਦੇ ਟਾਈਮ 'ਚ ਲਿਆ ਗਿਆ ਹੈਗਾ ਪੇਪਰ ਇਹ, ਹੈ ਨਾ। ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਾਂਗਰਸ ਸਰਕਾਰਾਂ ਕਿੱਥੇ ਕਿੱਥੇ ਨੇ ਗੀਆਂ। ਮੰਨ ਲਓ ਕੱਲ੍ਹ ਨੂੰ ਕੋਈ ਹੋਰ ਪਾਰਟੀ ਦੀ ਸਰਕਾਰ ਬਣਦੀ ਹੈ ਪੰਜਾਬ 'ਚ, ਤਾਂ ਉਹ ਸਰਕਾਰ ਕਿੱਥੇ ਕਿਤੇ ਹੋਰ ਡੋਮੀਨੇਟ ਕਰ ਰਹੀ ਹੈ, ਕਿਤੇ ਕਿਤੇ ਹੋਰ ਰਾਜ ਕਰ ਰਹੀ ਹੈਗੀ, ਠੀਕ ਹੈ। ਜਾਂ ਮੰਨ ਲਓ ਕੱਲ੍ਹ ਨੂੰ ABCD ਪਾਰਟੀ ਦੀ ਸਰਕਾਰ ਬਣਦੀ ਹੈ, ਕਿਸੇ ਦੀ ਪਾਰਟੀ ਸਰਕਾਰ ਬਣਦੀ ਹੈ, ਤਾਂ ਉਹਨਾਂ ਦੇ ਮੁੱਖ ਮੰਤਰੀ ਅਲੱਗ-ਅਲੱਗ ਸਟੇਟਾਂ 'ਚ ਕਿਹੜੇ ਕਿਹੜੇ ਨੇ, ਉਹਨਾਂ ਦੀ ਪਾਰਟੀ ਕਿਹੜੀ ਕਿਹੜੀ ਸਟੇਟਾਂ 'ਚ ਰਾਜ ਕਰ ਰਹੀ ਹੈ, ਤਾਂ ਤੁਹਾਨੂੰ ਇਹ ਸਭ ਪਤਾ ਹੋਣਾ ਚਾਹੀਦਾ ਹੈਗਾ ਇਹਦੇ ਬਾਰੇ, ਠੀਕ ਹੈ। ਤਾਂ ਰਾਜਸਥਾਨ ਦੇ ਵਿੱਚ ਕਿਹਦੀ ਸਰਕਾਰ ਐਟ ਪ੍ਰੈਜ਼ੈਂਟ ਜੇ ਅਸੀਂ ਗੱਲ ਕਰੀਏ 2021 ਦੇ ਅਕੋਰਡਿੰਗ ਗੱਲ ਕਰਦੇ ਹਾਂ ਤਾਂ ਇਹ INC ਇੰਡੀਅਨ ਨੈਸ਼ਨਲ ਕਾਂਗਰਸ ਦੀ ਅਸ਼ੋਕ ਗਹਿਲੋਤ ਦੇ ਮੁੱਖ ਮੰਤਰੀ ਨੇਗੇ। ਹਾਂਜੀ ਨਗਰ ਕੌਂਸਲ ਬਣਾਈ ਜਾਂਦੀ ਹੈ ਕਿਹੜੇ ਸ਼ਹਿਰਾਂ ਲਈ ਬਣਾਈ ਜਾਂਦੀ ਹੈ? ਨਗਰ ਕੌਂਸਲ ਜਿਹੜੀ ਹੈ ਇਹ ਛੋਟੇ ਸ਼ਹਿਰੀ ਖੇਤਰਾਂ ਲਈ, ਵੱਡੇ ਸ਼ਹਿਰੀ ਖੇਤਰ ਦੇ ਲਈ, ਉਪਨਗਰ ਖੇਤਰੀ ਲਈ, ਜਾਂ ਫਿਰ ਸ਼ਹਿਰ ਦੇ ਇਲਾਕੇ ਦੇ ਲਈ। ਹੁਣ ਦੇਖੋ ਇੱਥੇ ਮੇਰੇ ਅਕੋਰਡਿੰਗ ਇਹ ਕੁਐਸਚਨ ਜਿਹੜਾ ਬਣਨਾ ਚਾਹੀਦਾ ਸੀ ਉਹ ਵੀ ਸ਼ਾਇਦ ਗ੍ਰੇਸ 'ਚ ਆਉਣਾ ਚਾਹੀਦਾ ਸੀ, ਕਿਉਂਕਿ ਕਲੀਅਰ ਕੱਟੇ ਦਾ ਕੁਛ ਉਹ ਨਹੀਂ ਹੈਗਾ। ਹੁਣ ਸ਼ਹਿਰੀ ਇਲਾਕਿਆਂ ਦੇ ਲਈ ਨੇ ਬਹੁਤ ਸਾਰੀਆਂ ਸੰਸਥਾਵਾਂ ਹੋਰ ਵੀ ਬਣਦੀਆਂ ਨੇਗੀਆਂ, ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਕੱਲਾ ਨਗਰ ਕੌਂਸਲ ਜਾਂ ਨਗਰ ਨਿਗਮ ਜਾਂ ਨਗਰ ਪ੍ਰੀਸ਼ਦ ਦੀ ਪੰਚਾਇਤ ਹੀ ਬਣਦੀ ਹੈ ਇਕੱਲੀ, ਤਾਂ ਉਹਦੇ ਵਾਸਤੇ ਹੋਰ ਵੀ ਬਹੁਤ ਸਾਰੀਆਂ ਹੁੰਦੀਆਂ ਨੇ। ਕਿਸੇ ਵੀ ਚੀਜ਼ ਨੂੰ ਨਗਰ ਦਾ ਦਰਜਾ ਦਿੱਤਾ ਜਾ ਸਕਦਾ ਹੈ ਇੱਕ ਪਰਟੀਕੂਲਰ ਟਰਮ ਪੂਰੀ ਹੋਣ ਤੋਂ ਬਾਅਦ, 5000 ਦੀ ਆਬਾਦੀ ਹੋਵੇ ਉਹਦੀ, ਤੇ 75% ਜਿਹੜੀ ਆਬਾਦੀ ਹੈ ਉਹਨਾਂ ਦੀ ਉਹ ਪੇਂਡੂ ਕੰਮ ਨਾ ਕਰਦੀ ਹੋਵੇ ਜਾਂ ਉਹ ਗੈਰ ਖੇਤੀ ਕੰਮ ਕਰਦੀ ਹੋਵੇ, ਠੀਕ ਹੈ। ਤਾਂ ਇਹਦਾ ਅਕੋਰਡਿੰਗ ਆਨਸਰ ਕੋਈ ਸਫੀਸ਼ੀਐਂਟ ਆਨਸਰ ਮੈਨੂੰ ਲੱਗਦਾ ਨਹੀਂ ਇਹਦਾ, ਅਸੀਂ ਪਤਾ ਨਹੀਂ ਇਹਨਾਂ ਨੇ ਕੀ ਲਾਇਆ ਸੀ ਆਨਸਰ ਇਹਦਾ। ਤੇ ਜੇ ਹੁਣ ਛੋਟੇ ਸ਼ਹਿਰਾਂ ਦੀ ਗੱਲ ਕਰਦੇ ਹਾਂ, ਛੋਟੇ ਸ਼ਹਿਰਾਂ ਲਈ ਤਾਂ ਫਿਰ ਨਗਰ ਪੰਚਾਇਤ ਹੁੰਦੀ ਹੈ। ਵੱਡੇ ਸ਼ਹਿਰਾਂ ਲਈ ਕਿਹੜੀ ਹੁੰਦੀ ਹੈ? ਵੱਡੇ ਸ਼ਹਿਰਾਂ ਲਈ ਨਗਰ ਮਿਊਨਿਸਪਲ ਕਾਰਪੋਰੇਸ਼ਨ ਹੁੰਦੀ ਹੈ। ਸ਼ਹਿਰੀ ਇਲਾਕੇ ਲਈ ਕੋਈ ਵੀ ਹੋ ਸਕਦੀ ਹੈ। ਉਪਨਗਰ ਖੇਤਰ, ਤਾਂ ਉਪਨਗਰ ਖੇਤਰ ਦੇਖੋ ਆਨਸਰ ਇਹਦਾ ਕੀ ਬਣਦਾ ਹੈ, ਪਰ ਚਲੋ ਇਹਦਾ ਆਨਸਰ ਤੁਸੀਂ ਦੱਸ ਦਿਓ ਕੀ ਬਣਦਾ ਇਹਦਾ ਆਨਸਰ, ਮੈਂ ਇਹਨੂੰ ਡਾਊਟ 'ਚ ਰੱਖਦਾ ਕੁਐਸਚਨ ਨੂੰ। 39 ਨੰਬਰ ਨੂੰ ਨੈਕਸਟ ਹੈ 46 ਨੰਬਰ, ਕੁਝ ਵਿਚਾਰਧਾਰਾਵਾਂ ਬਾਰੇ ਕੁਐਸਚਨ ਪੁੱਛੇ ਜਾਂਦੇ, ਜਿਵੇਂ ਇਹਦੇ ਵਿੱਚ ਸਮਾਜਵਾਦੀ ਵਿਚਾਰਧਾਰਾ ਦੇ ਜਿਹੜੇ ਥਿੰਕਰ ਨੇ, ਖਾਸ ਕਰਕੇ ਕਾਰਲ ਮਾਰਕਸ ਹੈਗਾ, ਉਦਾਰਵਾਦੀ ਥਿੰਕਰ ਨੇ, ਜਾਂ ਫਿਰ ਗਾਂਧੀਵਾਦੀ ਦੇ ਵਿਚਾਰ, ਗਾਂਧੀ ਦੇ ਵਿਚਾਰ ਇਹਦੇ ਵਿੱਚ ਨੇ। ਦਾ ਕੈਪੀਟਲ ਜਾਂ ਦਾਸ ਕੈਪੀਟਲ ਜਿਹੜੀ ਕਿਹਦੀ ਰਚਨਾ ਹੈਗੀ ਉਹ ਸੈਂਟ ਸਿਮੋਨ ਦੀ ਹੈ, ਲੈਨਿਨ ਦੀ ਹੈ, ਠੀਕ ਹੈ, ਕਾਰਲ ਮਾਰਕਸ ਦੀ ਹੈ, ਜਾਂ ਮੌਸ ਤੇ ਤੁੰਗ ਦੀ ਹੈ ਨਾ। ਤਾਂ ਕਾਰਲ ਮਾਰਕਸ ਦੀ ਰਚਨਾ ਜੀ ਕਾਫੀ ਫੇਮਸ ਰਚਨਾ ਸੀ ਦਾਸ ਕੈਪੀਟਲ ਇਹ, ਦ ਕੈਪੀਟਲ ਬੁੱਕ। ਟਰਸਟੀਸ਼ਿਪ ਦੀ ਜਿਹੜੀ ਧਾਰਨਾ ਜਾਂ ਟਰਸਟੀਸ਼ਿਪ ਦਾ ਕੰਸੈਪਟ ਹੈ ਵੀ ਕਾਫੀ ਇੰਪੋਰਟੈਂਟ ਕੰਸੈਪਟ ਹੈਗਾ। ਤੇ ਇਹਦਾ ਮਤਲਬ ਕੀ ਹੁੰਦਾ ਹੈ ਵੀ ਤੁਹਾਡੇ ਅੰਦਰ ਆਪ ਹੀ ਤੁਹਾਡੇ ਹਿਰਦੇ ਦੇ ਵਿੱਚ ਕੋਈ ਪਰਿਵਰਤਨ ਆਊਗਾ, ਤੇ ਫਿਰ ਤੁਸੀਂ ਲੋਕਾਂ ਨੂੰ, ਹੁਣ ਜਿਵੇਂ ਗਾਂਧੀ ਨੇ ਦਿੱਤਾ ਸੀ ਇਹ, ਤਾਂ ਗਾਂਧੀ ਨੇ ਜਾਤੀ ਬਾਰੇ ਜਾਂ ਇਹਦੇ ਬਾਰੇ ਉਹ ਟਰਸਟੀਸ਼ਿਪ ਦੀ ਗੱਲ ਕਰਦੇ ਨੇ ਵੀ ਜਦੋਂ ਉੱਚ ਜਾਤੀ ਦੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਭਾਵਨਾ ਆ ਗਈ ਤਾਂ ਉਹ ਉਹਨਾਂ ਨਾਲ ਭੇਦਭਾਵ ਕਰਨਾ ਜਿਹੜਾ ਉਹ ਬੰਦ ਕਰ ਦੇਣਗੇ, ਠੀਕ ਹੈ। ਤਾਂ ਟਰਸਟੀਸ਼ਿਪ ਕਿਹਦੇ ਨਾਲ ਜੁੜਿਆ ਹੋਇਆ? ਟਰਸਟੀਸ਼ਿਪ ਜੁੜਾ ਹੈ ਜੀ ਮਹਾਤਮਾ ਗਾਂਧੀ ਦੇ ਨਾਲ। ਇਹ ਮੈਂ ਤੁਹਾਨੂੰ ਕਰਾਊਂਗਾ ਕੰਸੈਪਟ, ਠੀਕ ਹੈ, ਸਾਰੇ ਕੰਸੈਪਟ ਮੈਂ ਤੁਹਾਨੂੰ ਕਰਾਉਣੇ ਨੇ ਇਹ। ਲਿਬਰਟੀ ਸ਼ਬਦ ਹੈ ਜਿਹੜਾ ਕਾਫੀ ਸ਼ਬਦਾਂ ਦਾ ਵੀ ਕੁਛ, ਕਿਉਂਕਿ ਲਿਬਰਜ਼ਮ ਤੋਂ ਲਿਆ ਗਿਆ ਹੈ ਨਾ, ਲਿਬਰਜ਼ਮ ਮਤਲਬ ਲਿਬਰਟੀ ਸ਼ਬਦ ਤੋਂ ਆਇਆ ਹੈਗਾ। ਤਾਂ ਲਿਬਰਜ਼ਮ ਸ਼ਬਦ ਕਿੱਥੋਂ ਆਇਆ, ਠੀਕ ਹੈ, ਤਾਂ ਇਹ ਸਾਰੇ ਸ਼ਬਦ ਕਿੱਥੋਂ ਆਏ ਨੇ ਇਹਦੇ ਬਾਰੇ ਉਸਨੂੰ ਪਤਾ ਹੋਣਾ ਚਾਹੀਦਾ ਹੈਗਾ। ਤਾਂ ਲਿਬਰਜ਼ਮ ਜਿਹੜਾ ਸ਼ਬਦ ਆਇਆ ਸੀ ਇਹ ਲੈਟਿਨ ਤੋਂ ਆਇਆ ਸੀ, ਜਰਮਨ ਤੋਂ ਆਇਆ ਸੀ, ਗ੍ਰੀਕ ਭਾਸ਼ਾ ਦਾ ਜਾਂ ਫਿਰ ਰੋਮਨ ਭਾਸ਼ਾ ਦਾ ਇਹ। ਤਾਂ ਇਹਦਾ ਆਨਸਰ ਆਊਗਾ ਜੀ ਇਹ ਲੈਟਿਨ ਭਾਸ਼ਾ। ਬਹੁਤੇ ਵਰਡ ਜਿਹੜੇ ਆਏ ਨੇ ਉਹ ਲੈਟਿਨ ਭਾਸ਼ਾ ਤੋਂ ਆਏ ਨੇ, ਕਾਫੀ ਉੱਨਤ ਭਾਸ਼ਾ ਜਿਹੜੀ ਮੰਨੀ ਜਾਂਦੀ ਸੀ ਲੈਟਿਨ ਭਾਸ਼ਾ ਉਸ ਟਾਈਮ। ਨੈਕਸਟ ਹੈ 49 ਨੰਬਰ ਕੁਐਸਚਨ, ਜਿਹੜਾ ਕਾਰਲ ਮਾਰਕਸ ਕਿਹੜੀ ਧਾਰਨਾ ਦੇ ਨਾਲ ਜੁੜੇ ਹੋਏ ਸੀਗੇ? ਫਿਰਕਾਪ੍ਰਸਤੀ, ਸਿੰਡੀਕਲਿਜ਼ਮ ਜਾਂ ਪੂੰਜੀਵਾਦ ਦੇ ਨਾਲ ਹੈ, ਜਾਂ ਫਿਰ ਕਲਾਸ ਸੰਘਰਸ਼ ਦੇ ਨਾਲ ਹੈ। ਤਾਂ ਕਾਫੀ ਸਾਰੇ ਕੰਸੈਪਟ ਇਹਨਾਂ ਨੇ ਆਪਣੇ ਸਿਧਾਂਤ ਦੇ ਵਿੱਚ ਦਿੱਤੇ ਸੀ ਕਾਰਲ ਮਾਰਕਸ ਨੇ। ਤਾਂ ਇਹਨਾਂ ਦੇ ਵਿੱਚ ਇੱਕ ਸੀਗਾ ਕਲਾਸ ਸੰਘਰਸ਼ ਦਾ, ਕਲਾਸ ਸਟਰਗਲ ਦਾ। ਇਹਦੇ ਵਿੱਚ ਕੀ ਹੈ ਵੀ ਇੱਕ ਪੂੰਜੀਵਾਦੀ ਹੁੰਦੇ ਨੇ, ਇੱਕ ਜਿਹੜੇ ਜਿਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ, ਮਜ਼ਦੂਰ ਕਲਾਸ ਹੁੰਦੀ ਹੈ, ਤਾਂ ਆਪਸ ਦੇ ਵਿੱਚ ਉਹਨਾਂ ਦੇ ਵਿੱਚ ਕੀ ਹੁੰਦਾ ਹੈਗਾ? ਸੰਘਰਸ਼ ਹੁੰਦਾ ਹੈਗਾ, ਠੀਕ ਹੈ, ਕੀਮਤਾਂ ਨੂੰ ਲੈ ਕੇ ਸੰਘਰਸ਼ ਹੁੰਦਾ। ਇਹਦੇ ਬਾਰੇ ਆਪਾਂ ਗੱਲ ਕਰਾਂਗੇ ਕਲਾਸ ਸੰਘਰਸ਼ ਕੀ ਸੀਗਾ।
50 ਨੰਬਰ ਕੁਐਸਚਨ ਹੈਗਾ ਵਿਗਿਆਨਿਕ ਸਮਾਜਵਾਦ ਦੇ ਉੱਪਰ ਕਿਹਨੇ ਜ਼ੋਰ ਦਿੱਤਾ ਸੀ। ਪਹਿਲੀ ਵਾਰ ਸਮਾਜਵਾਦ ਨੂੰ ਵਿਗਿਆਨਿਕ ਰੂਪ ਦੇ ਵਿੱਚ ਕਿਹਨੇ ਇਹਦਾ ਸੀਗਾ ਜਿਹੜਾ ਵਰਣਨ ਕੀਤਾ ਸੀ, ਤਾਂ ਇਹ ਐਂਟੋਨੀਓ ਗ੍ਰੈਮਸਾਈ, ਲਿਓਨ ਟੋਲਸਟਾਏ ਜਾਂ ਕਾਰਲ ਮਾਰਕਸ ਜਾਂ ਫਿਰ ਸੈਂਟ ਸੋਮਨ। ਤਾਂ ਪਹਿਲੀ ਵਾਰ ਸਮਾਜਵਾਦ ਨੂੰ ਵਿਗਿਆਨਿਕ ਤੌਰ ਤੇ ਜਿਹੜਾ ਕਨਸੈਪਟ ਘੜਿਆ ਸੀਗਾ ਉਹ ਕਿਹਨੇ ਘੜਿਆ ਸੀ, ਕਾਰਲ ਮਾਰਕਸ ਦੁਆਰਾ ਘੜਿਆ ਗਿਆ ਸੀ ਇਹ। 51 ਨੰਬਰ ਕੁਐਸਚਨ ਦੇਖਦੇ ਹਾਂ ਵਿਨੋਬਾ ਭਾਵੇ। ਵਿਨੋਬਾ ਭਾਵੇ ਕਿਹਦੇ ਨਾਲ ਸੰਬੰਧਿਤ ਸੀਗੇ, ਤਾਂ ਇਹ ਸੀਗੇ ਸਵਦੇਸ਼ੀ, ਸਵੱਛ ਭਾਰਤ, ਭੂਦਾਨ ਜਾਂ ਫਿਰ ਅਛੂਤਾ ਦੇ ਨਾਲ। ਤਾਂ ਇਹਦਾ ਆਨਸਰ ਆਊਗਾ ਜੀ ਭੂਦਾਨ। ਇਹ 1950-51 ਦੇ ਨੇੜੇ ਤੇੜੇ ਮਤਲਬ ਜਿਹੜੇ ਅਮੀਰ ਜ਼ਮੀਂਦਾਰ ਸੀਗੇ ਜਾਂ ਤਾਕਤਵਰ ਜਿਹੜੇ ਜ਼ਮੀਂਦਾਰ ਸੀ ਉਹਨਾਂ ਤੋਂ ਜ਼ਮੀਨਾਂ ਲੈ ਕੇ ਆਮ ਲੋਕਾਂ ਨੂੰ ਜਿਹੜੀਆਂ ਵੰਡਣੀਆਂ ਸੀਗੀਆਂ। ਤਾਂ ਇਹ ਮੰਨਿਆ ਜਾਂਦਾ ਵੀ ਲਗਭਗ 50 ਕਰੋੜ ਏਕੜ ਦੇ ਕਰੀਬ ਜਿਹੜੀ ਜ਼ਮੀਨ ਸੀ ਇਹਨਾਂ ਨੇ ਲਈ ਸੀ ਤੇ ਉਹ ਆਮ ਲੋਕਾਂ ਨੂੰ ਵੰਡੀ ਸੀ। ਸਾਊਥ ਦੇ ਵਿੱਚ ਮੂਵਮੈਂਟ ਚੱਲੀ ਸੀ ਇਹ। ਤਾਂ ਵਿਨੋਬਾ ਭਾਵੇ ਜਿਹੜੇ ਸੀਗੇ ਉਹ ਭੂਦਾਨ ਅੰਦੋਲਨ ਦੇ ਨਾਲ ਸੰਬੰਧਿਤ ਨੇ। ਇੱਕ ਵਿਅਕਤੀਗਤ ਅੰਦੋਲਨ ਵੀ ਚਲਾਇਆ ਗਿਆ ਸੀਗਾ ਜਦੋਂ 1940 ਦੇ ਵਿੱਚ ਅੰਦੋਲਨ ਚੱਲਿਆ ਸੀਗਾ ਮਹਾਤਮਾ ਗਾਂਧੀ ਵੱਲੋਂ। ਤਾਂ ਉਹਦੇ ਵਿੱਚ ਵੀ ਜਿਹੜੇ ਵਿਅਕਤੀਗਤ ਅੰਦੋਲਨ ਦੇ ਵਿੱਚ ਜਿਹੜੇ ਸੱਤਿਆਗ੍ਰਹੀ ਵਿਅਕਤੀਗਤ ਸੱਤਿਆਗ੍ਰਹੀ ਅੰਦੋਲਨ ਜਦੋਂ ਚਲਾਇਆ ਗਿਆ ਸੀਗਾ ਤਾਂ ਉਸ ਸੱਤਿਆਗ੍ਰਹਿ ਦੇ ਵਿੱਚ ਪਹਿਲੇ ਵਿਅਕਤੀ ਜਿਹੜੇ ਸੀਗੇ ਉਹ ਵਿਨੋਬਾ ਭਾਵੇ ਹੀ ਸੀਗੇ। 52 ਨੰਬਰ ਕੁਐਸਚਨ ਹੈ ਹਿੰਦ ਸਵਰਾਜ। ਹਿੰਦ ਸਵਰਾਜ ਦੀ ਪੁਸਤਕ ਇਹਨੇ ਲਿਖੀ ਹੈ, ਕਾਫੀ ਫੇਮਸ ਬੁੱਕ ਹੈ ਇਹ। ਵੀਰ ਸਾਵਰਕਰ, MM ਮਾਲਵੀਆ, ਮਦਨ ਮੋਹਨ ਮਾਲਵੀਆ, ਤਾਂ BG ਤਿਲਕ, ਠੀਕ ਹੈ, ਤੇ ਜਾਂ ਫਿਰ MK ਗਾਂਧੀ। ਤਾਂ ਆਨਸਰ ਆਊਗਾ ਜੀ ਮਹਾਤਮਾ ਗਾਂਧੀ ਨੇ ਇਸ ਬੁੱਕ ਦੀ ਰਚਨਾ ਕੀਤੀ ਸੀ ਹਿੰਦ ਸਵਰਾਜ ਦੀ। ਆਈ ਥਿੰਕ 1909 ਦੇ ਵਿੱਚ ਇਹਦੀ ਰਚਨਾ ਹੋਈ ਸੀਗੀ ਮਹਾਤਮਾ ਗਾਂਧੀ ਦੁਆਰਾ। 53 ਨੰਬਰ ਕੁਐਸਚਨ ਦੇਖ ਲੈਣੇ। ਹੇਠ ਲਿਖਿਆ ਵਿੱਚ ਦਾਰਸ਼ਨਿਕ ਫਿਲਾਸਫਰ ਇਹਨਾਂ ਚ ਕੌਣ ਸੀਗਾ, ਠੀਕ ਹੈ। ਤਾਂ ਕਾਫੀ ਇੰਟੈਲੀਜੈਂਟ ਬੰਦੇ ਸੀਗੇ ਉਹ। ਭਾਰਤ ਦੇ ਬਾਅਦ ਦੇ ਵਿੱਚ ਉਪ ਰਾਸ਼ਟਰਪਤੀ ਬਣੇ ਨੇਗੇ, ਤੁਸੀਂ ਸਮਝ ਗਏ ਹੋਗੇ। ਵੈਸੇ ਤਾਂ ਅੰਨਾ ਹਜ਼ਾਰੇ, ਅਬਦੁਲ ਕਲਾਮ ਆਜ਼ਾਦ ਤਾਂ ਦੇਖੋ ਸਾਇੰਟਿਸਟ ਸੀਗੇ, VV ਗਿਰੀ, ਠੀਕ ਹੈ। ਤਾਂ ਇਹ ਵੀ ਨਹੀਂ ਆਊਗਾ, ਤਾਂ ਇਹਦਾ ਆਊਗਾ ਜੀ ਆਨਸਰ MS ਰਾਧਾ ਕ੍ਰਿਸ਼ਨਨ, ਫਿਲਾਸਫਰ ਰਹੇ ਨੇ ਇਹ। ਨੈਕਸਟ ਹੈ ਲਿਬਰਜ਼ਮ ਕੀ ਗੱਲ ਕਰਦਾ ਹੈ। ਲਿਬਰਜ਼ਮ ਕੀ ਗੱਲ ਕਰਦਾ ਹੈਗਾ, ਇੱਕ ਤਰਕਸ਼ੀਲ ਵਿਅਕਤੀ ਦੀ ਗੱਲ ਕਰਦਾ ਹੈ, ਧਾਰਮਿਕ ਵਿਅਕਤੀ ਦੀ ਗੱਲ ਕਰਦਾ ਹੈ, ਸਵਾਰਥੀ ਦੀ ਗੱਲ ਕਰਦਾ ਹੈ, ਨਿਰਸਵਾਰਥੀ ਦੀ ਗੱਲ ਕਰਦਾ ਹੈ। ਤਾਂ ਦੇਖੋ ਜੀ ਇਹ ਤਰਕ ਦੀ ਗੱਲ ਕਰਦਾ ਹੈ। ਲਿਬਰਜ਼ਮ ਦੇ ਵੀ ਤਰਕ ਦੀ ਗੱਲ ਕੀਤੀ ਜਾਂਦੀ ਹੁੰਦੀ ਹੈ, ਠੀਕ ਹੈ। ਤਾਂ ਇਹਦਾ ਆਨਸਰ ਆਊਗਾ ਜੀ ਤਰਕਸ਼ੀਲ ਨਾਗਰਿਕ ਦੀ ਗੱਲ ਕਰਦਾ ਹੈ। ਸਰਵੋਦਿਆ। ਸਰਵੋਦਿਆ ਦਾ ਮਤਲਬ ਕੀ ਹੁੰਦਾ, ਸਰਵੋਦਿਆ ਮਤਲਬ ਹੁੰਦਾ ਸਾਰਿਆਂ ਦਾ ਭਲਾ ਕਰਨਾ, ਆਲ ਓਵਰ ਅਸੀਂ ਭਲਾ ਕਰਨਾ ਸਾਰਿਆਂ ਦਾ। ਤਾਂ ਇਹਦਾ ਆਨਸਰ ਕੀ ਆਊਗਾ ਜੀ, ਇਹਨਾਂ ਚੋਂ ਲੀਡਰ ਦੀ ਪਛਾਣ ਕਰਨੀ ਅਸੀਂ ਸਰਵੋਦਿਆ ਦੀ, ਤਾਂ ਰਾਮਚੰਦਰ ਲੋਹੀਆ, ਵੈਸੇ ਰਾਮ ਮਨੋਹਰ ਲੋਹੀਆ ਇਹ ਇਹਨਾਂ ਦਾ ਨਾਮ ਪੂਰਾ, ਵਿਨੋਬਾ ਭਾਵੇ, S ਚੰਦਰ ਸ਼ੇਖਰ ਜਾਂ ਜ਼ਾਕਿਰ ਹੁਸੈਨ। ਤਾਂ ਇਹਨਾਂ ਦਾ ਆਨਸਰ ਆਊਗਾ ਜੀ ਵਿਨੋਬਾ ਭਾਵੇ। ਵਿਨੋਬਾ ਭਾਵੇ ਸਰਵੋਦਿਆ ਦੇ ਨਾਲ ਜੁੜੇ ਹੋਏ ਸੀਗੇ, ਸਾਰਿਆਂ ਦੇ ਭਲੇ ਦੇ ਨਾਲ ਕੰਸੈਪਟ ਸੀਗਾ ਇਹ, ਇਹਦੇ ਨਾਲ ਜੁੜੇ ਹੋਏ ਸੀ। 56 ਨੰਬਰ ਕੁਐਸਚਨ ਦੇਖਦੇ ਹਾਂ, ਇਹਦਾ ਆਨਸਰ ਕਰੋ ਬਈ। ਮਹਾਤਮਾ ਗਾਂਧੀ ਕਿਸ ਵਿਚਾਰਧਾਰਾ ਨਾਲ ਪ੍ਰਭਾਵਿਤ ਸੀਗੇ। ਹਾਂਜੀ, ਮਹਾਤਮਾ ਗਾਂਧੀ ਕਿਸ ਦੀ ਵਿਚਾਰਧਾਰਾ ਨਾਲ ਪ੍ਰਭਾਵਿਤ ਸੀਗੇ। ਲਾਇਡ ਟਾਲਸਟਾਏ, ਇੱਕ ਪਹਿਲਾਂ ਵੀ ਪਹਿਲੇ ਪੇਪਰ ਤੇ 60 ਦੀ ਭਰਤੀ 'ਚ ਵੀ ਆਇਆ ਸੀ ਕੁਐਸਚਨ ਇਹ। ਲਿਓਨ ਟਰੋਸਕੀ ਜਾਂ ਅਰਵਿੰਦ ਘੋਸ਼, ਠੀਕ ਹੈ। ਤਾਂ ਇਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੀ, ਕਈ ਵਿਚਾਰਕਾਂ ਤੋਂ ਪ੍ਰਭਾਵਿਤ ਸੀਗੇ ਇਹ। ਤਾਂ ਇਹਦੇ ਵਿੱਚੋਂ ਆਊਗਾ ਆਨਸਰ ਲਿਓ ਟਾਲਸਟਾਏ, ਠੀਕ ਹੈ। ਲਿਓ ਟਾਲਸਟਾਏ ਦੀ ਬੁੱਕ ਦਾ ਨਾਮ ਵੀ ਜੀ ਕਿਸੇ ਨੂੰ ਪਤਾ ਦੱਸੋ ਕਿਹੜੀ ਬੁੱਕ ਹੈ ਉਹਨਾਂ ਦੀ ਫੇਮਸ। ਮਹਾਤਮਾ ਗਾਂਧੀ ਦਾ ਕਤਲ ਕਦੋਂ ਹੋਇਆ ਸੀ, ਤਾਂ ਮਹਾਤਮਾ ਗਾਂਧੀ ਦਾ 1947, 1948, 1949 ਜਾਂ ਫਿਰ 1950। ਤੇ ਇਹਦਾ ਆਨਸਰ ਆਊਗਾ ਜੀ 1948, 30 ਜਨਵਰੀ 1948। ਇਸ ਦਿਵਸ ਨੂੰ ਸ਼ਹੀਦ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਕਾਰਲ ਮਾਰਕਸ ਨੇ ਪ੍ਰਭਾਵਿਤ ਕੀਤਾ ਸੀ, ਕਿਹਨੂੰ ਪ੍ਰਭਾਵਿਤ ਕੀਤਾ ਸੀ 1688। ਉਸ ਟਾਈਮ ਦਾ ਕਾਰਲ ਮਾਰਕਸ ਆਪ ਹੀ ਨਹੀਂ ਸੀਗਾ, ਠੀਕ ਹੈ ਨਾ। ਫ੍ਰੈਂਚ ਰੈਵੋਲੂਸ਼ਨ ਨੂੰ ਪ੍ਰਭਾਵਿਤ ਨਹੀਂ ਕੀਤਾ ਇਹਨੇ, ਚਾਈਨੀਜ਼ ਰੈਵੋਲੂਸ਼ਨ ਨੂੰ ਪ੍ਰਭਾਵਿਤ ਕੀਤਾ ਹੈਗਾ ਇਹਨੇ ਪ੍ਰਭਾਵਿਤ ਕੀਤਾ ਸੀ ਰਸ਼ੀਅਨ ਰੈਵੋਲੂਸ਼ਨ ਨੂੰ, ਬੋਲਸ਼ੇਵਿਕ ਕ੍ਰਾਂਤੀ ਜਿਹੜੀ ਰਸ਼ੀਆ ਦੇ ਵਿੱਚ ਹੋਈ ਸੀ, ਤਾਂ ਉਹਨੂੰ ਪ੍ਰਭਾਵਿਤ ਕੀਤਾ ਹੈਗਾ ਲੈਨਿਨ ਦੀ ਅਗਵਾਈ ਦੇ ਵਿੱਚ। ਲੈਨਿਨ ਕਿਉਂਕਿ ਇੱਕ ਮਾਰਕਸਵਾਦੀ ਨੇਤਾ ਸੀਗਾ, ਕਮਿਊਨਿਸਟ ਨੇਤਾ ਸੀਗਾ, ਤਾਂ ਇਹਨੇ ਰਸ਼ੀਅਨ ਰੈਵੋਲੂਸ਼ਨ ਨੂੰ ਪ੍ਰਭਾਵਿਤ ਕੀਤਾ ਹੈ। ਕਾਰਲ ਮਾਰਕਸ ਦੀ ਮੌਤ ਕਿੱਥੇ ਹੋਈ ਹੈ, ਕਾਰਲ ਮਾਰਕਸ ਕਿੱਥੇ ਮਰਿਆ ਸੀ, ਮਤਲਬ ਫਰਾਂਸ 'ਚ, ਇੰਗਲੈਂਡ ਦੇ ਵਿੱਚ, ਜਰਮਨੀ ਦੇ ਵਿੱਚ ਜਾਂ ਫਿਰ ਇਟਲੀ ਦੇ ਵਿੱਚ। ਤਾਂ ਕਾਰਲ ਮਾਰਕਸ ਦੀ ਮੌਤ ਜਿਹੜੀ ਹੋਈ ਹੈ ਉਹ ਹੋਈ ਸੀ ਇੰਗਲੈਂਡ ਦੇ ਵਿੱਚ। UK ਵੀ ਦੱਸ ਸਕਦਾ, ਇੰਗਲੈਂਡ ਵੀ ਇੱਕੋ ਗੱਲ ਹੈ। ਵੈਸੇ UK ਕਈ ਸਟੇਟਾਂ ਨੂੰ ਮਿਲਾ ਕੇ ਬਣਦਾ ਹੁੰਦਾ, ਤਾਂ ਮੈਂ ਤੁਹਾਨੂੰ ਕਦੇ ਦੱਸੂਗਾ ਉਹ, ਕਿਉਂਕਿ UK ਅਲੱਗ ਚੀਜ਼ ਹੈ, ਠੀਕ ਹੈ। ਤੇ ਇੰਗਲੈਂਡ ਅਲੱਗ ਚੀਜ਼ ਹੈ। ਇੰਗਲੈਂਡ ਇਕੱਲਾ ਰਾਸ਼ਟਰ ਹੋ ਗਿਆ ਹੈ ਨਾ, ਤੇ ਵੇਲਸ ਹੋ ਗਿਆ, ਸਕਾਟਲੈਂਡ ਹੋ ਗਿਆ, ਹੈ ਨਾ, ਕਈ ਨੇਗੇ ਇਹਦੇ ਵਿੱਚ। 60 ਨੰਬਰ ਕੁਐਸਚਨ ਹੈ ਭਾਰਤੀ ਸੰਸਦ ਦੇ ਹੇਠਲੇ ਸਦਨ ਦੀ, ਦੋ ਸਦਨ ਨੇ, ਇੱਕ ਉੱਪਰਲਾ ਸਦਨ ਇੱਕ ਹੇਠਲਾ ਸਦਨ ਹੈ। ਤਾਂ ਸਭਾ, ਲੋਕ ਸਭਾ, ਰਾਜ ਸਭਾ, ਸੰਮਤੀ। ਤਾਂ ਇਹਦਾ ਆਨਸਰ ਆਊਗਾ ਜੀ ਲੋਕ ਸਭਾ। ਵੈਰੀ ਸਿੰਪਲ ਕੁਐਸਚਨ ਸੀ ਇਹ। ਇਹਨਾਂ ਵਿੱਚੋਂ ਕਿਹੜਾ ਰਾਸ਼ਟਰਪਤੀ ਨਹੀਂ ਰਿਹਾ ਭਾਰਤ ਦਾ, ਠੀਕ ਹੈ। ਤਾਂ ਸਾਨੂੰ ਰਾਸ਼ਟਰਪਤੀ ਬਾਰੇ ਪਤਾ ਹੋਣਾ ਚਾਹੀਦਾ, ਭਾਰਤ ਦੇ ਰਾਸ਼ਟਰਪਤੀ ਕਿਹੜੇ ਕਿਹੜੇ ਨਹੀਂ ਰਹੇ ਹੈਗੇ। ਤਾਂ MM ਜੋਸ਼ੀ, ਪ੍ਰਤਿਭਾ ਪਾਟਿਲ, VV ਗਿਰੀ, ਪ੍ਰਣਬ ਮੁਖਰਜੀ। ਤਾਂ ਇਹ
प्रणब मुखर्जी भी रहे ने, बीबी गिरी भी रहे ने, प्रतिभा पाटिल पहले स्त्री सी। ਇਹਦਾ ਹੋਊਗਾ ਜੀ MM जोशी, ਇਹ ਭਾਰਤ ਦੇ ਰਾਸ਼ਟਰਪਤੀ नहीं रहे है। 62 ਨੰਬਰ क्वेश्चन देखते हैं, ਕਿਹੜੇ ਆਰਟੀਕਲ ਦੇ ਅਧੀਨ ਭਾਰਤ ਦੇ ਰਾਸ਼ਟਰਪਤੀ ਨੂੰ ਮਹਾਦੋਸ਼ ਕੀਤਾ, ਇੰਪੀਚਮੈਂਟ ਲਾਈ ਜਾ ਸਕਦੀ, ਭਾਰਤ ਦੇ ਰਾਸ਼ਟਰਪਤੀ ਉੱਪਰ ਹਟਾਇਆ ਜਾ ਸਕਦਾ ਇਹਨੂੰ ਕਿਸ ਆਰਟੀਕਲ ਤਹਿਤ? ਆਰਟੀਕਲ 60 ਇਹ ਤਾਂ ਸਹੁੰ ਚੁੱਕਦਾ ਹੈ। ਆਰਟੀਕਲ 22 ਤਹਿਤ ਜੇ ਰਾਸ਼ਟਰਪਤੀ ਨਾ ਹੋਵੇ ਤਾਂ ਉਹਦੀ ਜਗ੍ਹਾ ਤੇ ਕੋਈ ਹੋਰ ਕੰਮ ਕਰਦਾ ਹੈ, ਠੀਕ ਹੈ ਜੀ। ਤਾਂ ਇਹ ਆਰਟੀਕਲ ਨੰਬਰ 56 ਸ਼ਾਇਦ ਇਹਨਾਂ ਦੇ ਕਾਰਜਕਾਲ ਦੇ ਨਾਲ ਸੰਬੰਧਿਤ ਹੈ। ਇਹ ਆਰਟੀਕਲ 61 ਦੇ ਵਿੱਚ ਆਊਗਾ ਇਹਦਾ ਆਨਸਰ, ਭਾਰਤ ਦੇ ਰਾਸ਼ਟਰਪਤੀ ਦੇ ਖਿਲਾਫ ਇੰਪੀਚਮੈਂਟ ਜਿਹੜੀ ਉਹ ਕੀਤੀ ਜਾ ਸਕਦੀ ਹੈ। 63 ਆਰਟੀਕਲ, ਜਦੋਂ M ਹਿਦਾਇਤ ਉੱਲਾ ਭਾਰਤ ਦਾ ਕਾਰਜਕਾਰੀ ਰਾਸ਼ਟਰਪਤੀ ਬਣਿਆ ਤਾਂ ਉਸ ਪਾਸ ਕਿਹੜਾ ਅਹੁਦਾ ਸੀ? ਮਤਲਬ ਸਾਨੂੰ ਪਤਾ ਹੈ ਵੀ ਜਦੋਂ ਰਾਸ਼ਟਰਪਤੀ ਨਾ ਹੋਵੇ ਉਹਦੀ ਗੈਰ ਹਾਜ਼ਰੀ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਬਣਦਾ ਹੈ, ਰਾਸ਼ਟਰਪਤੀ ਦਾ ਕੰਮ ਸੰਭਾਲਦਾ ਹੈ। ਪਰ ਜੇ ਮੰਨ ਲਓ ਵਾਈਸ ਪ੍ਰੈਜ਼ੀਡੈਂਟ ਵੀ ਨਾ ਹੋਵੇ ਤਾਂ ਫਿਰ ਕੌਣ ਕੰਮ ਸੰਭਾਲੂਗਾ? ਤਾਂ ਸੰਭਾਲੂਗਾ ਜੀ CJI, ਚੀਫ ਜਸਟਿਸ ਆਫ ਇੰਡੀਆ। ਤਾਂ ਆਨਸਰ ਤਾਂ ਹੋਊਗਾ ਇਹਦਾ ਸੀ, ਚੀਫ ਜਸਟਿਸ ਆਫ ਇੰਡੀਆ ਆਨਸਰ ਆਊਗਾ ਇਹਦਾ। ਜ਼ਾਕਿਰ ਹੁਸੈਨ ਦੀ ਮੌਤ ਹੋ ਗਈ ਸੀਗੀ, ਜ਼ਾਕਿਰ ਹੁਸੈਨ ਦੀ ਮੌਤ ਤੋਂ ਬਾਅਦ ਇਹਨਾਂ ਦੀ ਮੌਤ ਹੋਈ ਸੀਗੀ ਜ਼ਾਕਿਰ ਹੁਸੈਨ ਦੀ 69 ਦੇ ਵਿੱਚ, 69 ਦੇ ਵਿੱਚ ਜ਼ਾਕਿਰ ਹੁਸੈਨ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਕਾਰਜਕਾਰੀ ਰਾਸ਼ਟਰਪਤੀ ਬਣੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਸੀਗੇ ਉਹ ਸੀਗੇ VV ਗਿਰੀ। VV ਗਿਰੀ ਨੇ ਕੀ ਕਰਤਾ ਸੀ? ਰਿਜ਼ਾਈਨ ਕਰਤਾ ਸੀਗਾ, ਤੇ ਉਹਨਾਂ ਦੇ ਰਿਜ਼ਾਈਨ ਤੋਂ ਬਾਅਦ ਫਿਰ CJI ਸੀਗੇ M ਹਿਦਾਇਤੁੱਲਾ, ਤਾਂ ਉਹਨਾਂ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ। ਇੱਕ ਮਾਤਰ ਹੁਣ ਤੱਕ CJI ਹੋਏ ਨੇ ਜਿਨ੍ਹਾਂ ਨੇ ਰਾਸ਼ਟਰਪਤੀ ਦਾ ਅਹੁਦਾ ਵੀ ਸੰਭਾਲਿਆ ਹੋਇਆ ਹੈ। ਉਸ ਪ੍ਰਧਾਨ ਮੰਤਰੀ ਦੀ ਪਛਾਣ ਕਰੋ ਜਿਸਨੇ ਸੰਸਦ ਦਾ ਸਾਹਮਣਾ ਨਹੀਂ ਕੀਤਾ, ਮਤਲਬ ਸੰਸਦ 'ਚ ਗਿਆ ਹੀ ਨਹੀਂ, ਕੁਐਸਚਨ ਨਹੀਂ ਪਾਇਆ ਤੁਹਾਨੂੰ ਇਹ। ਤਾਂ BP ਸਿੰਘ ਹੈ, ਚਰਨ ਸਿੰਘ ਹੈ, ਅਟਲ ਬਿਹਾਰੀ ਵਾਜਪਾਈ ਹੈ ਜਾਂ ਮਨਮੋਹਨ ਸਿੰਘ ਹੈ ਨਾ। ਤਾਂ ਇਹਦਾ ਆਨਸਰ ਆਊਗਾ ਜੀ ਚੌਧਰੀ ਚਰਨ ਸਿੰਘ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸੰਸਦ ਦੇ ਵਿੱਚ ਨਹੀਂ ਗਏ, ਛੋਟਾ ਜਿਹਾ ਕਾਰਜਕਾਲ ਸੀ ਇਹਨਾਂ ਦਾ, ਪਰ ਇਸ ਕਾਰਜਕਾਲ ਦੇ ਦੌਰਾਨ ਵੀ ਸੰਸਦ ਦੇ ਵਿੱਚ ਇਹ ਨਹੀਂ ਗਏ ਹੈਗੇ। 65 ਨੰਬਰ ਕੁਐਸਚਨ, ਲੋਕ ਸਭਾ ਦੀ ਮੈਂਬਰਸ਼ਿਪ ਦੀ ਉਮਰ ਕਿੰਨੀ ਹੈ? ਲੋਕ ਸਭਾ ਮੈਂਬਰ ਬਣਨ ਵਾਸਤੇ ਤੁਹਾਨੂੰ ਘੱਟੋ ਘੱਟ ਕਿੰਨੀ ਉਮਰ ਜਿਹੜੀ ਉਹ ਚਾਹੀਦੀ ਹੈ? ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਗਵਰਨਰ ਯਾਦ ਰੱਖਿਓ, ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਤੇ ਗਵਰਨਰ ਇਹਨਾਂ ਦੀ ਉਮਰ ਹੈਗੀ ਹੈ 35 ਸਾਲ। ਰਾਜ ਸਭਾ ਤੇ ਵਿਧਾਨ ਪਰਿਸ਼ਦ ਇਹਨਾਂ ਦੀ 30 ਸਾਲ ਹੈ। ਮੈਂ ਇੱਥੇ ਲਿਖ ਦੇਣਾ ਰਾਜ ਸਭਾ ਤੇ ਵਿਧਾਨ ਪਰਿਸ਼ਦ ਇਹਨਾਂ ਦੀ 30 ਸਾਲ ਹੈ। 27 ਸਾਲ ਤੱਕ ਕਿਸੇ 'ਚ ਹੁੰਦੀ ਨਹੀਂ ਹੈਗੀ। 25 ਸਾਲ ਹੈ ਦਾ ਆਨਸਰ ਆਊਗਾ ਜੀ 25 ਸਾਲ। 25 ਸਾਲ ਚਾਹੀਦੀ ਹੈ ਲੋਕ ਸਭਾ ਵਾਸਤੇ ਤੇ ਵਿਧਾਨ ਸਭਾ ਵਾਸਤੇ ਵੀ 25 ਸਾਲ ਹੀ ਚਾਹੀਦੀ ਹੁੰਦੀ ਉਮਰ। 66 ਨੰਬਰ ਕੁਐਸਚਨ ਦੇਖਦੇ ਹਾਂ, ਭਾਰਤ ਦੇ ਰਾਸ਼ਟਰਪਤੀ ਦੀ ਮਿਆਦ ਦੱਸਣੀ, ਉਮਰ ਕਹਿ ਗਿਆ, ਮਿਆਦ ਮਤਲਬ ਵੀ ਇਹਨਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ? 4 ਸਾਲ। ਅਮਰੀਕਾ ਦੇ ਰਾਸ਼ਟਰਪਤੀ ਦਾ 4 ਸਾਲ ਹੁੰਦਾ ਹੈ, ਭਾਰਤ ਦੇ ਰਾਸ਼ਟਰਪਤੀ ਦਾ 4 ਸਾਲ ਹੁੰਦਾ ਜਾਂ 5 ਸਾਲ? ਇਹਦਾ ਹੁੰਦਾ ਜੀ 5 ਸਾਲ, ਠੀਕ ਹੈ। ਹਾਂ, ਦੁਬਾਰਾ ਇਹ ਚੁਣਿਆ ਜਾ ਸਕਦਾ, ਪਰ 5 ਸਾਲਾਂ ਦੇ ਕਾਰਜਕਾਲ ਤੋਂ ਬਾਅਦ ਇਹਨੂੰ ਦੁਬਾਰਾ ਇਲੈਕਸ਼ਨ ਲੜਨੀ ਪੈਂਦੀ ਹੈ। 67 ਨੰਬਰ ਕੁਐਸਚਨ ਦੇਖਦੇ ਹਾਂ, ਲੋਕ ਸਭਾ ਦਾ ਸਪੀਕਰ ਕੌਣ ਹੈ? 2021 ਦੀ ਗੱਲ ਕਰ ਰਹੇ ਹਾਂ, ਤਾਂ ਕੌਣ ਹੈ? ਮਤਲਬ ਅਮਿਤ ਸ਼ਾਹ, ਇਹ ਤਾਂ ਦੇਖੋ ਸਾਡਾ ਗ੍ਰਹਿ ਮੰਤਰੀ ਹੈ। ਵੈਂਕਈਆ ਨਾਇਡੂ ਇਹ ਕੌਣ ਹੈ? ਇਹ ਸਾਡੇ ਉਪ ਰਾਸ਼ਟਰਪਤੀ ਨੇ। ਸ਼ਸ਼ੀ ਥਰੂਰ ਕਾਂਗਰਸ ਦੇ ਨੇਤਾ ਨੇ, ਕੇਰਲਾ ਤੋਂ ਬਿਲੋਂਗ ਕਰਦੇ ਨੇ। ਤਾਂ ਆਨਸਰ ਆਊਗਾ ਜੀ ਓਮ ਬਿਰਲਾ, ਠੀਕ ਹੈ, BJP ਨੂੰ ਬਿਲੋਂਗ ਕਰਦਾ ਹੈ। 68 ਨੰਬਰ ਕੁਐਸਚਨ, ਭਾਰਤ ਦਾ ਕੇਂਦਰੀ ਰੱਖਿਆ ਮੰਤਰੀ ਕੌਣ ਹੈ? VK ਸਿੰਘ, ਰਾਜਨਾਥ ਸਿੰਘ, ਬਿਪਿਨ ਰਾਵਤ ਜਾਂ ਫਿਰ ਨਿਤਿਨ ਗਡਕਰੀ। ਤਾਂ ਆਨਸਰ ਆਊਗਾ ਜੀ ਇਹਦਾ ਰਾਜਨਾਥ ਸਿੰਘ। ਐਟ ਪ੍ਰੈਜ਼ੈਂਟ ਸਾਡੇ 2021 ਦੇ ਵਿੱਚ 30 ਜਨਵਰੀ 2021 ਦੇ ਵਿੱਚ ਰਾਜਨਾਥ ਸਿੰਘ ਕੌਣ ਨੇ ਸਾਡੇ ਰੱਖਿਆ ਮੰਤਰੀ ਨੇ। 69 ਨੰਬਰ ਕੁਐਸਚਨ ਦੇਖਦੇ ਹਾਂ, ਪੰਜਾਬ ਦਾ ਰਾਜਪਾਲ ਕੌਣ ਹੈ? ਪੰਜਾਬ ਦੇ ਰਾਜਪਾਲ ਬਾਰੇ ਕੁਐਸਚਨ ਪੁੱਛਿਆ ਗਿਆ। ਕਪਤਾਨ ਸਿੰਘ ਸੋਲੰਕੀ, MS ਗਿੱਲ, BP ਸਿੰਘ ਬਦਨੌਰ ਜਾਂ ਫਿਰ HS ਪੁਰੀ। ਹੁਣ ਇਹ ਜਨਵਰੀ 2021 ਦਾ ਕੁਐਸਚਨ ਸੀ, ਉਸ ਤੋਂ ਬਾਅਦ ਪੰਜਾਬ ਦਾ ਰਾਜਪਾਲ ਬਦਲ ਗਿਆ। ਤਾਂ ਜੇ ਹੁਣ ਪੁੱਛਦਾ ਹੈ ਤਾਂ ਕੌਣ ਹੈ ਜੀ? ਬਨਵਾਰੀ ਲਾਲ ਪੁਰੋਹਿਤ। ਉਹਦੇ ਅਕੋਰਡਿੰਗ ਆਨਸਰ ਅਸੀਂ ਬਣਨਾ ਸੀ D, ਪਰ ਇਹਦੀ ਜਗ੍ਹਾ ਤੇ ਹੁਣ ਆਊਗਾ ਬਨਵਾਰੀ ਲਾਲ ਪੁਰੋਹਿਤ। 70 ਨੰਬਰ ਕੁਐਸਚਨ ਦੇਖਦੇ ਹਾਂ, ਰਾਜ ਦੇ ਮੁੱਖ ਮੰਤਰੀ ਨੂੰ ਕਿਸ ਆਰਟੀਕਲ ਦੇ ਤਹਿਤ ਨਿਯੁਕਤ ਕੀਤਾ ਜਾਂਦਾ ਹੈ? ਜਿਹੜਾ ਆਰਟੀਕਲ ਨੰਬਰ ਹੈਗਾ, ਦੇਖੋ ਆਰਟੀਕਲ ਨਾਲ ਰਿਲੇਟਡ ਕਾਫੀ ਕੁਐਸਚਨ ਪੁੱਛੇ ਗਏ ਨੇ। ਤਾਂ ਮੈਂ ਇੱਕ ਆਰਟੀਕਲ ਦੇ ਨਾਲ ਰਿਲੇਟਡ ਇੱਕ ਵੀਡੀਓ ਪਾਈ ਹੋਈ ਹੈਗੀ, ਮੈਂ ਕਾਫੀ ਤੁਸੀਂ ਦੇਖ ਸਕਦੇ ਹੋਗੇ। ਉਹਦੇ ਵਿੱਚ ਇੰਪੋਰਟੈਂਟ ਜਿੰਨੇ ਵੀ ਆਰਟੀਕਲਸ ਨੇ ਸਾਰੇ ਦੇ ਸਾਰੇ ਕਿ ਮੈਂ ਉਹਦੇ ਵਿੱਚ ਕਵਰ ਕੀਤੇ ਹੋਏ ਨੇ। ਤਾਂ ਤੁਸੀਂ ਜੇ ਉਹ ਆਰਟੀਕਲ ਦੀ ਵੀਡੀਓ ਦੇਖ ਲੈਣੇ ਤਾਂ ਫਿਰ ਕੋਈ ਵੀ ਇਸ ਤਰ੍ਹਾਂ ਦਾ ਐਗਜ਼ਾਮ ਨਹੀਂ ਹੈਗਾ ਜਿਹੜਾ ਤੁਹਾਡੇ ਉਹਨੂੰ ਕਵਰ ਨਾ ਕਰੇ, ਹੈ ਨਾ। ਉਸ ਆਰਟੀਕਲ ਦੇ ਵਿੱਚ ਸਾਰੇ ਐਗਜ਼ਾਮ ਕਵਰ ਕੀਤੇ ਗਏ ਨੇਗੇ। ਤਾਂ ਕਿਸੇ ਵੀ ਐਗਜ਼ਾਮ ਨੂੰ ਤੁਸੀਂ ਦਿੰਦੇ ਹੋ ਤਾਂ ਉਹ ਸਾਰੇ ਐਗਜ਼ਾਮ ਨੂੰ ਕਵਰ ਕਰੂਗਾ ਉਹ। ਤੁਸੀਂ ਦੇਖ ਸਕਦੇ ਵੀਡੀਓ, ਉਹ ਮੇਨ ਆਰਟੀਕਲ ਦੀ ਹੈ, ਤਾਂ ਤੁਸੀਂ ਜਾ ਕੇ ਦੇਖ ਲਿਓ ਪਲੇ ਲਿਸਟ ਦੇ ਵਿੱਚ। ਚੀਫ ਮਿਨਿਸਟਰ ਦਾ ਕਿਹੜਾ ਆਰਟੀਕਲ ਹੈ? ਆਰਟੀਕਲ 164, 174, 184 ਜਾਂ ਫਿਰ 194 ਆਰਟੀਕਲ। ਇਹਦਾ ਆਨਸਰ ਆਊਗਾ 164 ਆਰਟੀਕਲ। 164 ਆਰਟੀਕਲ ਦੇ ਤਹਿਤ ਮੁੱਖ ਮੰਤਰੀ
ਜਿਹੜਾ ਪੁਆਇੰਟ ਕੀਤਾ ਜਾਂਦਾ ਹੈ ਰਾਜਪਾਲ ਵੱਲੋਂ। ਹੁਣ ਜੇ ਅਸੀਂ ਇਸੇ ਆਰਟੀਕਲ ਨੂੰ ਕੰਪੇਅਰ ਕਰ ਲਈਏ ਪ੍ਰਧਾਨ ਮੰਤਰੀ ਦੇ ਨਾਲ ਤਾਂ ਇਹਦਾ ਆਰਟੀਕਲ ਕਿੰਨਾ ਹੋ ਜਾਂਦਾ ਜੀ, ਉਹ ਹੋ ਜਾਂਦਾ ਹੈ ਆਰਟੀਕਲ ਨੰਬਰ 75। ਆਰਟੀਕਲ ਨੰਬਰ 75 ਦੇ ਤਹਿਤ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਅਪਾਇੰਟਮੈਂਟ ਕਰਦੇ ਹੈ ਤੇ ਆਰਟੀਕਲ ਨੰਬਰ 164 ਦੇ ਅਨੁਸਾਰ ਮੁੱਖ ਮੰਤਰੀ ਦੀ ਅਪਾਇੰਟਮੈਂਟ ਰਾਜਪਾਲ ਵੱਲੋਂ ਕੀਤੀ ਜਾਂਦੀ ਹੈ। 71 ਭਾਰਤ ਦੀ ਸੰਵਿਧਾਨ ਦੀ ਅਨੁਸੂਚੀ 8ਵੀਂ ਸੂਚੀ ਤੈਅ ਕਰਦੀ ਹੈ ਮਨੁੱਖੀ ਅਧਿਕਾਰਾਂ ਨੂੰ, ਭਾਸ਼ਾਵਾਂ ਨੂੰ, ਰਾਜ ਅਤੇ ਯੂਟਿਸ ਨੂੰ, ਐਂਟੀ ਡਿਫੈਕਸ਼ਨ ਲਾਅ ਨੂੰ ਕਰਦੀ ਹੈ। ਠੀਕ ਹੈ, ਤਾਂ ਜੀ ਸਾਡੀ 8ਵੀਂ ਸੂਚੀ ਹੈ। ਮੈਂ ਇਹਦੇ ਬਾਰੇ ਇੱਕ ਵੀਡੀਓ ਬਣਾਈ ਹੋਈ ਹੈ, ਤੁਸੀਂ ਵੀਡੀਓ ਦੇਖ ਸਕਦੇ ਹੋ ਜਾ ਕੇ ਉਹ। ਠੀਕ ਹੈ, ਤੇ ਉਹਦੇ ਵਿੱਚ ਸਾਰੀਆਂ ਦੀ ਸਾਰੀਆਂ ਅਨੁਸੂਚੀਆਂ ਬਾਰੇ ਗੱਲ ਕੀਤੀ ਹੈ। ਤਾਂ ਇਹਦਾ ਆਨਸਰ ਹੋਊਗਾ ਜੀ ਭਾਸ਼ਾਵਾਂ। ਠੀਕ ਹੈ, ਸਾਡੀਆਂ ਮਾਨਤਾ ਪ੍ਰਾਪਤ ਭਾਸ਼ਾਵਾਂ ਕੁੱਲ 22 ਭਾਸ਼ਾਵਾਂ ਨੇਗੀਆਂ। ਸਭ ਤੋਂ ਪਹਿਲਾਂ 14 ਸੀਗੀਆਂ, 14 ਤੋਂ ਬਾਅਦ ਇੱਕ ਹੋਰ ਵੱਧ ਗਈ, ਫਿਰ 3 ਹੋਰ ਵੱਧ ਗਈਆਂ ਤੇ ਫਿਰ 4 ਭਾਸ਼ਾਵਾਂ ਹੋਰ ਵੱਧ ਗਈਆਂ। 14 ਦੇ 15 ਤੇ 18 ਤੇ 4 22 ਭਾਸ਼ਾਵਾਂ। ਇਹ ਜੋ ਅੰਗਰੇਜ਼ੀ ਨਹੀਂ ਹੈਗੀ ਯਾਦ ਰੱਖਿਓ। ਠੀਕ ਹੈ, ਜਿਵੇਂ ਬੋਡੋ ਵੀ ਹੈਗੀ ਇਹਦੇ ਵਿੱਚ, ਸੰਥਾਲੀ ਵੀ ਹੈਗੀ ਹੈ, ਮੈਥਲੀ ਵੀ ਹੈਗੀ, ਜਿਹਦੇ ਕੁਐਸਚਨ ਬਣ ਸਕਦੇ ਨੇ। ਸੰਥਾਲੀ ਵੀ ਹੈਗੀ ਹੈ, ਮੈਥਲੀ ਵੀ ਹੈਗੀ ਹੈ, ਸਿੰਧੀ ਵੀ ਹੈਗੀ ਹੈ, ਨੇਪਾਲੀ ਵੀ ਹੈਗੀ ਹੈ, ਸੰਸਕ੍ਰਿਤ ਹੈਗੀ ਇਹਦੇ ਵਿੱਚ। ਠੀਕ, ਤੇ ਇਹਨਾਂ ਬਾਰੇ ਕੁਐਸਚਨ ਬਣ ਸਕਦੇ ਨੇ। ਬਾਕੀ ਤਾਂ ਤੁਹਾਨੂੰ ਜਿਵੇਂ ਹਿੰਦੀ ਹੈ, ਪੰਜਾਬੀ ਹੈ, ਠੀਕ ਹੈ, ਉਰਦੂ ਹੈ, ਕਸ਼ਮੀਰੀ ਹੈ, ਕੋਂਕਣੀ ਹੈ, ਹਨਾ, ਮਲਿਆਲਮ ਹੈ, ਕੰਨੜ ਹੈ, ਸਾਰੀਆਂ ਹੈਗੀਆਂ ਨੇ ਇਹਦੇ ਵਿੱਚ। ਠੀਕ ਹੈ, ਤਾਂ ਸਟੇਟ ਵਾਈਜ਼ ਤਾਂ ਤੁਹਾਨੂੰ ਪਤਾ ਹੋਣਗੀਆਂ, ਪਰ ਜਿਹੜੀ ਮੈਂ ਤੁਹਾਨੂੰ ਬੋਲੀਆਂ ਨੇ ਯਾਦ ਰੱਖ ਲਿਓ। ਇਹ डिटेल क्लास में लाई हुई है ਇਹਦੇ ਵਿੱਚ। ਆਰਟੀਕਲ ਨੰਬਰ 7 क्वेश्चन नंबर 72 देखते हैं। ਭਾਰਤੀ ਸੰਵਿਧਾਨ ਦੇ ਆਰਟੀਕਲ 36 ਤੋਂ 51 ਜਿਹੜਾ ਹੈਗਾ ਉਹ ਕੀ ਗੱਲ ਕਰਦਾ ਇਹਦੇ ਵਿੱਚ? ਡਾਇਰੈਕਟ ਪ੍ਰਿੰਸੀਪਲ ਸਟੇਟ ਪਾਲਿਸੀ ਦੀ, ਮੁੱਢਲੇ ਅਧਿਕਾਰਾਂ ਦੀ, ਟ੍ਰਿਬਿਊਨਲਸ ਦੀ ਗੱਲ ਕਰਦਾ ਹੈ, ਸਹਿਕਾਰੀ ਸਭਾਵਾਂ ਦੀ ਗੱਲ ਕਰਦਾ ਹੈ। ਤੇ ਇਹਦਾ ਆਨਸਰ ਆਊਗਾ ਜੀ ਡਾਇਰੈਕਟ ਪ੍ਰਿੰਸੀਪਲ ਸਟੇਟ ਪਾਲਿਸੀ ਦੀ ਗੱਲ ਕਰਦਾ ਹੈ ਸਾਡੇ ਸੰਵਿਧਾਨ ਦੇ ਭਾਗ ਨੰਬਰ 4 ਦੇ ਵਿੱਚ ਆਰਟੀਕਲ ਨੰਬਰ 36 ਤੋਂ ਲੈ ਕੇ 51। ਅਸੀਂ ਕਿਹੜੇ ਦੇਸ਼ ਤੋਂ ਉਧਾਰ ਲਿਆਗਾ ਇਹ ਤੁਸੀਂ ਦੱਸਣਾ ਬਈ। ਠੀਕ ਹੈ, ਮੈਂ ਇੱਥੇ ਲਿਖਦਾ ਨਹੀਂ, ਤੁਸੀਂ ਦੱਸ ਦਿਓ ਕਿਹੜੇ ਦੇਸ਼ ਤੋਂ ਉਧਾਰ ਲਿਆ ਸੀ ਇਹ 72 ਦੇ ਵਿੱਚ। ਡਾਇਰੈਕਟ ਪ੍ਰਿੰਸੀਪਲ ਸਟੇਟ ਪਾਲਿਸੀ ਜਿਹੜੀ ਸੀ ਕਿਹੜੇ ਦੇਸ਼ ਤੋਂ ਉਧਾਰ ਲਿਆ ਸੀ। 73 ਨੰਬਰ ਦੇਖਦੇ ਹਾਂ। ਹੇਠ ਲਿਖਿਆ ਵਿੱਚੋਂ ਕਿਹੜਾ ਗੈਰ ਸੰਗਠਿਤ ਲਹਿਰ ਦਾ ਲੀਡਰ ਨਹੀਂ ਸੀ? ਇਹਦਾ ਮਤਲਬ ਕੀ ਸੀ? ਨੈਮ, ਨੌਨ ਲੀਗਲ ਮੂਵਮੈਂਟ, ਜਿਹਨੂੰ ਅਸੀਂ ਗੁੱਟਨ ਲੇਪਤਾ ਦੀ ਮੂਵਮੈਂਟ ਦੇ ਨਾਮ ਨਾਲ ਜਾਣਦੇ ਹਾਂ। ਅਸੀਂ ਗੁੱਟਨ ਲੇਪਤਾ ਦਾ ਅੰਦੋਲਨ ਅਸੀਂ ਆਖਦੇ ਹਾਂ। ਤਾਂ ਅਬਦੁਲ ਨਾਸਿਰ ਹੈਗੇ ਸੀ, ਬਿਲਕੁਲ ਸੀਗੇ। ਜਵਾਹਰ ਲਾਲ ਨਹਿਰੂ ਇਹ ਵੀ ਹੈਗੇ ਸੀ। ਜੋਸਫ ਟੀਟੋ ਵੀ ਹੈਗੇ ਸੀਗੇ। ਇਹ ਮਿਸਰ ਨੂੰ ਬਿਲੋਂਗ ਕਰਦੇ ਸੀ, ਇਹ ਯੂਗੋਸਲਾਵੀਆ ਨੂੰ ਬਿਲੋਂਗ ਕਰਦੇ ਸੀ। ਤੇ ਨਹਿਰੂ ਸਾਡੇ ਭਾਰਤ ਨੂੰ ਬਿਲੋਂਗ ਕਰਦੇ ਸੀ। ਐਨ ਖਰੁਸ਼ਚੇਵ ਜਿਹੜੇ ਰਸ਼ੀਆ ਨੂੰ ਬਿਲੋਂਗ ਕਰਦੇ ਸੀ, ਉਹ ਇਹਦੇ ਵਿੱਚ ਸ਼ਾਮਲ ਨਹੀਂ ਸੀ, ਕਿਉਂਕਿ ਰਸ਼ੀਆ ਦਾ ਆਪਣਾ ਇੱਕ ਗੁੱਟ ਸੀ ਅਲੱਗ ਤੋਂ। ਠੀਕ ਹੈ, ਸਮਾਜਵਾਦੀ ਗੁੱਟ ਸੀਗਾ। ਇੱਕ ਅਮਰੀਕਾ ਦਾ ਗੁੱਟ ਸੀਗਾ, ਇੱਕ ਰਸ਼ੀਆ ਦਾ ਗੁੱਟ ਸੀ। ਭਾਰਤ ਨੇ ਆਪਣਾ ਇੱਕ ਅਲੱਗ ਗਰੁੱਪ ਬਣਾਇਆ ਸੀਗਾ, ਜਿਹਨੂੰ ਅਸੀਂ ਨੌਨ ਲੀਗਲ ਮੂਵਮੈਂਟ ਦੇ ਨਾਮ ਨਾਲ ਜਾਣਦੇ ਹਾਂ, ਹਨਾ। ਤਾਂ ਆਨਸਰ ਆਊਗਾ ਜੀ ਡੀ। ਸਾਡੇ ਸਿਲੇਬਸ ਵਿੱਚ ਹੈਗਾ ਸੀ ਇਹ ਮਾਸਟਰ ਗੇਟਰ ਦੇ। 74 ਯੂਐਨਓ ਦਾ ਪਹਿਲਾ ਸੈਕਟਰੀ ਜਨਰਲ ਕੌਣ ਸੀ? ਟ੍ਰਾਈਗਵਲੀ, ਵਾਨ ਕੀ ਮੂਨ, ਲੀ ਡੁਕਥੋ, ਬੀ ਗਾਲੀ। ਠੀਕ ਹੈ, ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਵਰਤਮਾਨ ਦੇ ਵਿੱਚ ਕੌਣ ਹੈ ਤੇ ਪਹਿਲਾ ਕੌਣ ਹੈਗਾ। ਇਹ ਦੂਜੀ ਵਾਰ ਕੁਐਸਚਨ ਆਏਗਾ ਇਹ। ਤਾਂ ਪਹਿਲਾ ਸੀ ਜੀ ਟ੍ਰਾਈਗਵਲੀ। ਠੀਕ ਹੈ, ਟ੍ਰਾਈਗਵਲੀ ਹੈ। ਵਰਤਮਾਨ ਚ ਕੌਣ ਹੈ ਇਹ ਤੁਸੀਂ ਕਮੈਂਟ ਬਾਕਸ 'ਚ ਦੱਸੋ ਕਿਹੜਾ ਹੈਗਾ। ਠੀਕ ਹੈ, ਵਰਤਮਾਨ ਦੇ ਵਿੱਚ ਕੌਣ ਹੈ। ਲਾਸਟ ਕੁਐਸਚਨ ਅੱਜ ਦਾ ਦੇਖਦੇ ਆਪਾਂ। ਭਾਰਤ ਦਾ ਉਪ ਰਾਸ਼ਟਰਪਤੀ ਕੌਣ ਹੈ? 30 ਜੇ ਹੁਣ ਕੁਐਸਚਨ ਪੁੱਛ ਲੈਂਦੇ ਤਾਂ ਹੁਣ ਦਾ ਵੀ ਤੁਹਾਨੂੰ ਪਤਾ ਹੋਵੇ। ਤੇ ਇਹ ਕੁਐਸਚਨ ਪੁੱਛਿਆ ਗਿਆ ਸੀ ਜਨਵਰੀ 2021 ਦੇ ਵਿੱਚ, ਤਾਂ ਉਸ ਟਾਈਮ ਦਾ ਕੌਣ ਪੁੱਛਿਆ ਗਿਆ ਸੀ? ਤਾਂ ਉਹ ਵੀ ਹੁਣ ਉਹੀ ਸੇਮ ਹੀ ਹੈਗਾ। ਤਾਂ ਨਾਨਾ ਜੀ ਦੇਸ਼ਮੁਖ, ਹਮੀਦ ਅੰਸਾਰੀ ਜਾਂ ਐਨ ਬੋਰਾ। ਤੇ ਹੁਣ ਹੈਗੇ ਨਹੀਂ ਵਰਤਮਾਨ ਸਾਡੇ ਐਨ ਵੈਂਕਈਆ ਨਾਇਡੂ। ਤਾਂ ਇਹਦਾ ਆਨਸਰ ਆਊਗਾ ਜੀ ਐਨ ਵੈਂਕਈਆ ਨਾਇਡੂ। ਤਾਂ ਇਹ ਸੀ ਤੁਹਾਡੇ ਅੱਜ ਦੇ 75 ਕੁਐਸਚਨ। ਲੇਟੈਸਟ ਪੇਪਰ ਜਿਹੜਾ ਮਾਸਟਰ ਗੇਟਰ ਦਾ ਹੋਏਗਾ। ਤੁਸੀਂ ਜੇ ਕੁਐਸਚਨ ਸਾਰੇ ਕੀਤੇ ਨੇ ਤਾਂ ਪਲੀਜ਼ ਮੈਨੂੰ ਤੁਸੀਂ ਆਪਣਾ ਸਕੋਰ ਵੀ ਦੱਸ ਦਿਓ, ਕਿੰਨਾ ਤੁਹਾਡਾ ਸਕੋਰ ਬਣਾਏਗਾ। ਕਮੈਂਟ ਬਾਕਸ 'ਚ ਜ਼ਰੂਰ ਦੱਸਣਾ ਸਕੋਰ ਤੁਹਾਡਾ ਕਿੰਨਾ ਬਣਿਆ। 75 ਦੇ ਵਿੱਚ ਤੁਹਾਨੂੰ ਕਿੰਨੇ ਕੁਐਸਚਨ ਆਉਂਦੇ ਸੀਗੇ। ਇਹਦੇ ਵਿੱਚੋਂ ਕਿਹੜਾ ਕਨਸੈਪਟ ਤੁਹਾਡਾ ਜ਼ਿਆਦਾ ਕਲੀਅਰ ਨਹੀਂ ਹੈਗਾ ਤਾਂ ਤੁਸੀਂ ਕਮੈਂਟ ਬਾਕਸ 'ਚ ਦੱਸੋ। ਮੈਂ ਉਸ ਦੇ ਨਾਲ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰੂੰਗਾ। ਉਹਦੇ ਨਾਲ ਵੀਡੀਓ ਬਣਾਵਾਂਗੇ ਫਿਰ ਆਪਾਂ ਉਸ ਨਾਲ ਰਿਲੇਟਡ ਵੀ ਆਰਟੀਕਲ ਦੇ ਨਾਲ। ਆਰਟੀਕਲ ਦਾ ਚਲੋ ਇੱਕ ਵੀਡੀਓ ਬਣੀ ਹੋਈ ਹੈ ਪਹਿਲਾਂ ਆਪਣੀ। ਠੀਕ ਹੈ, ਤੇ ਹੋਰ ਕਿਹੜੇ ਟੌਪਿਕ ਬਾਰੇ ਆਪਾਂ ਵੀਡੀਓ ਹੋਰ ਬਣਾ ਸਕਦੇ ਹਾਂ, ਤੁਸੀਂ ਮੈਨੂੰ ਸੁਜੈਸ਼ਨ ਦੇਣੀ ਹੈ ਇਸ ਗੱਲ ਦੀ। ਤੇ ਇਹਦੇ ਨਾਲ ਦੇਖੋ ਕੀ ਹੁੰਦਾ ਹੈਗਾ, ਤੁਸੀਂ ਵੀਡੀਓ ਨੂੰ ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ, ਕਮੈਂਟ ਕਰਕੇ ਦੱਸਦੇ ਹੋ, ਤਾਂ ਇਹਦੇ ਨਾਲ ਮੈਨੂੰ ਵੀ ਹੌਸਲਾ ਆਉਂਦਾ ਤਾਂ ਮੈਂ ਹੋਰ ਪ੍ਰੇਰਿਤ ਹੋ ਕੇ ਮੈਂ ਵੱਧ ਤੋਂ ਵੱਧ ਵਧੀਆ ਵੀਡੀਓ ਹੋਰ ਜਿਹੜੀਆਂ ਨੇ ਬਣਾ ਸਕਾਂ ਤੁਹਾਨੂੰ ਉਹ। ਤੇ ਇਸ ਤੋਂ ਬਾਅਦ ਹੁਣ ਦੇਖੋ ਤੁਹਾਨੂੰ ਆਪਣੇ ਆਪ ਦੀ ਤਿਆਰੀ ਦਾ ਪਤਾ ਲੱਗੂਗਾ ਇਹਦੇ ਨਾਲ ਵੀ ਮੇਰੀ ਕਿੰਨੀ ਤਿਆਰੀ ਹੈ। ਕਿਉਂਕਿ ਜੇ ਤੁਸੀਂ ਮਾਸਟਰ ਗੇਟਰ ਜਾਂ ਲੈਕਚਰਰ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਇੱਕ ਆਪਣੀ ਤਿਆਰੀ ਬਾਰੇ ਪਤਾ ਲੱਗ ਜਾਂਦਾ ਵੀ ਮੇਰੀ ਕਿੰਨੀ ਤਿਆਰੀ ਹੈ ਪੁਰਾਣੇ ਪੇਪਰ ਦੇ ਥਰੂ, ਪ੍ਰੀਵੀਅਸ ਪੇਪਰ ਦੇ ਥਰੂ। ਇੱਕ ਪੈਟਰਨ ਦਾ ਪਤਾ ਲੱਗਦਾ, ਆਪਣੀ ਤਿਆਰੀ ਦਾ ਪਤਾ ਲੱਗਦਾ, ਤੇ ਆਉਣ ਵਾਲੇ ਜਿਹੜਾ ਸੰਭਾਵੀ ਪੇਪਰ ਹੁੰਦਾ ਹੈ ਉਹਦੇ ਬਾਰੇ ਪਤਾ ਲੱਗ ਜਾਂਦਾ ਵੀ ਕਿਸ ਲੈਵਲ ਦੇ ਕੁਐਸਚਨ ਉਹਦੇ ਵਿੱਚੋਂ ਪੁੱਛੇ ਜਾ ਸਕਦੇ ਨੇ। ਤਾਂ ਜਿਹੜਾ ਕੁਐਸਚਨ ਮੰਨ ਲਓ ਹੁਣ ਪੁੱਛ ਲਿਆ ਗਿਆ ਤਾਂ ਉਹਦੇ ਇਰਦ ਗਿਰਦ ਹੀ ਕੁਐਸਚਨ ਪੁੱਛੇ ਜਾਂਦੇ ਨੇ ਦੁਬਾਰਾ। ਠੀਕ ਹੈ, ਉਹਦੇ ਬਾਰੇ ਸਾਨੂੰ ਸਾਰੀ ਜਾਣ, ਜਿਵੇਂ ਹੁਣ ਲਾਸਟ ਕੁਐਸਚਨ ਦੇਖੋ ਉਪ ਰਾਸ਼ਟਰਪਤੀ, ਤਾਂ ਉਪ ਰਾਸ਼ਟਰਪਤੀ ਬਾਰੇ ਸਾਨੂੰ ਸਾਰੀ ਨੌਲੇਜ ਹੋਣੀ ਚਾਹੀਦੀ ਹੈ। ਕਿੰਨੇ ਸਾਡੇ ਉਪ ਰਾਸ਼ਟਰਪਤੀ ਹੋਏ ਨੇ, ਕੌਣ ਕੌਣ ਹੋਏ ਨੇ,
ਠੀਕ ਹੈ, ਕਿੰਨੀ ਉਮਰ ਚਾਹੀਦੀ ਹੈ ਉਹਦੇ ਵਾਸਤੇ, ਕਿਹੜੇ ਕਿਹੜੇ ਆਰਟੀਕਲ ਹੈਗਾ, ਉਪ ਰਾਸ਼ਟਰਪਤੀ ਹੋਰ ਕੀ ਕਰ ਸਕਦਾ ਹੈਗਾ, ਆਪਣਾ ਰਿਜ਼ਾਈਨ ਕਿਹਨੂੰ ਦਿੰਦਾ ਹੈਗਾ, ਇਹਦੀ ਉਮਰ ਕਿੰਨੀ ਹੋਣੀ ਚਾਹੀਦੀ ਹੈ, ਇਹਨੂੰ ਸੌਂ ਕੌਣ ਚੁਕਾਉਂਦਾ ਹੈ, ਤਾਂ ਸਾਰੇ ਐਵਰੀਥਿੰਗ ਬਸ ਸਾਰਾ ਕੁਝ ਉਪ ਰਾਸ਼ਟਰਪਤੀ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ। ਠੀਕ ਹੈ, ਤੇ ਚਲੋ ਆਈ ਹੋਪ ਕਿ ਤੁਹਾਨੂੰ ਅੱਜ ਦੀ ਕਲਾਸ ਪਸੰਦ ਆਈ ਹੋਊਗੀ। ਜੇ ਤੁਹਾਨੂੰ ਅੱਜ ਦੀ ਕਲਾਸ ਪਸੰਦ ਆਉਂਦੀ ਹੈ ਤਾਂ ਪਲੀਜ਼ ਇਹਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ ਤੇ ਆਪਣੇ ਦੋਸਤਾਂ ਤੱਕ ਇਹਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਿਓ। ਤੇ ਮਿਲਦੇ ਹਾਂ ਫਿਰ ਆਪਾਂ ਇੱਕ ਨਵੀਂ ਕਲਾਸ ਦੇ ਨਾਲ। ਤਦ ਤੱਕ ਲਈ ਬਾਏ, ਥੈਂਕ ਯੂ।